ਸ਼੍ਰੀ ਅਕਾਲ। ਪੰਜਾਬੀ ਨੈਸ਼ਨਲ ਪ੍ਰਾਈਮ ਟਾਈਮ ਪ੍ਰੋਗਰਾਮ ਲੈ ਕੇ ਆਪ ਦੀ ਸੇਵਾ ਦੇ ਵਿੱਚ ਅਸੀਂ ਹਾਜ਼ਰ ਹਾਂ। ਅੱਜ ਦਿਨ ਹੈ ਜੀ ਸੋਮਵਾਰ 18 ਜਨਵਰੀ ਵਰਾ 2021, 5 ਮਾਘ ਨਾਨਕਸ਼ਾਹੀ ਸੰਮਤ 552 ਅਤੇ ਇਸ ਸਮੇਂ 7 ਵਜੇ ਦੇ ਕਰੀਬ ਸਮਾਂ ਹੋ ਚੁੱਕਾ ਹੈ ਸਾਡੇ ਸਟੂਡੀਓ ਦੇ ਕੜੀਆਂ ਵਿੱਚ ਅਤੇ ਪ੍ਰਾਈਮ ਟਾਈਮ ਸ਼ੋਅ ਲੈ ਕੇ ਮੈਂ ਰਣਜੀਤ ਸਿੰਘ ਸਿੱਧੂ ਤੇ ਮੇਰੇ ਨਾਲ ਜੱਗੀ ਢਿੱਲੋਂ ਜੀ ਹਾਜ਼ਰ ਹੋਏ ਹਾਂ। ਢਿੱਲੋਂ ਸਾਹਿਬ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਰਣਜੀਤ ਜੀ, ਤੁਹਾਨੂੰ ਵੀ ਤੇ ਪ੍ਰਾਈਮ ਪੰਜਾਬੀ ਨੈਸ਼ਨਲ ਦਾ ਇਸ ਪ੍ਰੋਗਰਾਮ ਦੇ ਵਿੱਚ ਜਿਹੜੇ ਵੀ ਸਾਡੇ ਦਰਸ਼ਕ ਸਾਨੂੰ ਦੇਖ ਰਹੇ ਨੇ ਜੀ, ਉਹਨਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਆਦਾਬ ਤੇ ਨਮਸਕਾਰ ਜੀ। ਢਿੱਲੋਂ ਸਾਹਿਬ, ਅੱਜ ਦੇ ਪ੍ਰੋਗਰਾਮ 'ਚ ਵੀ ਰੋਜ਼ਾਨਾ ਦੀ ਤਰ੍ਹਾਂ ਆਪਾਂ ਕੁਝ ਕਰੰਟ ਇਸ਼ੂਜ਼ ਤੇ ਚਲੰਤ ਮਾਮਲਿਆਂ ਤੇ ਗੱਲਬਾਤ ਕਰਾਂਗੇ ਆਪਣੇ ਦਰਸ਼ਕਾਂ ਨਾਲ। ਇੱਥੇ ਮੈਂ ਜਾਣਕਾਰੀ ਦੇ ਦੇਵਾਂ ਕਿ ਪੰਜਾਬੀ ਨੈਸ਼ਨਲ ਟੀਵੀ 24 ਘੰਟੇ 7 ਦਿਨ ਚੱਲਣ ਵਾਲਾ ਟੀਵੀ ਪ੍ਰੋਗਰਾਮ ਹੈ ਜੀ ਪੰਜਾਬੀ ਨੈਸ਼ਨਲ, ਅਤੇ ਇਸ ਨੂੰ ਤੁਸੀਂ ਪੰਜਾਬੀ national.tv ਪੰਜਾਬੀ national.ca ਤੋਂ ਇਲਾਵਾ ਜਿਹੜਾ ਸਾਡਾ ਪੰਜਾਬੀ ਨੈਸ਼ਨਲ ਦਾ ਫੇਸਬੁੱਕ ਪੇਜ ਹੈ ਜੀ ਉਸ 'ਤੇ ਦੇਖ ਸਕਦੇ ਹੋ। YouTube ਦੇ ਚੈਨਲ 'ਤੇ ਇਸ ਨੂੰ ਵਾਚ ਕਰ ਸਕਦੇ ਹੋ ਅਤੇ ਇਸ ਸਮੇਂ ਜਿਹੜਾ ਇਹ ਪ੍ਰੋਗਰਾਮ ਹੈ ਟੀਵੀ ਤੋਂ ਇਲਾਵਾ ਰੇਡੀਓ ਸੁਰਸੰਗਮ ਦੇ ਉੱਤੇ ਵੀ ਸੁਣਿਆ ਜਾ ਸਕਦਾ ਹੈ ਜੀ। ਇਸ ਪ੍ਰੋਗਰਾਮ ਦੇ ਮੇਨ ਸਪਾਂਸਰ ਨੇ ਮਰਸੀਡੀਜ਼ ਬੈਂਜ਼ ਕੰਟਰੀ ਹਿਲ ਤੋਂ ਗੌਰਵ ਸ਼ਰਮਾ ਜੀ। ਮਰਸੀਡੀਜ਼ ਬੈਂਜ਼ ਕੰਟਰੀ ਹਿਲ ਜਿਹੜਾ ਡੀਲਰਸ਼ਿਪ ਹੈ, ਸ਼ੋਰੂਮ ਹੈ, ਬਹੁਤ ਵੱਡਾ ਹੈ। 60-70 ਦੇ ਕਰੀਬ ਕਾਰਾਂ ਜਿਹੜੀਆਂ ਨੇ ਇਹਨਾਂ ਦੇ ਸ਼ੋਰੂਮ ਦੇ ਅੰਦਰ ਖੜੀਆਂ ਹੋ ਜਾਂਦੀਆਂ ਨੇ। ਸੋ ਸਰਦੀ ਹੋਵੇ, ਸਨੋ ਹੋਵੇ, ਠੰਡ ਹੋਵੇ, ਮੀਂਹ ਹੋਵੇ, ਤੁਸੀਂ ਅੰਦਰ ਜਾ ਕੇ ਕਾਰਾਂ ਜਿਹੜੀਆਂ ਨੇ ਚੈੱਕ ਕਰ ਸਕਦੇ ਹੋ। ਅਤੇ ਉੱਥੇ ਗੌਰਵ ਸ਼ਰਮਾ ਜੀ ਜਿਹੜੇ ਕਿ ਬ੍ਰਾਂਡ ਸਪੈਸ਼ਲਿਸਟ ਨੇ ਮਰਸੀਡੀਜ਼ ਬੈਂਜ਼ ਕੰਟਰੀ ਹਿਲ ਦੇ, ਉਹਨਾਂ ਨੂੰ ਮਿਲ ਸਕਦੇ ਹੋ। ਫੋਨ ਨੰਬਰ ਹੈ 403 903 6757 403 903 6757। ਹਰਪਿੰਦਰ ਸਿੱਧੂ ਇੰਸ਼ੋਰੈਂਸ ਐਕਸਪਰਟ ਨੇ। ਕੋਈ ਵੀ ਤੁਸੀਂ ਇੰਸ਼ੋਰੈਂਸ ਕਰਾਉਣੀ ਹੋਵੇ, ਲਾਈਫ ਇੰਸ਼ੋਰੈਂਸ, ਡਿਸੇਬਿਲਿਟੀ ਇੰਸ਼ੋਰੈਂਸ, RESP, ਤਾਂ ਹਰਪਿੰਦਰ ਸਿੱਧੂ ਜੀ ਨੂੰ 403 404 3500 ਤੇ ਤੁਸੀਂ ਫੋਨ ਕਰ ਸਕਦੇ ਹੋ। 403 404 3500। ਕੁਆਲਿਟੀ ਟਰਾਂਸਮਿਸ਼ਨ ਦੇ ਪਾਲੀ ਵਿਰਕ ਜੀ 403 228 0000। ਕਾਰਾਂ ਦੀ ਹਰ ਪ੍ਰਕਾਰ ਦੀ ਰਿਪੇਅਰ ਕਰਦੇ ਨੇ, ਟਰਾਂਸਮਿਸ਼ਨ ਦਾ ਕੰਮ ਕਰਦੇ ਨੇ। ਕੁਆਲਿਟੀ ਟਰਾਂਸਮਿਸ਼ਨ ਤੋਂ ਪਾਲੀ ਵਿਰਕ ਜੀ 403 228 0000। ਬ੍ਰਿਕ ਕਲੀਅਰੈਂਸ ਸੈਂਟਰ ਹਰ ਵੀਕਐਂਡ ਤੇ ਕਲੀਅਰੈਂਸ ਦੀ ਜਿਹੜੀ ਇਹ ਸੇਲ ਲੱਗਦੀ ਹੈ। ਬਹੁਤ ਸਸਤਾ ਫਰਨੀਚਰ ਤੇ ਵਧੀਆ ਫਰਨੀਚਰ ਇਹ ਦਿੰਦੇ ਨੇ। ਤੁਸੀਂ ਕੋਈ ਵੀ ਘਰ ਦਾ ਫਰਨੀਚਰ ਲੈਣਾ ਹੋਵੇ ਤਾਂ ਬ੍ਰਿਕ ਕਲੀਅਰੈਂਸ ਸੈਂਟਰ ਤੇ ਜਾ ਸਕਦੇ ਹੋ। ਫਰਾਈਡੇ, ਸੈਟਰਡੇ, ਸੰਡੇ ਜਿਹੜੀ 3 ਦਿਨ ਦੀ ਸੇਲ ਲਗਾਉਂਦੇ ਨੇ, ਉਸ ਸੇਲ ਦੀ ਡਿਟੇਲ ਛਪਦੀ ਹੈ ਜੀ ਪੰਜਾਬੀ ਨੈਸ਼ਨਲ ਜੋ ਵੀਕਲੀ ਨਿਊਜ਼ਪੇਪਰ ਹੈ ਉਸ ਦੇ ਵਿੱਚ। ਉੱਥੋਂ ਤੁਸੀਂ ਸੇਲ ਦੀ ਡਿਟੇਲ ਲੈ ਕੇ ਬ੍ਰਿਕ ਕਲੀਅਰੈਂਸ ਸੈਂਟਰ ਤੇ ਪਹੁੰਚ ਸਕਦੇ ਹੋ। ਬ੍ਰਿਕ ਕਲੀਅਰੈਂਸ ਸੈਂਟਰ 3451 ਸਨਰਿਜ ਵੇ, ਨਾਰਥ ਈਸਟ ਕੈਲਗਰੀ। ਫੋਨ ਨੰਬਰ 403 726 6200 403 726 6200। ਲਾਈਟ ਸਪੀਡ ਲੌਜਿਸਟਿਕ ਵਾਲੇ ਹਾਇਰਿੰਗ ਕਰ ਰਹੇ ਨੇ ਜੀ ਹਾਂ। ਇਹਨਾਂ ਨੂੰ ਓਨਰ ਆਪਰੇਟਰ ਚਾਹੀਦੇ ਨੇ ਅਲਬਰਟਾ BC ਲੇਨ ਵਾਸਤੇ। $1.80 ਪਰ ਮਾਈਲ ਪੇ ਕਰ ਰਹੇ ਨੇ ਲਾਈਟ ਸਪੀਡ ਲੌਜਿਸਟਿਕ ਵਾਲੇ। ਫੋਨ ਨੰਬਰ ਹੈ ਜੀ ਉਹਨਾਂ ਦਾ 403 483 2802 403 483 2802 ਤੇ ਲਾਈਟ ਸਪੀਡ ਲੌਜਿਸਟਿਕ ਵਾਲਿਆਂ ਨੂੰ ਤੁਸੀਂ ਫੋਨ ਕਰ ਸਕਦੇ ਹੋ ਜੀ। ਇਹ ਨੇ ਜੀ ਸਾਡੇ ਸਪਾਂਸਰ, ਜਿਨ੍ਹਾਂ ਦੇ ਅਸੀਂ ਬਹੁਤ ਧੰਨਵਾਦੀ ਹਾਂ, ਜਿਨ੍ਹਾਂ ਦੇ ਸਹਿਯੋਗ ਨਾਲ ਢਿੱਲੋਂ ਸਾਹਿਬ ਅਸੀਂ ਇਹ ਪ੍ਰੋਗਰਾਮ ਸਾਡੇ ਦਰਸ਼ਕਾਂ ਤੱਕ, ਸਾਡੇ ਸਰੋਤਿਆਂ ਤੱਕ ਪਹੁੰਚਾਉਂਦੇ ਹਾਂ। ਤੇ ਪ੍ਰੋਗਰਾਮ ਦੇ ਸ਼ੁਰੂ ਵਿੱਚ ਮੌਸਮ ਦਾ ਹਾਲ ਜ਼ਰੂਰ ਸਾਂਝਾ ਕਰੀਦਾ ਹੈ। ਮੌਸਮ ਦੇ ਹਾਲ ਦੀ ਡਿਟੇਲ ਇੱਕ ਵਾਰੀ ਮੈਂ ਸਾਂਝੀ ਕਰ ਲਵਾਂ ਤੇ ਉਸ ਤੋਂ ਬਾਅਦ ਫਿਰ ਅੱਗੇ ਵਧਦੇ ਹਾਂ। ਕੈਲਗਰੀ ਸ਼ਹਿਰ ਦੇ ਵਿੱਚ ਇਸ ਸਮੇਂ 1 ਡਿਗਰੀ ਸੈਲਸੀਅਸ ਜਿਹੜਾ ਹੈ ਜੀ ਤਾਪਮਾਨ ਹੈ ਅਤੇ ਥੋੜ੍ਹੀ ਜਿਹੀ ਬੱਦਲਵਾਈ। ਐਡਮਿੰਟਨ ਦੇ ਵਿੱਚ ਇਸ ਸਮੇਂ ਤਾਪਮਾਨ ਜਿਹੜਾ ਹੈ 2 ਡਿਗਰੀ ਸੈਲਸੀਅਸ ਹੈ ਅਤੇ ਥੋੜ੍ਹੀ ਜਿਹੀ ਬੱਦਲਵਾਈ ਹੈ। ਵੈਨਕੂਵਰ ਦੇ ਵਿੱਚ ਇਸ ਸਮੇਂ ਤਾਪਮਾਨ ਜਿਹੜਾ ਹੈ ਜੀ 7 ਡਿਗਰੀ ਸੈਲਸੀਅਸ ਹੈ ਅਤੇ ਟੋਰਾਂਟੋ ਦੇ ਵਿੱਚ ਇਸ ਸਮੇਂ ਤਾਪਮਾਨ ਜਿਹੜਾ ਹੈ ਜੀ ਉਹ 0 ਡਿਗਰੀ ਸੈਲਸੀਅਸ ਹੈ। ਇਹ ਹੈ ਕੈਲਗਰੀ, ਐਡਮਿੰਟਨ, ਵੈਨਕੂਵਰ, ਟੋਰਾਂਟੋ, ਕੈਨੇਡਾ ਦੇ 4 ਸ਼ਹਿਰਾਂ ਦੇ ਮੌਸਮ ਦਾ ਹਾਲ। ਜੇਕਰ ਭਾਰਤ ਦੇ ਕੁਝ ਸ਼ਹਿਰਾਂ ਦੀ ਗੱਲ ਕਰੀਏ ਤਾਂ ਨਵੀਂ ਦਿੱਲੀ ਦੇ ਵਿੱਚ ਇਸ ਸਮੇਂ ਤਾਪਮਾਨ ਜਿਹੜਾ ਹੈ 9 ਡਿਗਰੀ ਸੈਲਸੀਅਸ ਹੈ ਅਤੇ ਅਸਮਾਨ ਸਾਫ਼। ਚੰਡੀਗੜ੍ਹ ਦੇ ਵਿੱਚ ਤਾਪਮਾਨ ਜਿਹੜਾ ਹੈ 8 ਡਿਗਰੀ ਸੈਲਸੀਅਸ। ਲੁਧਿਆਣਾ ਦੇ ਵਿੱਚ ਤਾਪਮਾਨ ਜਿਹੜਾ 9 ਡਿਗਰੀ ਸੈਲਸੀਅਸ ਤੇ ਜਲੰਧਰ ਦੇ ਵਿੱਚ ਤਾਪਮਾਨ ਜਿਹੜਾ ਹੈ 7 ਡਿਗਰੀ ਸੈਲਸੀਅਸ ਤਾਪਮਾਨ। ਇਹ ਹੈ ਜੀ ਕੈਨੇਡਾ ਤੇ ਇੰਡੀਆ ਦੇ ਕੁਝ ਸ਼ਹਿਰਾਂ ਦੇ ਮੌਸਮ ਦਾ ਹਾਲ। ਇਸ ਸਮੇਂ ਢਿੱਲੋਂ ਸਾਹਿਬ ਜਿਸ ਤਰ੍ਹਾਂ ਦਾ ਮੌਸਮ ਕੈਲਗਰੀ ਦੇ ਵਿੱਚ ਚੱਲ ਰਿਹਾ ਕਿ ਬੜੇ ਲੰਬੇ ਸਮੇਂ ਬਾਅਦ ਠੰਡ ਜਿਹੜੀ ਹੈ ਜਾਂ ਸਨੋ ਘੱਟ ਪੈ ਰਹੀ ਹੈ ਜੀ। ਹਾਂਜੀ, ਮੈਂ ਜੇ ਪਿਛਲੇ 10 ਸਾਲ ਦਾ ਐਕਸਪੀਰੀਅੰਸ ਆਪਣਾ ਦੇਖਾਂ ਜੀ ਤੇ ਮੈਂ ਐਸੀ ਜਨਵਰੀ ਨਹੀਂ ਦੇਖੀ। ਮੇਰੇ ਵਾਸਤੇ ਬਹੁਤ ਵਧੀਆ ਐਕਸਪੀਰੀਅੰਸ ਆ ਕਿ ਮੈਂ ਤੇ ਕਈ ਆਪਣੇ ਫਰੈਂਡ ਸਰਕਲ 'ਚ ਗੱਲ ਕਰਦਾ ਹਾਂ। ਤੁਹਾਡੇ ਨਾਲ ਵੀ ਗੱਲ ਹੋ ਰਹੀ ਸੀ 2 ਦਿਨ ਪਹਿਲਾਂ ਕਿ ਇਹੋ ਜਿਹੀ ਸਰਦੀ ਤਾਂ ਭਾਵੇਂ ਹਰ ਵਾਰੀ ਰਵੇ, ਕੋਈ ਚੱਕਰ ਨਹੀਂ ਗਾ, ਕੋਈ ਇਤਰਾਜ਼ ਨਹੀਂ ਜੀ। ਹਾਂਜੀ ਬਿਲਕੁਲ ਜੀ, ਕਿਉਂਕਿ ਆਪਾਂ ਇਹਨਾਂ ਦਿਨਾਂ ਦੇ ਵਿੱਚ ਟੈਂਪਰੇਚਰ ਜਿਹੜੇ ਨੇ -25 -35 -40 ਤੱਕ ਵੀ ਐਕਸਪੀਰੀਅੰਸ ਜਿਹੜੇ ਨੇ ਉਹ ਕੀਤੇ ਨੇ। ਸੋ ਉਸ ਦੇ ਕੰਪੈਰੀਜ਼ਨ ਦੇ ਵਿੱਚ ਪੋਜ਼ਿਟਿਵ ਹੋਣਾ ਟੈਂਪਰੇਚਰ ਦਾ
ਆਪਣੇ ਆਪ ਦੇ ਵਿੱਚ ਬਹੁਤ ਹੀ ਵਧੀਆ ਜੀ। ਐਕਸਪੀਰੀਅੰਸ ਹੈ, ਲੇਕਿਨ ਮੇਰੇ ਖਿਆਲ 80-82 ਸਾਲ ਦੇ ਬਾਅਦ ਕਹਿੰਦੇ ਇਹ ਚੀਜ਼ ਰਿਪੀਟ ਹੋਈ ਹੈ ਜੀ। ਵੈਸੇ ਇਹ ਹੈ ਕਿ ਜੋ এনवायरमेंट ਦੇ ਹਿਸਾਬ ਨਾਲ ਵੈਸੇ ਸਨੋ ਪੈਣੀ ਵੀ ਬਹੁਤ ਜ਼ਰੂਰੀ ਹੈ, ਹਾਂਜੀ, ਖਾਸ ਤੌਰ ਤੇ ਫਾਰਮਰਸ ਦੇ ਲਈ ਹਾਂਜੀ। ਜਿਹੜੀ ਹੈ ਸਨੋ ਬਹੁਤ ਜ਼ਰੂਰੀ ਹੈ। ਸੋ ਜਿੰਨੀ ਕੁ ਲੋੜ ਹੈ ਉਨੀ ਕੁ ਤਾਂ ਪੈ ਜਾਵੇ, ਪਰ ਇਹ ਹੈ ਕਿ ਰੋਡ ਕੰਡੀਸ਼ਨਸ ਵਧੀਆ ਰਹਿਣ, ਕਿਉਂਕਿ ਜਦੋਂ ਰੋਡ ਕੰਡੀਸ਼ਨ ਵਧੀਆ ਹੁੰਦੀਆਂ ਨੇ ਐਕਸੀਡੈਂਟ ਵੀ ਘੱਟ ਹੁੰਦੇ ਨੇ। ਬਿਲਕੁਲ, ਸੋ ਕਾਫੀ ਹਾਂਜੀ, ਜਿਹੜੀ ਜਿਨ੍ਹਾਂ ਨੇ ਕਮਿਊਟ ਕਰਨੀ ਹੈ ਜੀ ਉਹਨਾਂ ਵਾਸਤੇ ਬਹੁਤ ਦਿੱਕਤਾਂ ਬਹੁਤ ਵੱਧ ਔਖਾ ਹੋ ਜਾਂਦੀਆਂ। ਜਾਂਦਾ ਜੀ। ਜੀ। ਸੋ ਇਹ ਵੈਦਰ ਹੈ ਜੀ। ਤੋਂ ਅੱਜ ਦੀਆਂ ਮੁੱਖ ਸੁਰਖੀਆਂ ਆਪਣੇ ਦਰਸ਼ਕਾਂ ਨਾਲ, ਪੰਜਾਬੀ ਨੈਸ਼ਨਲ ਦੇ ਦਰਸ਼ਕਾਂ ਨਾਲ ਤੇ ਰੇਡੀਓ ਸੁਰ ਸੰਗਮ ਦੇ ਸਰੋਤਿਆਂ ਨਾਲ ਸਾਂਝੀਆਂ ਕਰਦੇ ਹਾਂ ਜੀ। ਸੋ ਅੱਜ ਦੀਆਂ ਮੁੱਖ ਸੁਰਖੀਆਂ ਇਸ ਪ੍ਰਕਾਰ ਨੇ ਜੀ। ਐਡਮਿੰਟਨ ਤੋਂ MP ਟਿਮੋਪਲ, ਬਰੈਂਪਟਨ ਤੋਂ MPP ਪ੍ਰਭਮੀਤ ਸਿੰਘ ਸਰਕਾਰੀਆ ਤੇ ਹੋਰਨਾਂ ਦੀ ਪਹਿਲ ਕਦਮੀ ਸਦਕਾ ਖਾਲਸਾ ਏਡ ਨੋਬਲ ਸ਼ਾਂਤੀ ਪੁਰਸਕਾਰ ਲਈ ਨਾਮਜ਼ਦ ਹੋਇਆ ਹੈ ਜੀ। ਅਮਰੀਕਾ ਦੇ ਰਾਸ਼ਟਰਪਤੀ ਇਲੈਕਟ ਜੋਏ ਬਾਈਡਨ ਵੱਲੋਂ ਕੀਸਟੋਨ ਪਾਈਪਲਾਈਨ ਰੱਦ ਕਰਨ ਦੇ ਅਸਾਰ, ਅਲਬਰਟਾ ਪ੍ਰੀਮੀਅਰ ਜੈਸਨ ਕੈਨੀ ਵੱਲੋਂ ਫੈਸਲੇ ਤੇ ਮੁੜ ਵਿਚਾਰ ਕਰਨ ਦੀ ਅਪੀਲ ਕੀਤੀ ਗਈ ਹੈ। ਅਲਬਰਟਾ ਵਿੱਚ ਕਰੋਨਾ ਦੇ ਕੇਸਾਂ ਦੇ ਵਿੱਚ ਕਮੀ ਆਉਣੀ ਸ਼ੁਰੂ ਹੈ। ਪਿਛਲੇ 24 ਘੰਟਿਆਂ ਦੌਰਾਨ 474 ਨਵੇਂ ਕੇਸ ਸਾਹਮਣੇ ਆਏ ਨੇ ਜੀ। ਕਰੋਨਾ ਕਰਕੇ ਕੈਲਗਰੀ ਟ੍ਰਾਂਜ਼ਿਟ ਦਾ ਘਾਟਾ 90 ਮਿਲੀਅਨ ਨੂੰ ਪੁੱਜਾ ਹੈ। ਸਾਲ 2020 ਵਿੱਚ 52 ਮਿਲੀਅਨ ਲੋਕਾਂ ਨੇ ਕੀਤਾ ਸੀ ਸਫ਼ਰ, ਜਦੋਂ ਕਿ ਸਾਲ 2019 ਵਿੱਚ ਇਹ ਗਿਣਤੀ 106.4 ਮਿਲੀਅਨ ਸੀਗੀ ਜੀ। ਅਲਬਰਟਾ ਦੇ ਵਿੱਚ ਕੋਵਿਡ-19 ਟੀਕੇ ਦਾ ਸਟਾਕ ਖਤਮ ਹੋਣ ਨੇੜੇ ਹੈ। ਸਿਹਤ ਵਿਭਾਗ ਵੱਲੋਂ ਅਪਾਇੰਟਮੈਂਟਾਂ ਬੁੱਕ ਕਰਨੀਆਂ ਬੰਦ ਕਰ ਦਿੱਤੀਆਂ ਗਈਆਂ ਨੇ। ਸਿਟੀ ਆਫ ਐਡਮਿੰਟਨ ਵੱਲੋਂ ਪ੍ਰਾਈਵੇਟ ਸਕੂਲ ਨੂੰ ਜ਼ਮੀਨ ਵੇਚਣ ਤੇ ਐਡਮਿੰਟਨ ਸਕੂਲ ਬੋਰਡ ਵੱਲੋਂ ਸਖਤ ਵਿਰੋਧ ਪ੍ਰਗਟਾਇਆ ਜਾ ਰਿਹਾ ਹੈ ਜੀ। 22 ਮਹੀਨਿਆਂ ਦੀ ਪਾਬੰਦੀ ਤੋਂ ਬਾਅਦ ਕੈਨੇਡਾ ਵਿੱਚ ਬੋਇੰਗ 737 ਦੀਆਂ ਉਡਾਨਾਂ ਨੂੰ ਹਰੀ ਝੰਡੀ, ਬੁੱਧਵਾਰ ਤੋਂ ਫਿਰ ਉੱਡਣਗੇ ਜਹਾਜ਼। ਰਜ਼ਾਈਨਾ ਵਿੱਚ ਕੈਲਗਰੀ ਦੇ 2 ਵਿਅਕਤੀ ਨਸ਼ੀਲੇ ਪਦਾਰਥਾਂ ਸਮੇਤ ਕਾਬੂ ਕੀਤੇ ਗਏ ਨੇ। ਐਂਟੀ ਗੈਗ ਦੇ ਮੁਖੀ ਮਾਈਕ ਲਿਜ਼ਾਜ਼ ਨੂੰ ਸਰੀ ਪੁਲਿਸ ਦਾ ਡਿਪਟੀ ਥਾਪਿਆ ਗਿਆ ਹੈ ਜੀ। ਸ਼ਨੀਵਾਰ ਨੂੰ ਹੋਏ NHL ਦੇ ਇੱਕ ਮੈਚ ਵਿੱਚ ਕੈਲਗਰੀ ਫਲੇਮਜ਼ ਨੇ ਵੈਨਕੂਵਰ ਕਨੈਕਸ ਨੂੰ 3-0 ਦੇ ਫਰਕ ਨਾਲ ਹਰਾ ਦਿੱਤਾ ਹੈ ਜੀ। ਇਹ ਹਨ ਅੱਜ ਦੀਆਂ ਮੁੱਖ ਸੁਰਖੀਆਂ। ਅੱਜ ਦੀ ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਢਿੱਲੋਂ ਸਾਹਿਬ ਇੱਕ ਵਾਰੀ ਮੈਂ ਫਿਰ ਆਪਣੇ ਦਰਸ਼ਕਾਂ ਨੂੰ ਦੱਸ ਦੇਵਾਂ ਕਿ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ, ਮੰਡੇ ਤੋਂ ਲੈ ਕੇ ਫਰਾਈਡੇ, ਸ਼ਾਮ ਨੂੰ ਕੈਲਗਰੀ ਐਡਮਿੰਟਨ ਦੇ ਸਮੇਂ ਮੁਤਾਬਕ ਸ਼ਾਮ ਨੂੰ 7 ਵਜੇ ਤੋਂ ਲੈ ਕੇ 8 ਵਜੇ ਤੱਕ ਪੰਜਾਬੀ ਨੈਸ਼ਨਲ ਪ੍ਰਾਈਮ ਟਾਈਮ ਇਹ ਪ੍ਰੋਗਰਾਮ ਅਸੀਂ ਪੇਸ਼ ਕਰਦੇ ਹਾਂ। ਇਹ ਪ੍ਰੋਗਰਾਮ ਜਿੱਥੇ ਪੰਜਾਬੀ ਨੈਸ਼ਨਲ TV ਤੇ ਘਰਾਂ 'ਚ ਦੇਖਿਆ ਜਾ ਸਕਦਾ, ਉੱਥੇ ਸਾਡੇ ਫੇਸਬੁੱਕ ਪੇਜ ਦੇ ਉੱਤੇ ਵੀ ਇਸ ਪ੍ਰੋਗਰਾਮ ਨੂੰ ਤੁਸੀਂ ਲਾਈਵ ਦੇਖ ਸਕਦੇ ਹੋ ਜੀ। ਇੱਥੇ ਆਪ ਦੀ ਜਾਣਕਾਰੀ ਲਈ ਅਸੀਂ ਇਹ ਵੀ ਦੱਸ ਦਈਏ ਜੀ ਕਿ ਇਸ ਪ੍ਰੋਗਰਾਮ ਦੇ ਵਿੱਚ ਜਿੱਥੇ ਕਿ ਅਸੀਂ ਕਰੰਟ ਇਸ਼ੂਜ਼ ਦੇ ਉੱਤੇ ਗੱਲਬਾਤ ਕਰਦੇ ਹਾਂ, ਉੱਥੇ ਨਾਲ ਨਾਲ ਇੱਕ ਸਵਾਲ ਵੀ ਪ੍ਰੋਗਰਾਮ ਦੇ ਵਿੱਚ ਪੁੱਛਦੇ ਹਾਂ। ਸਹੀ ਜਵਾਬ ਦੇਣ ਵਾਲੇ ਨੂੰ $25 ਦਾ ਜਿਹੜਾ ਹੈ ਜੀ Amazon ਦਾ ਗਿਫਟ ਕਾਰਡ ਵੀ ਇਨਾਮ ਦੇ ਵਿੱਚ ਦਿੱਤਾ ਜਾਂਦਾ ਹੈ ਜੀ। ਇਸ ਤੋਂ ਬਾਅਦ ਜਿਹੜਾ ਇਸ ਪ੍ਰੋਗਰਾਮ ਤੋਂ ਬਾਅਦ 8 ਤੋਂ 9 ਸਾਡੀ ਜਿਹੜੀ ਸਾਂਝ ਪੈਂਦੀ ਹੈ ਜੀ, ਉਹ ਰੇਡੀਓ ਦੇ ਪ੍ਰੋਗਰਾਮਾਂ ਦੇ ਵਿੱਚ ਪੈਂਦੀ ਹੈ, ਜੋ ਕਿ ਰੇਡੀਓ ਸੁਰ ਸੰਗਮ ਅਤੇ 94.7 FM ਦੇ ਉੱਤੇ ਅਸੀਂ ਗੱਲਬਾਤ ਕਰਦੇ ਹਾਂ ਤੇ ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਨਾਲ ਰੇਡੀਓ ਦੇ ਪ੍ਰੋਗਰਾਮਾਂ ਵਿੱਚ ਗੱਲਬਾਤ ਕਰਦੇ ਹਾਂ ਜੀ। ਸੋ ਅੱਜ ਜਿਹੜੇ ਹੈ ਜੀ, ਅੱਜ ਦੇ ਇਸ਼ੂਜ਼ ਦੇ ਉੱਤੇ ਆਪਾਂ ਗੱਲਬਾਤ ਵੱਲ ਅੱਗੇ ਵਧਦੇ ਹਾਂ ਜੀ। ਸਭ ਤੋਂ ਜ਼ਿਆਦਾ ਵੱਡਾ ਝਟਕਾ ਜਿਹੜਾ ਹੈ ਜੀ, ਉਹ ਕੀਸਟੋਨ ਪਾਈਪਲਾਈਨ ਨੂੰ ਲੈ ਕੇ ਜਿਹੜੀਆਂ ਨਿਊਜ਼ ਆ ਰਹੀਆਂ ਨੇ ਢਿੱਲੋਂ ਸਾਹਿਬ, ਉਸ ਨੂੰ ਲੈ ਕੇ ਅਲਬਰਟਾ ਵਾਸੀ ਜਾਂ ਜਿਹੜੀ ਇੱਥੋਂ ਦੇ ਸਿਆਸਤਦਾਨ ਨੇ ਉਹ ਚਿੰਤਾ ਦੇ ਵਿੱਚ ਦਿਖ ਰਹੇ ਨੇ ਜੀ। ਕੀ ਨਿਊਜ਼ ਹੈ? ਰਣਜੀਤ ਜੀ, ਬਿਲਕੁਲ ਦੇਖੋ, ਜਦੋਂ ਤੁਹਾਡੇ ਕੋਲ ਤੁਸੀਂ ਇਹ ਵਰਲਡ ਦੇ ਆਲਮੋਸਟ 3rd ਲਾਰਜੈਸਟ ਆਇਲ ਰਿਜ਼ਰਵਸ ਤੇ ਤੁਸੀਂ ਬੈਠੇ ਹੋ ਜੀ, ਤੇ ਤੁਹਾਡੀ ਇਕਨੋਮੀ ਜਿਹੜੀ ਹੈਗੀ ਆ, ਅਗਰ ਉਹ ਆਇਲ ਦੇ ਉੱਤੇ ਇੰਨਾ ਹਿਊਜ ਡਿਪੈਂਡੈਂਸ ਹੋਵੇ ਤੇ ਡੈਫੀਨੇਟ ਹੈ ਕਿ ਕੋਈ ਵੀ ਜਿਹੜਾ ਪ੍ਰੀਮੀਅਰ ਹੋਏਗਾ ਜਾਂ ਜਿਹੜੇ ਐਲਬਰਟਨਸ ਐਜ਼ ਸੱਚ ਹੈਗੇ ਨੇ, ਉਹਨਾਂ ਨੂੰ ਇਹੋ ਜਿਹੀ ਨਿਊਜ਼ ਸੁਣ ਕੇ ਡੈਫੀਨੇਟ ਹੈ ਜੀ ਝਟਕਾ ਲੱਗਣਾ। ਔਰ ਇੱਕ ਬੈਡ ਪੈਚ ਜਿਹੜਾ ਚੱਲ ਰਿਹਾ ਆ, ਕਿਉਂਕਿ ਆਪਾਂ ਪਹਿਲਾਂ ਰਿਸੈਸ਼ਨ ਦੇਖਿਆ, ਫਿਰ ਆਇਲ ਦੀਆਂ ਉਸ ਤੋਂ ਪਹਿਲਾਂ ਵੀ ਪ੍ਰਾਈਸਿਸ ਵਰਲਡ ਦੇ ਜਿਹੜਾ ਆਇਲ ਪ੍ਰਾਈਸਿਸ ਕ੍ਰੈਸ਼ ਹੋਈਆਂ ਸੀਗੀਆਂ, ਉਹਦੇ ਇੰਪੈਕਟ ਹੇਠ ਆਇਲ ਦਾ ਜਿਹੜਾ ਪ੍ਰਾਈਸਿਸ ਸੀ ਥੱਲੇ ਗਈਆਂ। ਉਦੋਂ ਐਲਬਰਟਾ ਨੇ ਝਟਕਾ ਖਾਧਾ ਤੇ ਜੇ ਬਹੁਤ ਜ਼ਿਆਦਾ ਪ੍ਰੈਸ਼ਰ ਬਿਲਟ ਸੀਗਾ ਹੋਇਆ ਫੈਡਰਲ ਸਰਕਾਰ ਦੇ ਉੱਤੇ ਕਿ ਜਿਹੜੀ ਕਿੰਡਰ ਮੋਰਗਨ ਪਾਈਪਲਾਈਨ ਹੈਗੀ ਆ, ਉਹਨੂੰ ਇੱਕ ਅਮਲੀ ਜਾਮਾ ਜਿਹੜਾ ਆ ਪਹਿਨਾਇਆ ਜਾਵੇ, ਉਹਨੂੰ ਇੱਕ ਫਾਈਨਲ ਸ਼ੇਪ ਦੇ ਕੇ ਉਹਨੂੰ ਪ੍ਰੈਕਟੀਕਲ ਰਿਐਲਿਟੀ 'ਚ ਕਨਵਰਟ ਕੀਤਾ ਜਾਵੇ ਔਰ ਕੰਸਟਰਕਸ਼ਨ ਕੀਤੀ ਜਾਵੇ, ਤਾਂ ਕਿ ਜਿਹੜੀ ਕਪੈਸਿਟੀ ਹੈਗੀ ਹੈ ਕਰੂਡ ਆਇਲ ਦੀ ਮੂਵਮੈਂਟ ਦੀ, ਉਹ ਉੱਧਰ ਜ਼ੋਰ ਲੱਗ ਕੇ ਉਹਦੀ ਕਪੈਸਿਟੀ ਇੰਕਰੀਜ਼ ਕੀਤੀ ਜਾਵੇ। ਦੂਸਰੇ ਪਾਸੇ ਕੀਸਟੋਨ ਜਿਹੜੀ ਪਾਈਪਲਾਈਨ ਹੈਗੀ ਹੈ, ਇਹ $8 ਬਿਲੀਅਨ ਦਾ ਪ੍ਰੋਜੈਕਟ ਆ ਤੇ ਇਹਦੇ ਤੇ ਆਲਮੋਸਟ ਇਹ 1897-98 ਕਿਲੋਮੀਟਰ ਜਿਹੜੀ ਹੈਗੀ ਹੈ ਉਹ ਲੰਬੀ ਪਾਈਪਲਾਈਨ ਹੈਗੀ ਹੈ, ਜਿਹੜੀ ਹਰਸਟੀ ਅਲਬਰਟਾ ਤੋਂ ਆਲਮੋਸਟ ਜਿਹੜੀ ਆ ਉਹ ਹਿਊਸਟਨ ਤੱਕ ਜਿਹੜੀ ਹੈ ਉਹ ਜਾਣੀ ਸੀਗੀ। ਹੁਣ ਜਦੋਂ ਜੋ ਬਾਈਡਨ ਦੀ ਪ੍ਰੈਜ਼ੀਡੈਂਸੀ ਜਿਹੜੀ ਹੈ ਉਹ ਹੁਣ ਆਲਮੋਸਟ ਮੇਰੇ ਖਿਆਲ 2 ਜਾਂ 3 ਦਿਨ ਰਹਿ ਗਏ ਨੇ, 20 ਤਰੀਕ ਨੂੰ ਉਹਨਾਂ ਦੀ ਇਨਾਗੂਰੇਸ਼ਨ ਹੋ ਜਾਣੀ ਹੈ ਤੇ ਉਹਨਾਂ ਨੇ ਪਹਿਲੇ ਹੀ ਦਿਨ
ਕੁਝ ਹਾਰਡ ਡਿਸੀਜਨਸ ਜਿਹੜੇ ਨੇ ਉਹ ਲੈਣ ਦਾ ਫੈਸਲਾ ਕੀਤਾ ਆ। ਹੁਣ ਇਹ ਜਿਹੜੀ ਲਿਸਟ ਆ ਉਹਨਾਂ ਦੇ ਹਾਰਡ ਡਿਸੀਜਨਸ ਦੀ, ਇਹ ਇੱਕ ਮੈਮੋ ਦੇ ਰਾਹੀਂ ਜਿਹੜੇ ਉਹਨਾਂ ਦੇ ਬਾਈਡਨ ਦੇ ਚੀਫ ਆਫ ਸਟਾਫ ਹੈਗੇ ਨੇ ਰੋਨਾਲਡ ਕਲਾਈਨ, ਉਹਨਾਂ ਦੇ ਮੈਮੋ ਤੋਂ ਬੇਸਿਕਲੀ ਇਹ ਜਿਹੜੀਆਂ ਅਫਵਾਹਾਂ ਕਹਿ ਲਓ ਜਾਂ ਇਹ ਨਿਊਜ਼ ਜਿਹੜੀ ਹੈਗੀ ਆ ਉਹ ਟ੍ਰਿਕਲ ਡਾਊਨ ਹੋਈ ਆ, ਇਹ ਉੱਥੋਂ ਓਰੀਜੀਨੇਟ ਹੋਈ ਆ। ਹਾਲਾਂਕਿ ਕਿਹਾ ਜਾਂਦਾ ਹੈ ਕਿ ਜਿਹੜਾ ਮੈਮੋ ਡਿਸਕਸ ਹੋ ਰਿਹਾ ਆ, ਜਿੱਥੇ ਤੋਂ ਇਹ ਸਾਰੀਆਂ ਨਿਊਜ਼ ਨਿਕਲੀਆਂ ਨੇ, ਉਹਦੇ ਵਿੱਚ ਕਿੰਡਰਗਾਰਟਨ ਜਿਹੜੀ ਹੈ ਉਹ ਕੀਸਟੋਨ ਦਾ ਉਹਦੇ 'ਚ ਜ਼ਿਕਰ ਨਹੀਂ ਹੈਗਾ। ਪਰ ਫਿਰ ਵੀ ਜਿਹੜੇ ਇੰਟਰਨਲ ਜਿਹੜੇ ਸੋਰਸਿਸ ਨੇ ਉਹ ਕਹਿ ਰਹੇ ਨੇ ਕਿ ਉਹ ਕਿਉਂਕਿ ਉਹ ਮੈਮੋ ਕੰਪਲੀਟ ਨਹੀਂ ਆ। ਜੇ ਕੰਪਲੀਟ ਲਿਸਟ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਕੀਸਟੋਨ ਪਾਈਪਲਾਈਨ ਦਾ ਜਿਹੜਾ ਪਰਮਿਟ ਹੈਗਾ ਉਹਦੀ ਕੈਂਸਲੇਸ਼ਨ ਦੀ ਗੱਲ ਜਿਹੜੀ ਹੈ ਉਹ ਜੋ ਬਾਈਡਨ ਦੇ ਟੌਪ ਪ੍ਰਾਇੋਰਟੀ ਤੇ ਹੈਗੀ ਹੈ। ਸੋ ਆਪਾਂ ਇਹ ਮੰਨ ਕੇ ਚੱਲੀਏ, ਅੱਜ ਜਦੋਂ ਆਪਾਂ ਗੱਲ ਕਰ ਰਹੇ ਹਾਂ ਕਿ ਉਹਨਾਂ ਨੇ ਆਪਣੇ ਪਹਿਲੇ ਦਿਨ ਜਾਂ 24 ਘੰਟਿਆਂ ਦੇ ਵਿੱਚ ਜਿਹੜੇ ਫੈਸਲੇ ਲੈਣੇ ਨੇ, ਉਹਦੇ ਵਿੱਚੋਂ ਇਹ ਇੱਕ ਫੈਸਲਾ ਹੋਣ ਦੀ ਪੋਸੀਬਿਲਿਟੀ ਬਹੁਤ ਜ਼ਿਆਦਾ ਹੈ ਜੀ। ਡੈਫੀਨਿਟ ਹੈ, ਜਿਸ ਤਰ੍ਹਾਂ ਆਪਾਂ ਪਹਿਲਾਂ ਵੀ ਜ਼ਿਕਰ ਕੀਤਾ, ਇਹਦੇ 'ਚ ਹਿਊਜ ਸੈਟਬੈਕ ਆ ਐਲਬਰਟਾ ਨੂੰ, ਜਿਹਦੇ 'ਚ 8,30,000 ਬੈਰਲ ਕਰੂਡ ਆਇਲ ਜਿਹੜਾ ਆ ਉਹ ਸ਼ਿਪ ਹੋਣ ਦੀ ਜਿਹੜੀ ਪਲਾਨ ਆ ਉਹ ਇੱਕ ਤਰੀਕੇ ਨਾਲ ਫੁੱਲ ਸਟਾਪ ਲੱਗ ਜਾਂਦਾ ਜੀ। ਦੂਸਰੀ ਗੱਲ ਹੈ, ਅਲਬਰਟਾ ਗਵਰਨਮੈਂਟ ਨੇ ਵੀ 1.5 ਬਿਲੀਅਨ ਡਾਲਰ ਜਿਹੜੀ ਸੀ ਇਨਵੈਸਟਮੈਂਟ ਇਹਦੇ ਆਲਰੇਡੀ ਇਨਵੈਸਟ ਕਰ ਚੁੱਕੇ ਨੇ, ਹਾਂਜੀ, ਕੀਤੀ ਹੋਈ ਸੀਗੀ। ਸੋ ਕਾਫੀ ਸਾਰਾ ਜ਼ੋਰ ਜਿਹੜਾ ਆ ਉਹ ਇਸ ਪੱਖੋਂ ਡੈਫੀਨਿਟ ਹੈ ਅਲਬਰਟਾ ਵਾਸਤੇ ਡੈਸਪਰੇਸ਼ਨ ਸੀਗੀ, ਉਹ ਲੱਗਣਾ ਜ਼ਰੂਰੀ ਸੀਗਾ। ਜਿਹੜੇ ਕਈ ਕੁਆਟਰਸ ਤੋਂ ਇਹ ਗੱਲ ਕਹੀ ਜਾ ਰਹੀ ਹੈ ਕਿ ਕਿਉਂਕਿ ਜੋ ਬਾਈਡਨ ਨੇ ਜਿਹੜੀ ਜਿੱਤ ਪ੍ਰਾਪਤ ਕੀਤੀ ਹੈ ਤੇ ਉਹ ਜਿਹੜੇ ਜਿੱਥੋਂ ਉਹਨਾਂ ਨੂੰ ਫੰਡਿੰਗ ਆਈ ਆ, ਇਲੈਕਸ਼ਨ ਫੰਡਿੰਗ ਆਈ ਹੈ, ਲਾਰਜਲੀ ਉਹਨਾਂ ਨੇ ਆਪਣਾ ਵੋਟਰ ਬੇਸ ਦੇਖਣਾ ਆ, ਉਹਦੇ ਬੇਸ ਦੇ ਉੱਤੇ ਉਹਨਾਂ ਨੇ ਇਹ ਫੈਸਲਾ ਲਿੱਤਾ। ਹੁਣ ਮੈਂ ਥੋੜ੍ਹਾ ਜਿਹਾ ਇੱਥੇ ਰਣਜੀਤ ਜੀ ਇਹ ਵੀ ਗੱਲ ਮੈਂ ਡਿਸਕਸ ਕਰਨੀ ਜ਼ਰੂਰੀ ਸਮਝਦਾ ਹਾਂ ਕਿ ਹਾਈ ਟਾਈਮ ਆ ਕੈਨੇਡੀਅਨਸ ਨੂੰ ਇਹ ਸਮਝਣਾ ਚਾਹੀਦਾ ਆ ਕਿ ਸਾਨੂੰ ਹੁਣ ਅਮਰੀਕਾ ਦੀ ਸ਼ੈਡੋ ਤੋਂ ਬਾਹਰ ਨਿਕਲ ਕੇ ਜੀਣਾ ਸਿੱਖਣਾ ਪੈਣਾ ਹੈ। ਬਿਲਕੁਲ। ਅਸੀਂ ਕਦੀ ਡੋਨਲਡ ਟਰੰਪ ਦੀ ਮਰਜ਼ੀ ਤੇ ਆ ਜਾਂਦੇ ਆ ਤੇ ਉਹ ਕਹਿੰਦਾ ਹੈ ਕਿ ਨਹੀਂ ਜੀ, ਜਿਹੜਾ ਨੈਫਟਾ ਜਿਹੜਾ ਜੀ ਫੈਸਲਾ ਹੋਇਆ ਸੀਗਾ ਉਹ ਨੈਫਟਾ ਗਲਤ ਹੋਈ ਸੀਗੀ, ਉਹਦੇ 'ਚ ਅਮਰੀਕਾ ਨਾਲ ਬਹੁਤ ਧੱਕਾ ਕੀਤਾ ਗਿਆ ਤੇ ਮੈਂ ਨੈਫਟਾ ਜਿਹੜਾ ਜੀ ਉਹ ਰੀਨੈਗੋਸ਼ੀਏਟ ਕਰਨਾ। ਉਹ ਸਾਰੇ ਜਿਹੜੇ ਪੁਰਾਣੇ ਹਿਸਟਰੀ ਆ ਉਹਦੇ 'ਚ ਜਾ ਕੇ ਉਹ ਕਹਿੰਦਾ ਕਿ ਮੈਂ ਜਿੰਨਾ ਵੀ ਦੁਨੀਆ 'ਚ ਅੱਜ ਤੱਕ ਮਾੜਾ ਹੋਇਆ ਅਮਰੀਕਾ ਨਾਲ, ਮੈਂ ਆਪਣੀ ਟੈਨਿਓਰ ਦੇ ਵਿੱਚ 4 ਸਾਲ 'ਚ ਮੈਂ ਫਿਕਸ ਕਰਨਾ ਜੀ। ਦੂਜੇ ਪਾਸੇ ਹੁਣ ਅਸੀਂ ਦੇਖਦੇ ਹਾਂ ਕਿ ਜੋ ਬਾਈਡਨ ਜਿਹੜੇ ਪ੍ਰੈਜ਼ੀਡੈਂਟ ਇਲੈਕਟ ਨੇ 20th ਨੂੰ ਉਹਨਾਂ ਨੇ ਸਹੁੰ ਚੱਕ ਲੈਣੀ ਹੈ ਤੇ ਉਹ ਆ ਰਹੇ ਨੇ, ਉਹਨਾਂ ਦਾ ਆਪਣਾ ਏਜੰਡਾ ਆ, ਉਹਨਾਂ ਨੇ ਜੋ ਫੈਸਲੇ ਇਹਨਾਂ ਦੇ ਲਿੱਤੇ ਹੋਏ ਨੇ ਇਹਨਾਂ ਨੇ ਓਵਰਟਰਨ ਕਰ ਦੇਣੇ ਨੇ, ਜਿਹਦੇ 'ਚ ਇੱਕ ਵਨ ਆਫ ਦਾ ਬਿਗੇਸਟ ਜਿਹੜਾ ਫੈਸਲਾ ਓਵਰਟਰਨ ਕਰਨ ਦੀ ਗੱਲ ਹੋ ਰਹੀ ਹੈ ਉਹ ਪੈਰਿਸ ਐਗਰੀਮੈਂਟ ਹੈ, ਜਿਹਦੇ ਵਿੱਚ ਆਲਮੋਸਟ 100 ਤੋਂ ਉੱਪਰ ਜਿਹੜੇ ਦੇਸ਼ ਸੀਗੇ ਉਹਨਾਂ ਦੇ ਨਾਲ ਬੈਠ ਕੇ ਬਰਾਕ ਓਬਾਮਾ ਨੇ ਆਪਣੇ ਲਾਸਟ ਐਂਡਿੰਗ ਸਟੇਜਸ ਦੇ ਵਿੱਚ ਉਹ ਐਗਰੀਮੈਂਟ ਜਿਹੜਾ ਸੀਗਾ ਉਹ ਕੀਤਾ ਸੀਗਾ। ਹੁਣ ਇਹ ਇੱਕ ਹੈ ਤਾਂ ਇੱਕ ਤਰਾਸਦੀ ਹੈ। ਤੁਸੀਂ ਦੇਖੋ ਕਿ ਇੱਕ ਪ੍ਰੈਜ਼ੀਡੈਂਟ ਜਦੋਂ ਆਪਣੇ ਟੈਨਿਓਰ ਦੇ ਵਿੱਚ ਇੱਕ ਫੈਸਲੇ ਲੈਂਦਾ ਹੈ ਤੇ ਦੂਜਾ ਪ੍ਰੈਜ਼ੀਡੈਂਟ ਆਉਂਦੇ ਸਾਰ ਉਹਦੇ ਜਿਹੜੇ ਲਿੱਤੇ ਹੋਏ ਫੈਸਲੇ ਨੇ ਉਹਨਾਂ ਨੂੰ ਓਵਰਟਰਨ ਕਰ ਦਿੰਦਾ। ਸੋ ਇਹ ਸਿਲਸਿਲਾ ਸਟਾਰਟ ਹੋ ਗਿਆ ਡੋਨਲਡ ਟਰੰਪ ਤੋਂ, ਕਿਉਂਕਿ ਜੋ ਫੈਸਲੇ ਬਰਾਕ ਓਬਾਮਾ ਨੇ ਲਿੱਤੇ ਸੀਗੇ ਇਹਨਾਂ ਨੇ ਪੂਰਾ ਕੋਸ਼ਿਸ਼ ਕੀਤੀ ਆਪਣੇ ਉਸ ਟੈਨਿਓਰ ਦੇ ਵਿੱਚ ਮੈਂ ਉਹ ਫੈਸਲੇ ਜਿਹੜੇ ਓਵਰਟਰਨ ਕਰਦਾ। ਪੈਰਿਸ ਐਗਰੀਮੈਂਟ ਨੂੰ ਕਰਤਾ, ਈਰਾਨ ਦੀ ਜਿਹੜੀ ਡੀਲ ਸੀਗੀ ਉਹਨੂੰ ਨਲੀਫਾਈ ਕਰ ਦਿੱਤਾ, ਠੀਕ ਹੈ ਜੀ। ਉਸ ਤੋਂ ਬਾਅਦ ਇਹਨਾਂ ਦਾ ਪੂਰਾ ਜ਼ੋਰ ਲੱਗਿਆ ਓਬਾਮਾ ਕੇਅਰ ਨੂੰ ਲੈ ਕੇ ਕਿ ਮੈਂ ਉਹਨੂੰ ਨਲੀਫਾਈ ਕਰ ਦਵਾਂ ਜੀ, ਠੀਕ ਹੈ। ਇਹਨਾਂ ਦਾ ਵਸ ਨਹੀਂ ਚੱਲਿਆ ਕਿਉਂਕਿ ਇਹਨਾਂ ਕੋਲ ਬੈਟਰ ਆਲਟਰਨੇਟਿਵ ਨਹੀਂ ਸੀਗਾ। ਇਹ ਕਹਿ ਕੇ ਦੇ ਆਏ ਸੀਗੇ ਕਿ ਮੇਰੇ ਤੋਂ ਵੱਡਾ ਨੈਗੋਸ਼ੀਏਟਰ ਕੋਈ ਨਹੀਂਗਾ, ਮੈਂ ਜਿੰਨੀ ਵਧੀਆ ਡੀਲ ਜਿਹੜੀ ਆ ਦੇ ਸਕਦਾ ਹਾਂ, ਡੀਲ ਬ੍ਰੋਕਰ ਕਰ ਸਕਦਾ ਹਾਂ, ਕੋਈ ਇੰਡੀਵਿਜੂਅਲ ਹੈ ਹੀ ਨਹੀਂਗਾ ਮੇਰੇ ਮੁਕਾਬਲੇ। ਹਾਲਾਂਕਿ ਦੇਖਣ 'ਚ ਹੁਣ ਇਹ ਕੀ ਆ ਗਿਆ ਕਿ 4 ਸਾਲਾਂ ਦੇ ਵਿੱਚ ਹੀ ਫੇਲਡ ਔਨ ਐਵਰੀ ਫਰੰਟ, ਕਿਸੇ ਵੀ ਜਗ੍ਹਾ ਦੇ ਉੱਤੇ ਨਾ ਤੇ ਉਹ ਆਪਣੇ ਐਲਾਈਜ਼ ਨੂੰ ਨਾਲ ਲੈ ਕੇ ਚੱਲ ਸਕੇ ਜੀ। ਇਹਨਾਂ ਨੇ ਨਾਰਥ ਅਮਰੀਕਾ ਦੇ ਨਾਲ ਆਪਣੇ ਤਾਲੁਕਾਤ ਸੁਧਾਰਨ ਦੀ ਕੋਸ਼ਿਸ਼ ਕੀਤੀ, ਉੱਥੇ ਵੀ ਇਹਨਾਂ ਨੇ ਮੂੰਹ ਦਿਖਾਤੀ, ਠੀਕ ਹੈ ਜੀ। ਈਰਾਨ ਦੇ ਨਾਲ ਇਹਨਾਂ ਨੇ ਪੰਗਾ ਲੈ ਲਿਆ, ਆਪਣੀ ਡੀਲ ਜਿਹੜੀ ਹੈਗੀ ਆ ਵਾਪਸ ਕਰਕੇ, ਉਹਦੇ ਨਾਲ ਇਹਨਾਂ ਦਾ ਕਨਫਲਿਕਟ ਜਿਹੜਾ ਆ ਉਹ ਇਸ ਲੈਵਲ ਤੇ ਚਲਾ ਗਿਆ ਕਿ ਕਈ ਵਾਰੀ ਜਿਹੜਾ ਸਿਚੁਏਸ਼ਨ ਸੀਗੀ ਉਹ ਫਲੈਸ਼ ਪੁਆਇੰਟ ਤੇ ਪਹੁੰਚ ਗਈ। ਸੋ ਤੁਸੀਂ ਕਿਸੇ ਵੀ ਪੱਖੋਂ ਉਹਨਾਂ ਨੂੰ ਇਹ ਨਹੀਂ ਕਹਿ ਸਕਦੇ ਕਿ ਉਹਨਾਂ ਦੀ ਪ੍ਰੈਜ਼ੀਡੈਂਸੀ ਜਿਹੜੀ ਹੈ ਉਹਨੇ ਕੋਈ ਬੜਾ ਵਧੀਆ ਐਗਜ਼ਾਮਪਲ ਸੈੱਟ ਕੀਤਾ ਹੋਵੇ। ਹੁਣ ਗੱਲ ਜਿਹੜੀ ਆ ਖਾਸ ਤੌਰ ਤੇ ਹੁਣ ਆਪਾਂ ਅਲਬਰਟਾ ਦੀ ਗੱਲ ਕਰ ਰਹੇ ਹਾਂ ਕਿ ਕੀਸਟੋਨ ਦਾ ਸਾਨੂੰ ਝਟਕਾ ਲੱਗਿਆ। ਅਸੀਂ ਆਪਣੀ ਲੀਡਰਸ਼ਿਪ ਨੂੰ ਕਿਉਂ ਨਹੀਂ ਪੁੱਛ ਰਹੇ ਕਿ ਤੁਸੀਂ 50 ਸਾਲ ਜਿਹੜੇ ਜਿਨ੍ਹਾਂ ਨੇ ਸਰਕਾਰ ਚਲਾਈ ਹੈ ਅਲਬਰਟਾ 'ਚ ਬੈਠ ਕੇ, ਕਿ ਤੁਹਾਡੀ ਕੀ ਕੰਟਰੀਬਿਊਸ਼ਨ ਹੈ ਅਲਬਰਟਾ ਨੂੰ ਦੀ ਪੋਜੀਸ਼ਨ ਨੂੰ ਸੁਧਾਰਨ ਵਾਸਤੇ। ਬਿਲਕੁਲ। ਹੁਣ ਬੜੀ ਵਾਰ ਇਹ ਗੱਲ ਪਹਿਲਾਂ ਵੀ ਆਪਾਂ ਡਿਸਕਸ ਕੀਤੀ ਹੈ ਕਿ ਸਾਡੇ ਕੋਲ ਇੱਕ ਲਿਵਿੰਗ ਐਗਜ਼ਾਮਪਲ ਆ ਇਨ ਦਾ ਫਾਰਮ ਆਫ ਨਾਰਵੇ ਐਜ਼ ਅ ਕੰਟਰੀ।
ਉਹਨਾਂ ਕੋਲ ਵੀ ਸਿਮਿਲਰ ਇਸੇ ਹੀ ਸਰਕਮਸਟੈਂਸਿਸ ਦੇ ਵਿੱਚ, ਜਿਸ ਤਰ੍ਹਾਂ ਅਲਬਰਟਾ ਦੇ ਕੋਲ ਗੈਸ ਹੈਗੀ ਆ, ਆਇਲ ਹੈਗਾ, ਉਸੇ ਤਰੀਕੇ ਨਾਲ ਉਹਨਾਂ ਕੋਲ ਆਇਲ ਹੈਗਾ, ਠੀਕ ਹੈ ਜੀ। ਉਹਨਾਂ ਨੇ ਆਲਮੋਸਟ ਤੁਸੀਂ ਦੇਖ ਲਓ ਵੀ 148 ਕੰਟਰੀਜ਼ ਦੇ ਵਿੱਚ ਆਪਣਾ ਪੈਸਾ ਇਨਵੈਸਟ ਕੀਤਾ ਹੋਇਆ। ਉਹਨਾਂ ਨੇ ਬਹੁਤ ਵਧੀਆ ਇਨਵੈਸਟਮੈਂਟ ਕੀਤੀ ਹੈ, ਹਾਂਜੀ, ਰਿਟਰਨ ਬਹੁਤ ਵਧੀਆ ਆ ਰਹੀ ਹੈ ਜੀ। ਬਿਲਕੁਲ ਜੀ। ਅੱਜ ਉਹਨਾਂ ਵਾਸਤੇ ਆਇਲ ਜਿਹੜਾ ਬਿਲਕੁਲ ਜ਼ੀਰੋ ਹੋ ਜੇ, ਨਾਰਵੇ ਵਾਸਤੇ ਬਿਲਕੁਲ ਆਇਲ ਜ਼ੀਰੋ ਹੋ ਜੇ, ਉਹਨਾਂ ਨੂੰ ਕੋਈ ਫਿਕਰ ਨਹੀਂ ਹੈਗੀ। ਉਹਨਾਂ ਦੀ ਐਸੀ ਇਨਵੈਸਟਮੈਂਟ ਹੈ, ਇੰਨੀ ਵਧੀਆ ਚੈਨਲਾਈਜੇਸ਼ਨ ਉਹਨਾਂ ਨੇ ਕੀਤੀ ਹੈ ਕਿ ਉਹਨਾਂ ਨੂੰ ਲੋੜ ਹੀ ਨਹੀਂ ਹੈਗੀ ਆਇਲ ਵੱਲ ਝਾਕਣ। ਬਟ ਸਾਡੇ ਜਿਹੜੇ ਲੀਡਰਸ ਨੇ ਉਹਨਾਂ ਨੇ ਕੀ ਕੀਤਾ? ਸਿਰਫ ਅਯਾਸ਼ੀ। ਉਹੀ ਕੋਵਿਡ ਟਾਈਮ ਸੀਗਾ, ਤੁਹਾਨੂੰ ਯਾਦ ਹੋਏਗਾ ਰਣਜੀਤ ਜੀ, ਕਿ ਜਦੋਂ ਇਹਨਾਂ ਕੋਲ ਫੰਡ ਸਰਪਲਸ ਸੀਗਾ, ਇਹਨਾਂ ਨੇ $400 ਸਾਰਿਆਂ ਨੂੰ ਵਾਪਸ ਕਰਤੇ। ਹੁਣ ਸਵਾਲ ਇਹ ਨਹੀਂ ਹੈਗਾ ਕਿ ਵਾਪਸ ਜਿਹੜੇ 400 ਵਾਪਸ ਕੀਤੇ ਉਹ ਅਗਲਿਆਂ ਨੇ ਹੋ ਸਕਦਾ ਲੈਣ ਤੋਂ ਬਾਅਦ 2 ਹਫ਼ਤਿਆਂ ਦੇ ਵਿੱਚ ਜਾਂ 3 ਹਫ਼ਤਿਆਂ 'ਚ ਉਡਾਤੇ ਹੋਣ। ਲੇਕਿਨ ਜੇ ਉਹੀ ਇਨਵੈਸਟਮੈਂਟ ਪ੍ਰੋਪਰ ਜਗ੍ਹਾ ਤੇ ਕੀਤੀ ਹੁੰਦੀ ਜਿਹਦਾ ਅੱਜ ਫਾਇਦਾ ਹੋ ਸਕਦਾ ਸੀ, ਉਹ ਇਹਨਾਂ ਨੇ ਕੀਤਾ ਨਹੀਂ। ਇਹਨਾਂ ਕੋਲ ਈਜ਼ੀਐਸਟ ਵੇ ਆਊਟ ਕੀ ਹੈ ਕਿ ਉਹ ਜੀ ਦੇਖੋ, ਪਹਿਲਾਂ ਜੀ ਟਰੂਡੋ ਸਾਹਿਬ ਨਹੀਂ ਮੰਨ ਰਹੇ ਜੀ ਕਿੰਡਰ ਮੋਰਗਨ ਵਾਸਤੇ, ਤੇ ਜੇ ਟਰੂਡੋ ਸਾਹਿਬ ਹੁਣ ਲਾਈਨ ਤੇ ਆਏ ਨੇ, ਉਹਨਾਂ ਨੇ ਬਿਲੀਅਨਸ ਆਫ ਡਾਲਰਸ ਜਿਹੜੇ ਨੇ ਉਹ ਇਨਵੈਸਟ ਕਰਕੇ ਉਹ ਲੱਗੇ ਹੋਏ ਨੇ ਜੀ ਕਿੰਡਰ ਮੋਰਗਨ ਜਿਹੜੀ ਹੈਗੀ ਉਹ ਫਾਈਨਲ ਸ਼ੇਪ 'ਚ ਆ ਜਾਵੇ। ਤੇ ਹੁਣ ਜੋ ਬਾਈਡਨ ਇਲੈਕਟ ਜਿਹੜੇ ਨੇ ਉਹ ਜਦੋਂ ਪ੍ਰਧਾਨ ਬਣਦੇ ਨੇ, ਪ੍ਰੈਜ਼ੀਡੈਂਟਸ਼ਿਪ ਲੈਂਦੇ ਨੇ, ਉਹ ਕਹਿੰਦੇ ਨੇ ਨਹੀਂ ਜੀ ਅਸੀਂ ਕੀਸਟੋਨ ਪਾਈਪਲਾਈਨ ਬੰਦ ਕਰ ਦੇਣੀ ਹੈ। ਸੋ ਅਸੀਂ ਫੇਰ ਰਿਸੀਵਿੰਗ ਐਂਡ ਤੇ ਆ। ਸੋ ਇਹਦੇ ਵਾਸਤੇ ਮੈਂ ਬਿਲਕੁਲ ਵੀ ਇਸ ਗੱਲ ਨੂੰ ਕਹਿਣ ਨੂੰ ਤਿਆਰ ਨਹੀਂ ਹੈਗਾ ਕਿ ਜੋ ਬਾਈਡਨ ਦਾ ਡਿਸੀਜਨ ਗਲਤ ਨਹੀਂ ਹੈਗਾ, ਗਲਤ ਆ। ਪਰ ਸਵਾਲ ਤੇ ਇਹ ਹੈਗਾ ਕਿ ਤੁਸੀਂ ਕੀ ਕੀਤਾ। ਜੇ ਤੁਸੀਂ ਆਪਣੇ ਆਪ ਨੂੰ ਇੰਪਰੂਵ ਨਹੀਂ ਕਰੋਗੇ, ਆਪਣੀ ਪੋਜੀਸ਼ਨ ਜਿਹੜੀ ਹੈ ਉਸ ਲੈਵਲ ਤੇ ਨਹੀਂ ਲਿਜਾਓਗੇ ਕਿ ਮੇਰੇ ਕੋਲ ਇੱਥੋਂ ਬਾਹਰ ਨਿਕਲ ਕੇ ਮੇਰੇ ਕੋਲ ਆਪਸ਼ਨ ਹੋਣੀ ਚਾਹੀਦੀ। ਜੇ ਤੁਸੀਂ ਆਪਣੀ ਟਾਈਮ ਦੇ ਉੱਤੇ ਕੁਝ ਨਹੀਂ ਕੀਤਾ, ਆਪਸ਼ਨਸ ਨਹੀਂ ਕ੍ਰੀਏਟ ਕੀਤੀਆਂ, ਤੇ ਹੁਣ ਤੁਸੀਂ ਵਿਚਾਰੇ ਬਣ ਕੇ ਤੁਸੀਂ ਅਲਬਰਟਾਸ ਨੂੰ ਕਹਿ ਰਹੇ ਹੋ ਦੇਖੋ ਜੀ ਮੈਂ ਕੀ ਕਰਾਂ। ਹੁਣ ਜੋ ਬਾਈਡਨ ਨੇ ਕਰਤਾ, ਪਹਿਲਾਂ ਕੈਨੇਡਾ ਕਹਿ ਰਹੀ ਸੀਗੀ ਕਿ ਅਸੀਂ ਕੀ ਕਰੀਏ ਜੀ, ਨੈਫਟਾ ਦੀ ਨੈਗੋਸੀਏਸ਼ਨ ਜਿਹੜੀ ਡੋਨਲਡ ਟਰੰਪ ਨੇ ਸ਼ੁਰੂ ਕਰ ਲਈ। ਸੋ ਇਟਸ ਅ ਹਾਈ ਟਾਈਮ ਜਿਹੜੀ ਸਾਡੀ ਲੀਡਰਸ਼ਿਪ ਹੈਗੀ ਹੈ ਉਹ ਵਿਚਾਰਾ ਬਣਨ ਦੀ ਬਜਾਏ, ਜੇ ਉਹ ਨਹੀਂ ਕੁਝ ਕਰ ਸਕਦੇ ਉਹ ਆਪਣੀਆਂ ਕੁਰਸੀਆਂ ਛੱਡਣ, ਉਹ ਘਰ ਨੂੰ ਜਾਣ, ਤਾਂ ਕਿ ਜਿਹੜੇ ਕੈਪੇਬਲ ਬੰਦੇ ਨੇ ਉਹ ਕੁਰਸੀਆਂ ਤੇ ਬੈਠਣ ਔਰ ਉਹ ਸਟੇਟ ਨੂੰ ਡਾਇਰੈਕਸ਼ਨ ਦੇਣ, ਨਾ ਕਿ ਆਪਣੇ ਆਪ ਨੂੰ ਹਮੇਸ਼ਾ ਬਿਆਨ ਦੇਤਾ। ਹੁਣ ਜੇਸਨ ਕੇਨੀ ਸਾਹਿਬ ਕਹਿ ਰਹੇ ਨੇ ਜੀ ਕਿ ਕਿਉਂਕਿ ਸਾਡੀ ਇਨਵੈਸਟਮੈਂਟ ਹੋਈ ਹੈ ਤੇ ਅਗਰ ਪਹਿਲਾਂ ਵੀ ਅਸੀਂ ਜਿਹੜੀ એનર્ਜੀ ਕੰਪਨੀ ਸੀਗੀ TC એનર્ਜੀ, ਉਹਨਾਂ ਦੇ ਨਾਲ ਮਿਲ ਕੇ ਜੀ ਅਸੀਂ ਲੀਗਲ ਕੋਰਸ ਲਵਾਂਗੇ ਕਿ ਜੀ ਜੋ ਬਾਈਡਨ ਜਿਹੜੇ ਨੇ ਉਹ ਪਰਮਿਟ ਕੈਂਸਲ ਨਹੀਂ ਕਰ ਸਕਦੇ। ਮੈਂ ਨਹੀਂ ਕਹਿ ਰਿਹਾ ਕਿ ਨਾ ਕਰੋ, ਬਟ ਸਵਾਲ ਤੇ ਅਗੇਨ ਉੱਥੇ ਹੀ ਹੈ ਵੀ ਵਾਟ ਆਰ ਯੂ ਡੂਇੰਗ ਟੂ ਕਮ ਆਊਟ ਆਫ ਦਿਸ ਸਿਨੈਰੀਓ, ਕਿ ਕੱਲ ਨੂੰ ਤੁਹਾਨੂੰ ਫੇਰ ਇਹ ਜਿਹੜੀ ਚੀਜ਼ ਹੈਗੀ ਉਹ ਦੇਖਣ ਨੂੰ ਨਾ ਮਿਲੇ ਕਿ ਕੱਲ ਨੂੰ ਜੋ ਬਾਈਡਨ ਦੇ ਜਾਣ ਤੋਂ ਬਾਅਦ ਕੋਈ ਹੋਰ ਪ੍ਰੈਜ਼ੀਡੈਂਟ ਆਏ, ਉਹ ਕਹੇ ਜੀ ਹੁਣ ਮੈਂ ਇਦਾਂ ਕਰੂੰਗਾ ਤੇ ਫੇਰ ਅਲਬਰਟਾ ਜਿਹੜੀ ਹੈ ਉਹ ਮਤਲਬ ਕ੍ਰਾਈਸਿਸ ਚ ਆ। ਜੀ ਬਿਲਕੁਲ ਜੀ। ਅਸੀਂ ਗੱਲਬਾਤ ਕਰ ਰਹੇ ਹਾਂ ਜੋ ਖਬਰਾਂ ਸੁਣ ਜਾ ਰਹੀਆਂ ਨੇ ਕਿ ਜੋ ਨਵੇਂ ਬਣ ਜਾ ਰਹੇ ਨੇ ਅਮਰੀਕਾ ਦੇ ਰਾਸ਼ਟਰਪਤੀ, ਉਹਨਾਂ ਵੱਲੋਂ ਸ਼ਾਇਦ ਜਿਹੜੀ ਹੈ ਜੀ ਕੀਸਟੋਨ ਪਾਈਪਲਾਈਨ ਦਾ ਕੰਮ ਬੰਦ ਕਰ ਦਿੱਤਾ ਜਾਵੇ ਤੇ ਉਸ ਨਾਲ ਅਲਬਰਟਾ ਨੂੰ ਇੱਕ ਵੱਡੇ ਪੱਧਰ ਦੇ ਉੱਤੇ ਜਿਹੜਾ ਜੀ ਨੁਕਸਾਨ ਹੋ ਸਕਦਾ ਹੈ। ਇਸ ਗੱਲਬਾਤ ਨੂੰ ਅੱਗੇ ਤੋਰਾਂਗੇ, ਪਰ ਮੈਂ ਦੱਸ ਦੇਵਾਂ ਕਿ ਜੇਕਰ ਕੋਈ ਸਾਡੇ ਦਰਸ਼ਕ ਇਸ ਸਮੇਂ ਪ੍ਰੋਗਰਾਮ ਨੂੰ ਦੇਖ ਰਹੇ ਨੇ ਜਾਂ ਇਸ ਸਮੇਂ ਰੇਡੀਓ ਸੁਰਸੰਗਮ ਤੇ ਇਸ ਪ੍ਰੋਗਰਾਮ ਨੂੰ ਸੁਣ ਰਹੇ ਨੇ, ਜੇਕਰ ਉਹ ਇਸ ਗੱਲਬਾਤ ਦੇ ਵਿੱਚ ਹਿੱਸਾ ਲੈਣਾ ਚਾਹੁੰਦੇ ਨੇ ਤਾਂ ਉਹ ਸਾਨੂੰ ਫੋਨ ਕਰ ਸਕਦੇ ਨੇ। ਸਾਡਾ ਫੋਨ ਨੰਬਰ ਹੈ 403-204-0011 403-204-0011 ਸਾਡਾ ਨੰਬਰ ਹੈ। ਜੇਕਰ ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਚੱਲਦਿਆਂ ਕੋਈ ਵੀ ਆਪਣਾ ਪ੍ਰਤੀਕਰਮ ਦੇਣਾ ਹੋਵੇ ਗੱਲਬਾਤ ਦੇ ਉੱਤੇ, ਜਾਂ ਤੁਸੀਂ ਪ੍ਰੋਗਰਾਮ ਪ੍ਰਤੀ ਕੋਈ ਗੱਲਬਾਤ ਕਰਨੀ ਹੋਵੇ ਤਾਂ ਫੋਨ ਨੰਬਰ ਇੱਕ ਵਾਰੀ ਮੈਂ ਫਿਰ ਦੱਸ ਦਿੰਦਾ ਜੀ, 403-204-0011 403-204-0011 ਦੇ ਉੱਤੇ ਗੱਲਬਾਤ ਕਰਕੇ ਪ੍ਰੋਗਰਾਮ ਦੇ ਵਿੱਚ ਹਿੱਸਾ ਲਿਆ ਜਾ ਸਕਦਾ ਹੈ। ਮੈਂ ਆਪ ਜੀ ਦਾ ਹੋਸਟ ਰਣਜੀਤ ਸਿੱਧੂ, ਮੇਰੇ ਨਾਲ ਸਾਥ ਦੇ ਰਹੇ ਨੇ ਜੱਗੀ ਢਿੱਲੋਂ ਜੀ। ਪੰਜਾਬੀ ਨੈਸ਼ਨਲ ਪ੍ਰਾਈਮ ਟਾਈਮ ਪ੍ਰੋਗਰਾਮ ਤੁਸੀਂ ਦੇਖ ਰਹੇ ਹੋ। ਇੱਕ ਕਮਰਸ਼ੀਅਲ ਬ੍ਰੇਕ ਤੋਂ ਬਾਅਦ ਅਸੀਂ ਵਾਪਸ ਪਰਤਾਂਗੇ ਤੇ ਗੱਲਬਾਤ ਨੂੰ ਜਿਹੜਾ ਜੀ ਅਸੀਂ ਅੱਗੇ ਤੋਰਾਂਗੇ, ਤੇ ਇੱਕ ਕਮਰਸ਼ੀਅਲ ਬ੍ਰੇਕ ਲੈਂਦੇ ਹਾਂ ਤੇ ਫਿਰ ਵਾਪਸ ਆਉਂਦੇ ਹਾਂ ਜੀ। ਪੰਜਾਬ ਇੰਸ਼ੋਰੈਂਸ, ਜੇਕਰ ਤੁਸੀਂ ਆਪਣੀ ਲਾਈਫ ਇੰਸ਼ੋਰੈਂਸ, ਮਾਰਗੇਜ ਇੰਸ਼ੋਰੈਂਸ, ਡਿਸੇਬਿਲਿਟੀ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਕਰਵਾਉਣੀ ਹੋਵੇ ਤਾਂ ਬਿਹਤਰੀਨ ਸਲਾਹ ਲਈ ਯਾਦ ਕਰੋ ਜਸਜੀਤ ਸਿੰਘ ਬਾਵਾ ਨੂੰ। ਬੱਚਿਆਂ ਲਈ ਖਾਸ ਐਜੂਕੇਸ਼ਨ ਪਲਾਨ ਜਾਂ RRSP ਤੋਂ ਇਲਾਵਾ ਜੇ ਤੁਹਾਡੇ ਕੋਲ ਕੋਈ ਵਿਜ਼ਿਟ ਕਰਨ ਆ ਰਿਹਾ ਹੋਵੇ ਜਾਂ ਤੁਸੀਂ ਕਿਤੇ ਟਰੈਵਲ ਕਰਨਾ ਹੋਵੇ ਤਾਂ ਟਰੈਵਲ ਇੰਸ਼ੋਰੈਂਸ ਲਈ ਲੰਬੇ ਸਮੇਂ ਤੋਂ ਸੇਵਾਵਾਂ ਦੇ ਰਹੇ ਪੰਜਾਬ ਇੰਸ਼ੋਰੈਂਸ ਦੇ ਭਰੋਸੇਮੰਦ ਬ੍ਰੋਕਰ ਜਸਜੀਤ ਸਿੰਘ ਬਾਵਾ ਨੂੰ ਯਾਦ ਕਰੋ। ਫੋਨ ਨੰਬਰ 780-266-6161 7802666161। ਜੇਕਰ ਆਪਣੇ ਕੋਲ ਪਰਸਨਲ ਇੰਸ਼ੋਰੈਂਸ ਹੈ ਤਾਂ ਸਾਨੂੰ ਤਸੱਲੀ ਰਹਿੰਦੀ ਹੈ ਕਿ ਜ਼ਿੰਦਗੀ ਵਿੱਚ ਆਉਣ ਵਾਲੀਆਂ ਅਚਨਚੇਤ ਘਟਨਾਵਾਂ ਤੋਂ ਅਸੀਂ ਹਮੇਸ਼ਾ ਸੁਰੱਖਿਅਤ ਹਾਂ। ਇੰਸ਼ੋਰੈਂਸ ਦੀਆਂ ਸੇਵਾਵਾਂ ਨਿਭਾਉਣ ਲਈ ਪੰਜਾਬ ਇੰਸ਼ੋਰੈਂਸ ਦੀ ਸਮੁੱਚੀ ਟੀਮ ਆਪ ਸਭ ਦੀ ਸੇਵਾ ਵਿੱਚ ਹਮੇਸ਼ਾ ਹਾਜ਼ਰ ਹੈ। ਪੰਜਾਬ ਇੰਸ਼ੋਰੈਂਸ। ਕੈਨੇਡਾ ਦੀ ਧਰਤੀ ਤੇ ਪੈਰ ਪਾਉਣਾ ਚਾਹੁੰਦੇ ਹੋ ਜਾਂ
ਪੱਕੇ ਵਸਨੀਕ ਬਣਨ ਦੇ ਸੁਪਨੇ ਦੇਖ ਰਹੇ ਹੋ ਤਾਂ ਇਹ ਸੁਪਨੇ ਸਾਕਾਰ ਕਰਨ ਲਈ ਤੁਸੀਂ ਐਡਮਿੰਟਨ ਸ਼ਹਿਰ ਦੀ ਜਾਣੀ ਪਛਾਣੀ ਇਮੀਗ੍ਰੇਸ਼ਨ ਕੰਸਲਟੈਂਸੀ ਕੈਰੀਅਰ ਪਲੱਸ ਇਮੀਗ੍ਰੇਸ਼ਨ ਦੇ ICCRC ਤੋਂ ਮਾਨਤਾ ਪ੍ਰਾਪਤ ਮਾਹਿਰਾਂ RCIC ਸਰਦਾਰ ਕਮਲਜੀਤ ਸਿੰਘ ਅਤੇ ਪਰਮਜੀਤ ਕੌਰ ਨੂੰ 780 462 4000 ਅਤੇ 780 709 8600 ਤੇ ਸੰਪਰਕ ਕਰੋ। 912935 ਐਵੀਨਿਊ ਨਾਰਥ ਵੈਸਟ ਐਡਮਿੰਟਨ ਤੇ ਸਥਿਤ ਕੈਰੀਅਰ ਪਲੱਸ ਇਮੀਗ੍ਰੇਸ਼ਨ ਦੀ ਟੀਮ ਨੂੰ ਇਮੀਗ੍ਰੇਸ਼ਨਸ ਅਪੀਲ ਹਿਊਮੈਨਿਟੇਰੀਅਨ ਐਂਡ ਕੰਪੈਸ਼ਨੇਟ ਐਪਲੀਕੇਸ਼ਨਸ ਲਾਉਣ ਲਈ ਵਿਸ਼ੇਸ਼ ਮੁਹਾਰਤ ਹੈ। ਮੈਂ ਤੇ ਕੈਰੀਅਰ ਪਲੱਸ ਦੀ ਸਾਰੀ ਟੀਮ ਰਿਫਿਊਜ਼ਡ ਐਪਲੀਕੇਸ਼ਨ ਤੇ ਕੰਮ ਕਰਨ ਲਈ ਮਾਹਰ ਹਨ। ਅਸੀਂ ਲੀਗਲ ਵੇ ਦੇ ਨਾਲ ਰਿਫਿਊਜ਼ਡ ਐਪਲੀਕੇਸ਼ਨਾਂ ਨੂੰ ਅਪਰੂਵ ਕਰਾਉਂਦੇ ਹਾਂ। ਜੇ ਤੁਹਾਡੀ ਕਿਸੇ ਵੀ ਤਰ੍ਹਾਂ ਦੀ ਕੋਈ ਕੈਨੇਡੀਅਨ ਇਮੀਗ੍ਰੇਸ਼ਨ ਦੀ ਐਪਲੀਕੇਸ਼ਨ ਰਿਫਿਊਜ਼ ਹੈ ਤਾਂ ਇੱਕ ਵਾਰੀ ਜ਼ਰੂਰ ਆ ਕੇ ਮਿਲੋ। ਕੈਰੀਅਰ ਪਲੱਸ ਇਮੀਗ੍ਰੇਸ਼ਨ ऑनर ऑपरेटर्स ਲਈ ਜ਼ਰੂਰੀ ਸੂਚਨਾ ਲਾਈਟ ਸਪੀਡ ਲੌਜਿਸਟਿਕ ਵਾਲੇ ऑनर ऑपरेटर्स ਹਾਇਰ ਕਰ ਰਹੇ ਨੇ। ਲਾਈਟ ਸਪੀਡ ਲੌਜਿਸਟਿਕ ਅਲਬਰਟਾ BC ਲੇਨ ਤੇ $1.80 ਪਰ ਮਾਈਲ ਪੇ ਕਰ ਰਹੇ ਨੇ। 20 ਸਾਲ ਤੋਂ ਵੱਧ ਟਰੱਕਿੰਗ ਇੰਡਸਟਰੀ 'ਚ ਇੱਕ ਸਥਾਪਿਤ ਨਾਮ ਲਾਈਟ ਸਪੀਡ ਲੌਜਿਸਟਿਕ। ਜੇਕਰ ਤੁਸੀਂ ਅਲਬਰਟਾ BC ਲੇਨ ਤੇ ਕੰਮ ਕਰਨਾ ਚਾਹੁੰਦੇ ਹੋ ਤਾਂ ਅੱਜ ਹੀ ਲਾਈਟ ਸਪੀਡ ਲੌਜਿਸਟਿਕ ਦੀ ਹਾਇਰਿੰਗ ਟੀਮ ਨੂੰ ਸੰਪਰਕ ਕਰੋ। ਮਰਸੀਡੀਜ਼ ਬੈਂਜ਼ ਕੰਟਰੀ ਹਿਲਸ ਤੁਹਾਡੇ ਸੁਪਨਿਆਂ ਦੀ ਕਾਰ ਲਈ ਇੱਕ ਟਿਕਾਣਾ। ਕੈਲਗਰੀ 에ਅਰਪੋਰਟ ਦੇ ਨੇੜੇ ਮਰਸੀਡੀਜ਼ ਦੀ ਕੈਨੇਡਾ 'ਚ ਸਭ ਤੋਂ ਵੱਡੀ ਡੀਲਰਸ਼ਿਪ। 70 ਦੇ ਕਰੀਬ ਕਾਰਾਂ ਡਿਸਪਲੇ ਤੇ ਹੁੰਦੀਆਂ ਨੇ। ਕਾਰਾਂ ਸੰਬੰਧੀ ਸਾਰੀ ਜਾਣਕਾਰੀ ਗੌਰਵ ਸ਼ਰਮਾ ਜੀ ਤੋਂ ਪੰਜਾਬੀ, ਹਿੰਦੀ, ਉਰਦੂ ਜਾਂ ਇੰਗਲਿਸ਼ ਵਿੱਚ ਗੱਲਬਾਤ ਕਰਕੇ ਲਈ ਜਾ ਸਕਦੀ ਹੈ। ਸਾਰੇ ਪਰਿਵਾਰ ਦੀ ਪਸੰਦ ਦੀ ਕਾਰ ਮਰਸੀਡੀਜ਼ ਬੈਂਜ਼ ਕੰਟਰੀ ਹਿਲ। ਪੰਜਾਬ ਡਰਾਈਵਿੰਗ ਅਕੈਡਮੀ ਕਾਰ, ਟਰੱਕ ਜਾਂ ਬੱਸ ਦਾ ਡਰਾਈਵਿੰਗ ਲਾਇਸੈਂਸ ਲੈਣ ਲਈ ਯਾਦ ਰੱਖੋ ਪੰਜਾਬ ਡਰਾਈਵਿੰਗ ਅਕੈਡਮੀ। ਇਹ ਕਲਾਸ 1, 2 ਅਤੇ 3 ਦੀ ਪ੍ਰੋਫੈਸ਼ਨਲ ਟ੍ਰੇਨਿੰਗ ਦਿੰਦੇ ਹਨ। ਪੰਜਾਬ ਡਰਾਈਵਿੰਗ ਅਕੈਡਮੀ ਤੋਂ ਤੁਸੀਂ 에ਅਰ ਬ੍ਰੇਕ ਅਤੇ DDC ਦੀਆਂ ਕਲਾਸਾਂ ਵੀ ਲਾ ਸਕਦੇ ਹੋ। DDC ਕਲਾਸ ਲਾਉਣ ਨਾਲ ਤੁਹਾਨੂੰ ਸਸਤੀ ਇੰਸ਼ੋਰੈਂਸ ਮਿਲ ਸਕਦੀ ਹੈ। ਡਰਾਈਵਿੰਗ ਸਿੱਖਣ ਲਈ ਪੰਜਾਬ ਡਰਾਈਵਿੰਗ ਅਕੈਡਮੀ ਦਾ ਨਾਮ ਅਤੇ ਫੋਨ ਨੰਬਰ ਨੋਟ ਕਰ ਲਓ 403 903 8200 यूनिट 209 4556 वेस्ट विंड्स ड्राइव नॉर्थ ईस्ट कैलगरी। पंजाब ड्राइविंग अकेडमी। ਸਾਂਝਾ ਪੰਜਾਬ ਗਰੋਸਰੀ ਸਟੋਰ ਹੁਣ 3 ਲੋਕੇਸ਼ਨਸ ਨਾਲ ਕੈਲਗਰੀ ਵਾਸੀਆਂ ਦੀ ਸੇਵਾ ਵਿੱਚ। ਸਾਂਝਾ ਪੰਜਾਬ ਤੋਂ ਹਰ ਪ੍ਰਕਾਰ ਦੀ ਇੰਡੀਅਨ ਅਤੇ ਪਾਕਿਸਤਾਨੀ ਗਰੋਸਰੀ ਮਿਲਦੀ ਹੈ। ਇਹਨਾਂ ਦੀਆਂ 3 ਲੋਕੇਸ਼ਨਸ ਤੋਂ ਸਾਫ਼ ਸੁਥਰੀਆਂ ਦਾਲਾਂ, ਮਸਾਲੇ, ਤਾਜ਼ੀਆਂ ਸਬਜ਼ੀਆਂ ਅਤੇ ਹਰ ਪ੍ਰਕਾਰ ਦੇ ਭਾਂਡੇ ਖਰੀਦ ਸਕਦੇ ਹੋ। ਸਾਂਝਾ ਪੰਜਾਬ ਵਾਲੇ ਕਰੋਨਾ ਦੇ ਟਾਈਮ ਵਿੱਚ ਆਪਣੇ ਸਟਾਫ ਅਤੇ ਕਸਟਮਰਜ਼ ਨੂੰ ਸੁਰੱਖਿਅਤ ਰੱਖਣ ਲਈ ਸਾਰੀਆਂ ਸਾਵਧਾਨੀਆਂ ਵਰਤਦੇ ਹਨ। ਆਪਣੀਆਂ ਗਰੋਸਰੀ ਲੋੜਾਂ ਲਈ ਅੱਜ ਹੀ ਆਪਣੇ ਨਜ਼ਦੀਕੀ ਸਾਂਝਾ ਪੰਜਾਬ ਗਰੋਸਰੀ ਸਟੋਰ ਦੀ ਲੋਕੇਸ਼ਨ ਤੇ ਪਹੁੰਚੋ। ਸਾਂਝਾ ਪੰਜਾਬ ਗਰੋਸਰੀ ਸਟੋਰ। ਜੇਕਰ ਤੁਸੀਂ ਇੱਕ ਬਿਜ਼ਨਸ ਓਨਰ ਹੋ ਜਾਂ ਕੋਈ ਪ੍ਰੋਫੈਸ਼ਨਲ ਹੋ, ਤੁਹਾਡਾ ਤੇ ਮੇਰਾ ਮਿਲਣਾ ਬਹੁਤ ਜ਼ਰੂਰੀ ਹੈ, ਕਿਉਂਕਿ ਅਸੀਂ ਬੈਠ ਕੇ ਡਿਸਕਸ ਕਰਾਂਗੇ ਕਿ ਕਿਸ ਤਰ੍ਹਾਂ ਤੁਹਾਡੇ ਬਿਜ਼ਨਸ ਨੂੰ ਪ੍ਰੋਟੈਕਟ ਕੀਤਾ ਜਾ ਸਕਦਾ ਅਤੇ ਤੁਹਾਡੀ ਫਿਊਚਰ ਵਾਲੀ ਇਨਕਮ ਨੂੰ ਕਿਸ ਤਰ੍ਹਾਂ ਅਸੀਂ ਪ੍ਰੋਟੈਕਟ ਕਰ ਸਕਦੇ ਹਾਂ। ਸਟੇਟ ਪਲੈਨਿੰਗ ਦੇ ਵਿੱਚ ਅਸੀਂ ਡਿਸਕਸ ਕਰਾਂਗੇ ਕਿ ਜਿਹੜੇ ਤੁਹਾਡੇ ਮਿਹਨਤ ਨਾਲ ਬਣਾਏ ਹੋਏ ਐਸੈਟਸ ਨੇ ਉਹ ਤੁਹਾਡੇ ਤੋਂ ਬਾਅਦ ਤੁਹਾਡੇ ਬੱਚਿਆਂ ਨੂੰ ਕਿਸ ਤਰ੍ਹਾਂ ਡਿਸਟ੍ਰੀਬਿਊਟ ਕੀਤੇ ਜਾਣ ਤਾਂ ਕਿ ਤੁਹਾਡੇ ਬੱਚਿਆਂ ਦਾ ਆਪਸ ਵਿੱਚ ਪਿਆਰ ਵੀ ਬਣਿਆ ਰਹੇ। 403 437 4445 ਇਹ ਮੇਰਾ ਫ਼ੋਨ ਨੰਬਰ ਹੈ ਜੀ। 403 437 4445। ਪੰਜਾਬੀ ਨੈਸ਼ਨਲ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਪ੍ਰਾਈਮ ਟਾਈਮ ਸ਼ੋਅ ਦੇ ਵਿੱਚ ਇੱਕ ਵਾਰ ਫਿਰ ਸਵਾਗਤ ਹੈ ਜੀ ਆਇਆਂ ਨੂੰ। ਬ੍ਰੇਕ ਤੋਂ ਬਾਅਦ ਅਸੀਂ ਵਾਪਸ ਹਾਜ਼ਰ ਹੋਏ ਹਾਂ। ਮੈਂ ਆਪ ਜੀ ਦਾ ਹੋਸਟ ਰਣਜੀਤ ਸਿੱਧੂ, ਮੇਰਾ ਸਾਥ ਦੇ ਰਹੇ ਨੇ ਜੱਗੀ ਢਿੱਲੋਂ ਜੀ। ਪ੍ਰੋਗਰਾਮ ਦੇ ਵਿੱਚ ਅਸੀਂ ਕਰੰਟ ਇਸ਼ੂਜ਼ ਜਿਹੜੇ ਨੇ ਉਹ ਡਿਸਕਸ ਕਰੀਦੇ ਨੇ। ਜੇਕਰ ਤੁਸੀਂ ਪ੍ਰੋਗਰਾਮ ਦੇ ਵਿੱਚ ਗੱਲਬਾਤ ਦਾ ਹਿੱਸਾ ਬਣਨਾ ਚਾਹੁੰਦੇ ਹੋ, ਸਾਡੇ ਫੋਨ ਨੰਬਰ ਨੇ 403 204 0011 403 204 0011 ਦੇ ਉੱਤੇ ਤੁਸੀਂ ਜੋ ਕਰੰਟ ਇਸ਼ੂ ਦੇ ਉੱਤੇ ਅਸੀਂ ਗੱਲਬਾਤ ਕਰ ਰਹੇ ਹੁੰਦੇ ਉਸ ਦੇ ਵਿੱਚ ਹਿੱਸਾ ਲੈਣਾ ਚਾਹੋ ਤਾਂ ਤੁਸੀਂ ਕਾਲ ਕਰ ਸਕਦੇ ਹੋ, ਜਾਂ ਪ੍ਰੋਗਰਾਮ ਸੰਬੰਧੀ ਕੋਈ ਸੁਝਾਅ, ਕੋਈ ਵਿਚਾਰ ਦੇਣੇ ਹੋਣ ਤਾਂ ਸਾਡਾ ਫੋਨ ਨੰਬਰ 403 204 0011 403 204 0011। ਪ੍ਰੋਗਰਾਮ 'ਚ ਅੱਗੇ ਚੱਲ ਕੇ ਅਸੀਂ ਮਨਜੀਤ ਸਿੰਘ ਜੀ ਤੋਂ ਐਡਮਿੰਟਨ ਤੋਂ ਵਿਸ਼ੇਸ਼ ਰਿਪੋਰਟ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਾਂਗੇ ਅਤੇ ਹੋਰ ਗੱਲਾਂ ਬਾਤਾਂ ਜਿਹੜੀਆਂ ਨੇ ਪ੍ਰੋਗਰਾਮ ਦੇ ਵਿੱਚ ਸਾਂਝੀਆਂ ਕਰਾਂਗੇ। ਇੱਥੇ ਆਪਣੇ ਸਪਾਂਸਰਸ ਬਾਰੇ ਆਪ ਨੂੰ ਦੱਸਦਾ ਕਿ ਇਸ ਪ੍ਰੋਗਰਾਮ ਨੂੰ ਪੇਸ਼ ਕਰਨ ਵਿੱਚ ਸਾਨੂੰ ਸਹਿਯੋਗ ਦੇ ਰਹੇ ਨੇ। ਸਾਡੇ ਸਪਾਂਸਰਸ ਨੇ ਮਰਸੀਡੀਜ਼ ਬੈਂਜ਼ ਕੰਟਰੀ ਹਿਲ ਤੋਂ ਗੌਰਵ ਸ਼ਰਮਾ ਜੀ, 403 903 6757 ਮਰਸੀਡੀਜ਼ ਬੈਂਜ਼ ਕੰਟਰੀ ਹਿਲ। ਹਰਪਿੰਦਰ ਸਿੱਧੂ ਇੰਸ਼ੋਰੈਂਸ ਐਕਸਪਰਟ ਨੇ। ਹਰ ਪ੍ਰਕਾਰ ਦੀ ਇੰਸ਼ੋਰੈਂਸ ਲਈ 403 404 3500 ਦੇ ਉੱਤੇ ਫੋਨ ਕੀਤਾ ਜਾ ਸਕਦਾ ਹੈ ਜੀ। ਕੁਆਲਿਟੀ ਟਰਾਂਸਮਿਸ਼ਨ ਦੇ ਪਾਲੀ ਵਿਰਕ 403 228 0000। ਬ੍ਰੇਕ ਕਲੀਅਰੈਂਸ ਸੈਂਟਰ
ਬਹੁਤ ਵੱਡਾ ਫਰਨੀਚਰ ਸਟੋਰ ਹੈ, ਹਰ ਪ੍ਰਕਾਰ ਦਾ ਫਰਨੀਚਰ ਤੁਸੀਂ ਉੱਥੋਂ ਲੈ ਸਕਦੇ ਹੋ। 3452 ਸਨਰਿਜ ਵੇ, ਨਾਰਥ ਈਸਟ ਕੈਲਗਰੀ, 403726 6200। ਲਾਈਟ ਸਪੀਡ ਲੌਜਿਸਟਿਕ ਵਾਲੇ ਹਾਇਰਿੰਗ ਕਰ ਰਹੇ ਨੇ। ਅਲਬਰਟਾ BC ਲੈਣ ਵਾਸਤੇ $1.80 ਪਰ ਮਾਈਲ ਦੇ ਰਹੇ ਨੇ। 4003 483 2802 403 483 2802 ਦੇ ਉੱਤੇ ਤੁਸੀਂ ਫੋਨ ਕਰ ਸਕਦੇ ਹੋ ਜੀ। ਢਿੱਲੋਂ ਸਾਹਿਬ, ਆਪਾਂ ਗੱਲਬਾਤ ਕਰ ਰਹੇ ਸੀ ਕਿ ਕੀਸਟੋਨ ਦਾ ਜਿਹੜਾ ਮੁੱਦਾ ਹੈ ਉਹ ਕਾਫੀ ਗਰਮਾ ਗਿਆ ਇੱਕਦਮ। ਖਬਰ ਸੱਚੀ ਹੈ ਜਾਂ ਝੂਠੀ ਹੈ ਜਾਂ ਕਿੱਧਰੋਂ ਆਈ ਹੈ ਕਿੱਧਰੋਂ ਨਹੀਂ ਆਈ, ਪਰ ਜਦੋਂ ਇਲੈਕਸ਼ਨ ਚੱਲ ਰਹੀਆਂ ਸੀ ਤੇ ਇਹ ਬੜੀ ਚਰਚਾ ਚੱਲ ਰਹੀ ਸੀ ਕਿ ਟਰੰਪ ਸਾਹਿਬ ਕੈਨੇਡਾ ਲਈ ਵਧੀਆ ਨੇ ਜਾਂ ਜੋ ਬਿਡਨ, ਤੇ ਫਿਰ ਉਦੋਂ ਇਹੀ ਗੱਲਬਾਤ ਹੋ ਰਹੀ ਸੀ ਕਿ ਜੋ ਬਿਡਨ ਹੋ ਸਕਦਾ ਹੈ ਕਿ ਟਰੂਡੋ ਸਾਹਿਬ ਨਾਲ ਰਿਲੇਸ਼ਨ ਵਧੀਆ ਹੋਣ ਕਰਕੇ ਕੈਨੇਡਾ ਲਈ ਵਧੀਆ ਹੋਣ, ਪਰ ਅਲਬਰਟਾ ਨੂੰ ਨੁਕਸਾਨ ਹੋ ਸਕਦਾ ਹੈ। ਸੋ ਤੁਹਾਨੂੰ ਲੱਗਦਾ ਹੈ ਕਿ ਜੇਕਰ ਇਹ ਸੱਚੀ ਕੀਸਟੋਨ ਜੇਕਰ ਰੱਦ ਕਰ ਦਿੱਤੀ ਜਾਂਦੀ ਹੈ, ਕੈਂਸਲ ਕਰ ਦਿੱਤੀ ਜਾਂਦੀ ਹੈ, ਤਾਂ ਫਿਰ ਇਹ ਉਹੀ ਗੱਲ ਸੱਚੀ ਹੋਣ ਜਾ ਰਹੀ ਹੈ ਜੀ ਕਿ ਹੋ ਸਕਦਾ ਹੈ ਕਿ ਬਿਡਨ ਸਾਹਿਬ ਦੇ ਪ੍ਰੈਜ਼ੀਡੈਂਟ ਬਣਨ ਨਾਲ ਕੈਨੇਡਾ ਨੂੰ ਤਾਂ ਫਾਇਦਾ ਹੋ ਜਾਵੇ, ਪਰ ਅਲਬਰਟਾ ਨੂੰ ਇਸ ਦਾ ਸੇਕ ਜ਼ਰੂਰ ਲੱਗੇਗਾ। ਦੇਖੋ, ਪਹਿਲੀ ਗੱਲ ਹੈ ਕਿ ਅਜੇ ਸਾਰੀਆਂ ਗੱਲਾਂ ਜਿਹੜੀਆਂ ਨੇ ਉਹ ਪੱਤੇ ਖੁੱਲ੍ਹਣੇ ਅਜੇ ਬਾਕੀ ਨੇ ਜੀ। ਜਿਹੜੀ ਇਨਫੋਰਮੇਸ਼ਨ ਫਲੋ ਹੋਈ ਆ ਉਹਦਾ ਕੋਈ ਨਾ ਕੋਈ ਬੇਸ ਹੈਗਾ ਆ। ਆਪਾਂ ਇਸ ਮੈਮੋ ਦੀ ਵੀ ਗੱਲ ਨਾ ਕਰੀਏ, ਇਸ ਤੋਂ ਪਹਿਲਾਂ ਇਲੈਕਸ਼ਨ ਦੇ ਟਾਈਮ ਤੇ ਵੀ ਉਹਨਾਂ ਨੇ ਕਿਹਾ ਸੀਗਾ ਕਿ ਜਿਹੜਾ ਕੀਸਟੋਨ ਪਾਈਪਲਾਈਨ ਹੈਗੀ ਆ ਇਜ਼ ਅ ਰੋਂਗ ਡਿਸੀਜਨ, ਤੇ ਅਗਰ ਮੈਂ ਪ੍ਰੈਜ਼ੀਡੈਂਟ ਬਣ ਗਿਆ ਤੇ ਮੈਂ ਇਹਨੂੰ ਟਰਮੀਨੇਟ ਕਰ ਦੂੰਗਾ। ਸੋ ਇਹਦੇ 'ਚ ਕੋਈ ਨਵੀਂ ਗੱਲ ਨਹੀਂ ਉਹਨਾਂ ਨੇ ਐਡ ਕੀਤੀ ਜੀ। ਦੇਖੋ, ਔਰ ਦੂਸਰੀ ਗੱਲ ਹੈਗੀ ਹੈ ਕਿ ਕੈਨੇਡਾ ਦੇ ਨਾਲ ਰਿਲੇਸ਼ਨਸ US ਦੇ ਕੋਈ ਅੱਜ ਦੇ ਨਹੀਂ ਹੈਗੇ, ਕੋਈ ਜਾਂ ਉਹ ਨਾ ਤਾਂ ਟਰੂਡੋ ਸਾਹਿਬ ਤੋਂ ਸ਼ੁਰੂ ਹੋਏ ਨੇ ਤੇ ਨਾ ਟਰੰਪ ਸਾਹਿਬ ਤੇ ਖਤਮ ਹੋ ਜਾਣੇ। ਬਿਲਕੁਲ। ਸੋ ਇਹ ਜਿਹੜੇ ਰਿਲੇਸ਼ਨਸ ਹੁੰਦੇ ਨੇ ਕੰਟਰੀਜ਼ ਦੇ ਵਿੱਚ ਆਪਸ ਦੇ ਵਿੱਚ ਬੜੀ ਡੀਪ ਰੂਟਡ ਇੱਕ ਅੰਡਰਸਟੈਂਡਿੰਗ ਹੁੰਦੀ ਆ। ਤੁਸੀਂ ਕੱਲ੍ਹ ਦੀਆਂ ਗੱਲਾਂ ਨੇ ਜਦੋਂ ਬਰਾਕ ਓਬਾਮਾ ਦੋਨੋਂ ਪਾਸੇ, ਉਧਰ ਅਮਰੀਕਾ ਦੀ ਫੋਰਸਿਸ ਇਰਾਕ 'ਚ ਉਲਝੀਆਂ ਹੋਈਆਂ ਸੀ, ਉਧਰ ਅਫਗਾਨਿਸਤਾਨ 'ਚ ਉਲਝੀਆਂ ਹੋਈਆਂ ਸੀਗੀਆਂ, ਤੇ ਕੈਨੇਡਾ ਸਪੋਰਟਿੰਗ ਰੋਲ 'ਚ ਵਿੱਚ ਸੀਗੀ, ਬਿਲਕੁਲ ਸ਼ਾਨਾ ਬਸ਼ਾਨਾ ਜਿਹਨੂੰ ਆਪਾਂ ਕਹਿੰਦੇ ਮੋਢੇ ਨਾਲ ਮੋਢਾ ਜੋੜ ਕੇ US ਫੋਰਸਿਸ ਦੇ ਨਾਲ ਅਫਗਾਨਿਸਤਾਨ ਦੇ ਵਿੱਚ ਵੀ ਅਮਰੀਕਨ ਫੋਰਸਿਸ ਦੇ ਨਾਲ ਸਪੋਰਟ ਕਰ ਰਹੇ ਸੀਗੇ। ਉਧਰੋਂ ਇਰਾਕ ਦੇ ਵਿੱਚ ਵੀ ਇਹਨਾਂ ਨੇ ਜਿਹੜਾ ਭਾਵੇਂ ਇਹਨਾਂ ਨੇ ਲੇਟਰ ਔਨ ਆ ਕੇ ਕੰਬੈਟ ਆਪਰੇਸ਼ਨਸ ਬੰਦ ਕੀਤੇ ਸੀ, ਬਟ ਆਪਰੇਸ਼ਨਲ ਜਿਹੜੇ ਰੋਲ ਸੀਗੇ, ਜਿਹੜੇ ਟ੍ਰੇਨਿੰਗ ਨਾਲ ਰਿਲੇਟਡ ਜਿਹੜੇ ਰੋਲ ਸੀਗੇ, ਉਹ ਕੈਨੇਡੀਅਨ ਫੋਰਸਿਸ ਜਿਹੜੀਆਂ ਨੇ ਉਹ ਕੰਟੀਨਿਊਸਲੀ ਕਰਦੀਆਂ ਰਹੀਆਂ। ਸੋ ਦਾ ਲਿੰਕ ਬਿਟਵੀਨ ਦਾ ਕੰਟਰੀਜ਼ ਇਜ਼ ਦੇਅਰ। ਸਵਾਲ ਤਾਂ ਹੁਣ ਇਹ ਹੈਗਾ ਹੈ ਕਿ ਤੁਸੀਂ ਬਾਰ-ਬਾਰ, ਮੈਂ ਇੱਕੋ ਹੀ ਗੱਲ ਪਹਿਲਾਂ ਵੀ ਆਪਣੀ ਹੋਈ ਆ ਕਿ ਕੋਈ ਵੀ ਜਿਹੜਾ ਕੰਟਰੀ ਆ ਔਰ ਪ੍ਰੋਵਿੰਸ ਆ, ਉਹਨੂੰ ਆਪਣੇ ਸੋਲੂਸ਼ਨ ਆਪ ਲੱਭਣੇ ਚਾਹੀਦੇ ਆ। ਹੁਣ ਅਗਰ ਆਪਾਂ ਇਹ ਗੱਲ ਕਹੀਏ ਕਿ ਜੀ ਕੀਸਟੋਨ ਪਾਈਪਲਾਈਨ ਤੋਂ ਇਲਾਵਾ ਕੀ ਸਾਡੇ ਕੋਲ ਆਲਟਰਨੇਟ ਅਰੇਂਜਮੈਂਟ ਨਹੀਂ ਸੀ ਹੈਗਾ, ਸਾਡੇ ਕੋਲ ਬਹੁਤ ਮੌਕੇ ਸੀਗੇ, ਬਹੁਤ ਸੋਰਸਿਸ ਹੋਰ ਵੀ ਹੋ ਸਕਦੇ ਸੀ, ਪਰ ਜੇ ਤੁਸੀਂ ਥਿੰਕ ਹੀ ਨਹੀਂ ਕਰੋਗੇ, ਤੁਸੀਂ ਸੋਚੋਗੇ ਨਹੀਂ, ਚੱਲੋਗੇ ਹੀ ਨਹੀਂ, ਤੁਸੀਂ ਇਸ ਗੱਲ ਤੇ ਆਏ ਨਹੀਂ ਕਿ ਜੇ ਸਾਡੇ ਕੋਲ ਆਇਲ ਹੈਗੀ ਆ, ਕੀ ਅਸੀਂ ਇਹਦੇ ਤੋਂ ਬਾਈ ਪ੍ਰੋਡਕਟਸ ਬਣਾ ਸਕਦੇ ਹਾਂ, ਇੱਥੇ ਕੋਈ ਐਸਾ ਸੈਟਅਪ ਕਰ ਸਕਦੇ ਹਾਂ ਜਿਹੜਾ ਸਾਡਾ ਜਿਹੜਾ ਪ੍ਰੋਡਕਟ ਹੈਗਾ ਉਹ ਇੱਥੇ ਹੀ ਕੰਜ਼ਿਊਮ ਹੋਵੇ, ਉਹਦੇ ਤੋਂ ਅਸੀਂ ਬੈਨੀਫਿਟ ਲੈ ਸਕੀਏ। ਸੋ ਇਹਨਾਂ ਕੋਲ ਸਾਇੰਟਿਸਟ ਅਵੇਲੇਬਲ ਨੇ, ਇਹਨਾਂ ਨੂੰ ਗਾਈਡ ਕਰਨ ਵਾਲੇ ਜਿਹੜੇ ਸਪੈਸ਼ਲਿਸਟ ਹੈਗੇ ਨੇ ਅਵੇਲੇਬਲ ਹੈਗੇ ਨੇ। ਇਹਨਾਂ ਕੋਲ ਇਹ ਤਾਂ ਨਹੀਂਗਾ ਵੀ ਇਹ ਸਧਾਰਨ ਬੰਦੇ ਵਾਂਗੂ ਕਿਤੇ ਰੋਡ ਤੇ ਤੁਰੇ ਫਿਰ ਰਹੇ, ਇਹਨਾਂ ਨੂੰ ਕੋਈ ਇਨਫੋਰਮੇਸ਼ਨ ਨਹੀਂ। ਸੋ ਇਨਫੋਰਮੇਸ਼ਨ ਇਹਨਾਂ ਕੋਲ ਹੈਗੀ ਹੈ। ਕੁਐਸਚਨ ਇਜ਼ ਕਿ ਹਾਊ ਯੂ ਪੁੱਟ ਇਨਟੂ ਪ੍ਰੈਕਟਿਸ। ਤੇ ਇਹਨਾਂ ਦਾ ਹੁਣ ਤੱਕ ਮੈਂ ਇੱਕ ਜੋਕ ਦੇ ਨਾਲ ਮੈਂ ਕਹੂੰਗਾ ਕਿ ਜਿਹੜਾ ਅਲਬਰਟਾ ਦੀ ਜਿਹੜੀ ਲੀਡਰਸ਼ਿਪ ਰਹੀ ਹੈ ਉਹ ਬੜਾ ਵਧੀਆ ਜੋਕ ਇਹਨਾਂ ਦੇ ਫਿੱਟ ਪੈਂਦਾ। ਉਹ ਕਹਿੰਦੇ ਆ ਕਿ ਲੋਂਬੜੀ ਦੇ ਬੱਚੇ ਜਿਹੜੇ ਸੀ ਉਹ ਗੁਫਾ ਦੇ ਵਿੱਚ ਸੀਗੇ, ਤੇ ਜਦੋਂ ਲੋਂਬੜੀ ਨੇ ਦੇਖਿਆ ਵੀ ਗੁਫਾ ਦੇ ਬਾਹਰ ਸ਼ੇਰ ਬੈਠਾ ਹੈ ਤੇ ਉਹ ਘਬਰਾ ਗਈ ਤੇ ਉਹ ਦੌੜੀ ਜੰਗਲ ਵੱਲ ਨੂੰ, ਉਹਨੇ ਆਖਿਆ ਵੀ ਮੈਂ ਕਿਸੇ ਤੋਂ ਹੈਲਪ ਲੈ ਲਾ, ਤੇ ਉਹ ਆਲਾ ਦੁਆਲਾ ਦੇਖਿਆ ਹੋਰ ਤੇ ਉਹਨੂੰ ਲੱਭਿਆ, ਉਹਨੂੰ ਬਾਂਦਰ ਦਿਖਿਆ। ਉਹ ਕਹਿੰਦੀ ਕਿ ਬਾਂਦਰ ਵੀਰ ਆਈ ਜਰਾ ਮੇਰੀ ਹੈਲਪ ਕਰੀ। ਉਹ ਬਾਂਦਰ ਨੇ ਮਾਰੀ ਛੱਲੇ ਛਾਲ, ਉਹ ਕਹਿੰਦੇ ਵੀ ਮੈਂ ਲੋਂਬੜੀ ਭੈਣ ਨੇ ਬੁਲਾਇਆ ਤੇ ਮੈਂ ਉਹਨੂੰ ਸੁਣਾ ਉਹਦੀ ਕੀ ਲੋੜ ਹੈਗੀ ਤੇ ਮੈਂ ਹੈਲਪ ਕਰਾਂ। ਤੇ ਜਦੋਂ ਉਹਨੇ ਬੈਠ ਕੇ ਸੁਣਿਆ ਵੀ ਇਹਦੇ ਤੇ ਬੱਚੇ ਜਿਹੜੇ ਨੇ ਗੁਫਾ 'ਚ ਨੇ ਤੇ ਸ਼ੇਰ ਸਾਹਮਣੇ ਬੈਠਾ ਹੈ, ਉੱਥੇ ਹੈਲਪ ਮੰਗ ਰਹੀ ਹੈ, ਤੇ ਬਾਂਦਰ ਨੂੰ ਪੈ ਗਏ ਪਿੱਸੂ। ਉਹ ਦੌੜਿਆ, ਕਦੀ 25-30 ਫੁੱਟ ਸੱਜੇ, 25-30 ਫੁੱਟ ਖੱਬੇ, ਉੱਪਰ ਜਾਵੇ ਥੱਲੇ ਆਵੇ, ਕਦੀ ਝਾੜ ਤੇ ਚੜ ਜੇ, ਕਦੀ ਕਿਸੇ ਜਾ ਕੇ ਡਾਹਣ ਖਿੱਚੇ, ਪੱਤੀਆਂ ਥੱਲੇ ਸੁੱਟ ਦੇਵੇ। ਉਹ ਲੋਂਬੜੀ ਆਲੇ ਦੁਆਲੇ ਬੈਠੇ ਦੇਖੀ ਜਾਵੇ ਵੀ ਮੈਂ ਇਹਨੂੰ ਕੰਮ ਕੁਛ ਕਿਹਾ, ਕਰੀ ਕੁਛ ਜਾ ਰਿਹਾ। ਉਹ ਜਦੋਂ ਉਹਨੂੰ 15-20 ਮਿੰਟ ਦੌੜ ਭਜਾਈ ਕਰ ਲਈ, ਜਦੋਂ ਸਾਹ ਚੜ ਗਿਆ ਤੇ ਕੋਲ ਆ ਕੇ ਬੈਠ ਗਿਆ, ਤੇ ਲੋਂਬੜੀ ਉਹਨੂੰ ਕਹਿੰਦੀ ਕਿ ਬਾਂਦਰ ਵੀਰ ਮੈਂ ਤੇ ਤੇਰੇ ਕੋਲ ਹੈਲਪ ਮੰਗੀ ਹੈ। ਕਹਿੰਦਾ ਦੇਖ ਭੈਣ, ਤੂੰ ਮੈਨੂੰ ਕੰਮ ਕਿਹਾ, ਮੇਰਾ ਫਰਜ਼ ਸੀਗਾ ਤੇਰੇ ਕੰਮ ਵਾਸਤੇ ਭੱਜ ਨੱਠ ਕਰਨੀ। ਉਹ ਕਹਿੰਦਾ ਮੈਂ ਪੂਰੀ ਕੀਤੀ ਹੈ, ਤੇ ਬੱਚੇ ਹੁਣ ਤੇਰੇ ਰੱਬ ਬਚਾਏਗਾ। ਰਿਜ਼ਲਟ ਤਾਂ ਮੈਨੂੰ ਕੋਈ ਪਤਾ ਨਹੀਂ। ਹਾਂਜੀ, ਤੇ ਬੱਚੇ ਤੇਰੇ ਰੱਬ ਬਚਾਏਗਾ। ਤੇ ਹਰ ਵਾਰੀ ਜਿਹੜੀ ਸਾਡੀ ਅਲਬਰਟਾ ਦੀ ਲੀਡਰਸ਼ਿਪ ਹੈ ਉਹ ਸਾਨੂੰ ਇਹ ਸੁਨੇਹਾ ਦਿੰਦੀ ਹੈ ਕਿ ਦੇਖੋ ਜੀ ਅਸੀਂ ਭੱਜ ਨੱਠ ਪੂਰੀ ਕੀਤੀ, ਬਸ ਬੱਚੇ ਤੁਹਾਡੇ ਰੱਬ ਬਚਾਏਗਾ। ਤੇ ਜੇ ਅਸੀਂ ਹੈ ਹੀ ਰੱਬ ਆਸਰੇ ਤਾਂ ਠੀਕ ਹੈ ਜੀ, ਫਿਰ ਤੁਸੀਂ ਆਪਣੀਆਂ ਕੁਰਸੀਆਂ ਛੱਡੋ, ਘਰ ਨੂੰ ਜਾਓ। ਸਹੀ ਗੱਲ ਹੈ ਜੀ।
ਸੋ ਪੰਜਾਬੀ ਨੈਸ਼ਨਲ ਦੇ ਉੱਤੇ ਪ੍ਰਾਈਮ ਟਾਈਮ ਸ਼ੋਅ ਦੇ ਵਿੱਚ ਤੁਸੀਂ ਸ਼ਾਮਲ ਹੋ। ਮੈਂ ਰਣਜੀਤ ਸਿੱਧੂ, ਮੇਰੇ ਨਾਲ ਜੱਗੀ ਢਿੱਲੋਂ ਜੀ ਨੇ, ਅਤੇ ਜੇਕਰ ਤੁਸੀਂ ਕੋਈ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਨੀ ਹੋਵੇ ਸਾਡੇ ਨੰਬਰ 403 204 0011 403 204 0011 ਦੇ ਉੱਤੇ ਤੁਸੀਂ ਗੱਲਬਾਤ ਕਰਕੇ ਪ੍ਰੋਗਰਾਮ ਦੇ ਵਿੱਚ ਜਿਹੜਾ ਹੈ ਜੀ ਹਿੱਸਾ ਲੈ ਸਕਦੇ ਹੋ। ਇਸ ਸਮੇਂ ਸਾਡੇ ਨਾਲ ਸਮਾਂ ਹੋ ਗਿਆ ਕਿ ਸਾਡੇ ਨਾਲ ਟੀਮ, ਸਾਡੀ ਮੈਂਬਰ ਨੇ ਐਡਮਿੰਟਨ ਸ਼ਹਿਰ ਤੋਂ ਮਨਜੀਤ ਸਿੰਘ ਜੀ, ਉਹ ਸਾਡੇ ਨਾਲ ਗੱਲਬਾਤ ਦੇ ਵਿੱਚ ਹਿੱਸਾ ਲੈਣਗੇ ਤੇ ਐਡਮਿੰਟਨ ਤੋਂ ਜਿਹੜੀ ਵਿਸ਼ੇਸ਼ ਰਿਪੋਰਟ ਹੁੰਦੀ ਹੈ ਉਸ ਬਾਰੇ ਦੱਸਣਗੇ ਤੇ ਕਰੋਨਾ ਦੀ ਅਪਡੇਟ ਜਿਹੜੀ ਹੈ ਉਹ ਸਾਡੇ ਨਾਲ ਸਾਂਝੀ ਕਰਨਗੇ। ਸੋ ਅਸੀਂ ਇੰਤਜ਼ਾਰ ਕਰ ਰਹੇ ਹਾਂ ਮਨਜੀਤ ਸਿੰਘ ਹੋਣਾ ਦਾ ਕਿ ਉਹ ਸਾਡੇ ਨਾਲ ਸ਼ਾਮਲ ਹੋਣ ਇਸ ਪ੍ਰੋਗਰਾਮ ਦੇ ਵਿੱਚ। ਇਸ ਪ੍ਰੋਗਰਾਮ ਦੇ ਸਪਾਂਸਰ ਨੇ ਜੀ ਮਰਸੀਡੀਜ਼ ਬੈਂਜ਼ ਕੰਟਰੀ ਹਿਲ ਤੋਂ ਗੌਰਵ ਸ਼ਰਮਾ ਜੀ, 403 903 67 57, ਹਰਪਿੰਦਰ ਸਿੱਧੂ ਇੰਸ਼ੋਰੈਂਸ ਐਕਸਪਰਟ ਨੇ 403 404 3500, ਕੁਆਲਿਟੀ ਟਰਾਂਸਮਿਸ਼ਨ ਤੋਂ ਪਾਲੀਵਰਕ 403 228 0000 ਅਤੇ ਬ੍ਰਿਕ ਕਲੀਅਰੈਂਸ ਸੈਂਟਰ ਬਹੁਤ ਵੱਡਾ ਫਰਨੀਚਰ ਦਾ ਸਟੋਰ ਹੈ 3451 ਸਨਰਿਜਵੇ ਨਾਰਥ ਈਸਟ ਕੈਲਗਰੀ 403 726 6200 ਅਤੇ ਲਾਈਟ ਸਪੀਡ ਲੌਜਿਸਟਿਕ ਵਾਲੇ ਹਾਇਰਿੰਗ ਕਰ ਰਹੇ ਨੇ। ਇਹਨਾਂ ਨੂੰ ਅਲਬਰਟਾ BC ਲੈਣ ਵਾਸਤੇ ਓਨਰ ਆਪਰੇਟਰ ਚਾਹੀਦੇ ਨੇ, $1.80 ਪਰ ਮਾਈਲ ਦੇ ਰਹੇ ਨੇ। ਫੋਨ ਨੰਬਰ ਹੈ 403 483 2802 403 483 2802 ਦੇ ਉੱਤੇ ਜਿਹੜਾ ਜੀ ਕਾਲ ਕੀਤਾ ਜਾ ਸਕਦਾ ਹੈ ਲਾਈਟ ਸਪੀਡ ਲੌਜਿਸਟਿਕ ਵਾਲਿਆਂ ਨੂੰ ਹਾਇਰਿੰਗ ਵਾਸਤੇ। ਇਹ ਪ੍ਰੋਗਰਾਮ ਜਿਹੜਾ ਜੀ ਇਸ ਦੇ ਵਿੱਚ ਇਸ ਸਮੇਂ ਸਾਡੇ ਨਾਲ ਮਨਜੀਤ ਸਿੰਘ ਸ਼ਾਮਲ ਹੋ ਚੁੱਕੇ ਨੇ, ਐਡਮਿੰਟਨ ਸ਼ਹਿਰ ਤੋਂ ਸਾਡੀ ਟੀਮ ਦੇ, ਪੰਜਾਬੀ ਨੈਸ਼ਨਲ ਟੀਮ ਦੇ ਅਹਿਮ ਮੈਂਬਰ ਨੇ। ਮਨਜੀਤ ਜੀ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਰਣਜੀਤ ਭਾਜੀ, ਜੱਗੀ ਭਾਜੀ, ਸਤਿ ਸ਼੍ਰੀ ਅਕਾਲ ਜੀ। ਸਾਰੇ ਪੰਜਾਬੀ ਨੈਸ਼ਨਲ ਟੈਲੀਵਿਜ਼ਨ ਦੇ ਜਿਹੜੇ ਦਰਸ਼ਕ ਸਾਡੇ ਨਾਲ ਜੁੜੇ ਹੋਏ ਨੇ, ਸਾਰਿਆਂ ਦਾ ਸਵਾਗਤ ਹੈ ਜੀ ਐਡਮਿੰਟਨ ਸਟੂਡੀਓ ਤੋਂ ਮਨਜੀਤ ਸਿੰਘ ਫਿਰਮਲ ਵੱਲੋਂ ਜੀ। ਜੀ ਮਨਜੀਤ ਭਾਜੀ, ਕੀ ਰਿਪੋਰਟ ਹੈ ਜੀ ਐਡਮਿੰਟਨ ਸ਼ਹਿਰ ਤੋਂ, ਕੀ ਖਬਰਾਂ ਲੈ ਕੇ ਹਾਜ਼ਰ ਹੋ ਜੀ? ਭਾਜੀ ਅੱਜ ਦੀ ਜਿਹੜੀ ਸ਼ੁਰੂਆਤ ਆ ਜੀ ਵੈਕਸੀਨ ਦੀ ਸ਼ੁਰੂਆਤ ਤੋਂ ਕਰਦੇ ਹਾਂ ਜੀ। ਜੀ ਅੱਜ ਜੀ ਅਲਬਰਟਾ ਦੇ ਚੀਫ ਮੈਡੀਕਲ ਆਫੀਸਰ ਡਾਕਟਰ ਡੀਨਾ ਹਿੰਸ਼ਾ ਨੇ ਜਿਹੜੀ ਡੇਲੀ ਅਪਡੇਟ ਦਿੰਦੇ ਨੇ, ਉਹਦੇ ਵਿੱਚ ਇਨਫੋਰਮੇਸ਼ਨ ਦਿੱਤੀ ਹੈ ਕਿ ਪਿਛਲੇ 24 ਘੰਟਿਆਂ ਦੇ ਵਿੱਚ 8500 ਦੇ ਲਗਭਗ ਟੈਸਟ ਕੀਤੇ ਗਏ ਜੀ। ਅੱਛਾ ਜੀ। ਔਰ 474 ਜਿਹੜੇ ਨੇ ਨਵੇਂ ਕੇਸ ਰਜਿਸਟਰ ਹੋਏ ਨੇ ਔਰ ਪੋਜ਼ਿਟਿਵਿਟੀ ਰੇਟ ਜਿਹੜਾ ਹੈ ਜੀ ਉਹ 5.4 ਰਿਹਾ। ਕਾਫੀ ਦਿਨਾਂ ਬਾਅਦ ਨੰਬਰ ਜਿਹੜੇ ਘਟੇ ਨੇ ਔਰ ਉਹਨਾਂ ਦੇ ਖੁਸ਼ੀ ਵੀ ਦੇਖੀ ਜਾ ਰਹੀ ਸੀ ਕਿ ਜਿਹੜੇ ਅਲਬਰਟਾ ਹੈਲਥ ਸਰਵਿਸਿਜ਼ ਦੇ ਸਾਰੇ ਲੱਗੇ ਹੋਏ ਨੇ ਕੰਮਕਾਰ ਦੇ ਵਿੱਚ, ਉਹਨਾਂ ਦੀ ਜਿਹੜੀ ਮਿਹਨਤ ਆ ਔਰ ਅਲਬਰਟਨਸ ਨੇ ਹੌਲੀਡੇਜ਼ ਦੇ ਵਿੱਚ ਜਿਹੜਾ ਸੈਕਰੀਫਾਈਸ ਦਿੱਤਾ ਹੈ ਇਹਨਾਂ ਰਿਸਟ੍ਰਿਕਸ਼ਨਸ ਨੂੰ ਫੋਲੋ ਕਰਕੇ, ਤੇ ਉਹਦੇ ਨਾਲ ਕਾਫੀ ਵਧੀਆ ਰਿਜ਼ਲਟ ਆਏ ਨੇ ਜੀ। ਬਿਲਕੁਲ ਮਨਜੀਤ ਜੀ, ਇੱਥੇ ਬਿਲਕੁਲ ਸਹੀ ਤੁਹਾਡੀ ਗੱਲ ਹੈ ਕਿ ਜਿਹੜੇ ਨੰਬਰਸ ਨੇ ਭਾਵੇਂ ਕਿ ਹਜੇ ਵੀ ਬਹੁਤ ਜ਼ਿਆਦਾ ਘੱਟ ਨਹੀਂ ਹੈ, 400 ਤੋਂ ਉੱਪਰ ਨੰਬਰ ਨੇ, ਪਰ ਜਿਸ ਤਰ੍ਹਾਂ ਦੇ ਨੰਬਰ 2-3 ਹਫ਼ਤੇ ਪਹਿਲਾਂ ਆਉਣੇ ਸ਼ੁਰੂ ਹੋ ਗਏ ਸੀ, 1000 1100 1200 ਨੰਬਰ ਜਿਹੜੇ ਐਡ ਹੋਣ ਲੱਗ ਪਏ ਸੀ, ਉਹ ਕਾਫੀ ਡਰਾਉਣੇ ਨੰਬਰ ਸੀਗੇ। ਸੋ ਉਸ ਦੇ ਕੰਪੈਰੀਜ਼ਨ ਜੇਕਰ ਦੇਖਿਆ ਜਾਵੇ ਤਾਂ ਨੰਬਰ ਕਾਫੀ ਘੱਟ ਨੇ। ਜੋ ਰਿਸਟ੍ਰਿਕਸ਼ਨਸ ਅਲਬਰਟਾ ਸਰਕਾਰ ਵੱਲੋਂ ਲਗਾਈਆਂ ਗਈਆਂ ਸੀ, ਇਸ ਤਰ੍ਹਾਂ ਲੱਗ ਰਿਹਾ ਕਿ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਥੋੜ੍ਹੀਆਂ ਜਿਹੀਆਂ ਪ੍ਰਭਾਵੀ ਜਾਪ ਰਹੀਆਂ ਨੇ। ਉਹਨਾਂ ਦਾ ਅਸਰ ਜਿਹੜਾ ਹੈ ਜੀ ਉਹ ਦੇਖਣ ਦੇ ਵਿੱਚ ਢਿੱਲੋਂ ਸਾਹਿਬ ਤੇ ਮਨਜੀਤ ਜੀ ਦੇਖਣ ਨੂੰ ਮਿਲ ਰਿਹਾ ਹੈ ਜੀ। ਬਿਲਕੁਲ ਰਣਜੀਤ ਜੀ। ਮਨਜੀਤ ਜੀ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਤਾਂ, ਤੇ ਸਤਿ ਸ਼੍ਰੀ ਅਕਾਲ ਜੀ। ਮੈਂ ਇੱਕ ਗੱਲ ਇਹੀ ਗੱਲ ਐਡ ਕਰਨੀ ਚਾਹੂੰਗਾ ਤੁਹਾਡੀ ਰਿਪੋਰਟ ਨੂੰ ਲੈ ਕੇ ਕਿ ਕਾਫੀ ਵਾਰੀ ਇਹ ਦੇਖਿਆ ਗਿਆ ਕਿ ਜਿਹੜੀ ਖਾਸ ਕਰਕੇ ਯੰਗ ਜਨਰੇਸ਼ਨ ਹੈਗੀ ਹੈ, ਉਹਨਾਂ ਨੇ ਬੜੀ ਫਰਸਟ੍ਰੇਸ਼ਨ ਦਿਖਾਈ ਆ ਹਰ ਵਾਰੀ ਜਦੋਂ ਇਹ ਲੋਕਡਾਊਨ ਕੰਡੀਸ਼ਨਸ ਜਾਂ ਜਿਹੜੀ ਮੂਵਮੈਂਟ ਦੇ ਉੱਤੇ ਰਿਸਟ੍ਰਿਕਸ਼ਨਸ, ਤੁਸੀਂ ਕਿੱਥੇ ਕਿੰਨੇ ਜਣੇ ਮਿਲ ਸਕਦੇ ਹੋ, ਕਿੱਥੇ ਕਿੰਨੇ ਜਣੇ ਨਹੀਂ ਜਾ ਸਕਦੇ, ਜਦੋਂ ਵੀ ਇਹ ਗੱਲਾਂ ਜਿਹੜੀਆਂ ਨੇ ਸਾਹਮਣੇ ਆਈਆਂ ਨੇ ਉਹਨਾਂ ਨੇ ਬਹੁਤ ਗੁੱਸਾ ਦਿਖਾਇਆ। ਪਰ ਫਿਗਰਸ ਨੇ ਹਰ ਵਾਰੀ ਇਹ ਸ਼ੋਅ ਕੀਤਾ ਆ ਕਿ ਜਦੋਂ ਵੀ ਇਹ ਰਿਸਟ੍ਰਿਕਸ਼ਨਸ ਜਿਹੜੀਆਂ ਨੇ ਉਹ ਇਨਫੋਰਸ ਕੀਤੀਆਂ ਗਈਆਂ ਨੇ ਤੇ ਰਿਜ਼ਲਟਸ ਜਿਹੜੇ ਆ ਉਹ ਪੋਜ਼ਿਟਿਵ ਨਿਕਲੇ ਨੇ ਔਰ ਨੰਬਰਸ ਥੱਲੇ ਨੂੰ ਗਏ ਆ। ਬਿਲਕੁਲ ਜੀ, ਕਿਉਂਕਿ ਜਦੋਂ ਇਹੋ ਜਿਹੇ ਨੰਬਰਸ ਜਦੋਂ ਵੱਧਦੇ ਨੇ ਜੀ ਤੇ ਚੇਨ ਬ੍ਰੇਕਰ ਦੀ ਜ਼ਰੂਰਤ ਪੈਂਦੀ ਆ ਔਰ ਇਹ ਜਿਹੜੇ ਰਿਸਟ੍ਰਿਕਸ਼ਨਸ ਲੱਗੀਆਂ ਸੀ ਵਾਕਈ ਇਹਨਾਂ ਨੇ ਬਹੁਤ ਵਧੀਆ ਰਿਜ਼ਲਟ ਦਿੱਤੇ ਨੇ। ਰਣਜੀਤ ਭਾਜੀ, ਵੈਕਸੀਨੇਸ਼ਨ ਨੂੰ ਲੈ ਕੇ ਜੀ ਅੱਜ ਅਲਬਰਟਾ ਦੇ ਪ੍ਰੀਮੀਅਰ ਮਿਸਟਰ ਜੇਸਨ ਕੇਨੀ ਜੀ ਨੇ ਕਾਫੀ ਵਧੀਆ ਅਨਾਉਂਸਮੈਂਟਸ ਕੀਤੀਆਂ ਨੇ ਜੀ। ਉਹਨਾਂ ਨੇ ਸਭ ਤੋਂ ਪਹਿਲਾਂ ਤਾਂ ਜੀ ਇਹ ਕਿਹਾ ਕਿ ਜਿਹੜੀ ਸਪਲਾਈ ਜਿਹੜੀ ਆ ਉਹਦੀ ਕਮੀ ਆ ਰਹੀ ਆ ਔਰ ਟੀਕਾਕਰਨ ਦੀ ਜਿਹੜੀ ਪ੍ਰਕਿਰਿਆ ਵਾ ਉਹਦੇ ਵਿੱਚ ਰੁਕਾਵਟ ਆ ਰਹੀ ਹੈ ਜੀ, ਔਰ ਜਿਸ ਕਾਰਨ ਜਿਹੜੀਆਂ ਨਵੀਆਂ ਫਸਟ ਡੋਜ਼ਸ ਅਪਾਇੰਟਮੈਂਟ ਸੀਗੀਆਂ ਫਿਲਹਾਲ ਉਹ ਕੈਂਸਲ ਕਰ ਦਿੱਤੀਆਂ ਗਈਆਂ ਨੇ ਜੀ। ਔਰ ਜਿਹੜੀਆਂ ਮੌਜੂਦ ਸਾਡੇ ਕੋਲ ਸਟਾਕ ਪਿਆ ਵਾ ਜੀ ਵੈਕਸੀਨ ਦਾ, ਉਹਨਾਂ ਨੂੰ ਰੱਖ ਲਿਆ ਗਿਆ ਵਾ ਕਿ ਜਿਹੜੀਆਂ ਸੈਕੰਡ ਡੋਜ਼ ਅਪਾਇੰਟਮੈਂਟਸ ਹੋਣੀਆਂ ਨੇ, ਕਿਉਂਕਿ ਕਈਆਂ ਨੂੰ ਜਿਵੇਂ 3 ਹਫ਼ਤਿਆਂ ਬਾਅਦ ਜਾਂ 4 ਹਫ਼ਤਿਆਂ ਬਾਅਦ ਸੈਕੰਡ ਡੋਜ਼ ਲੱਗਣੀ ਆ, ਉਹਦੇ ਵਾਸਤੇ ਰਿਜ਼ਰਵ ਕਰ ਲਿਆ ਗਿਆ ਹੈ ਜੀ। ਔਰ ਜਦੋਂ ਸੈਕੰਡ ਡੋਜ਼ਸ ਅਪਾਇੰਟਮੈਂਟ ਜਿਹੜੀਆਂ ਸੀਗੀਆਂ ਉਹ ਕੈਂਸਲ ਨਹੀਂ ਹੋਣਗੀਆਂ ਔਰ ਉਹਨਾਂ ਨੇ ਕਿਹਾ ਕਿ ਜਿਹੜੀਆਂ ਰਿਕਮੈਂਡਡ ਟਾਈਮ ਫਰੇਮ ਆ ਜੀ ਉਹਦੇ ਵਿੱਚ ਹੀ ਲਗਾਈਆਂ ਜਾਣਗੀਆਂ। ਇਹ ਵੀ ਇੱਕ ਬੜੀ ਵਧੀਆ ਖਬਰ ਹੈ ਜੀ। ਜੀ ਬਿਲਕੁਲ।
ਇਸ ਨੂੰ ਅਗਰ ਕੰਟੀਨਿਊ ਕਰੀਏ ਜੀ ਤੇ ਦਸੰਬਰ 15 2020 ਤੋਂ ਲੈ ਕੇ ਹੁਣ ਤੱਕ ਅਲਬਰਟਾ ਹੈਲਥ ਸਰਵਿਸਿਜ਼ ਵੱਲੋਂ ਜੀ 90,000 ਡੋਸਸ ਜਿਹੜੀਆਂ ਨੇ ਫਸਟ ਡੋਜ਼ਸ ਉਹ ਦਿੱਤੀਆਂ ਜਾ ਚੁੱਕੀਆਂ ਨੇ ਜੀ। ਗੁੱਡ ਜੀ। ਔਰ ਜਿਹੜੇ ਸਾਡੇ ਪ੍ਰੀਮੀਅਰ ਨੇ ਜੇਸਨ ਕੇਨੀ ਜੀ, ਉਹਨਾਂ ਨੇ ਇਹ ਵੀ ਕਿਹਾ ਕਿ ਇਸ ਵੇਲੇ ਜਿਹੜੀ ਅਲਬਰਟਾ ਦੀ ਕੈਪੈਸਿਟੀ ਹੈ ਉਹ 50,000 ਡੋਸਸ ਦੀ ਅਸੀਂ ਹਰ ਹਫਤੇ ਐਡਮਿਨਿਸਟਰ ਕਰ ਸਕਦੇ ਹਾਂ। ਔਰ ਮਾਰਚ ਤੱਕ ਜਾਂਦਿਆਂ ਜੀ ਸਾਡੀ ਇਹ ਕੈਪੈਸਿਟੀ ਜਿਹੜੀ ਹੈ 2 ਲੱਖ ਡੋਜ਼ਸ ਪਰ ਵੀਕ ਹੋ ਜਾਵੇਗੀ। ਸੋ ਪੂਰੀਆਂ ਤਿਆਰੀਆਂ ਕੀਤੀਆਂ ਹੋਈਆਂ ਨੇ ਜੀ ਅਲਬਰਟਾ ਹੈਲਥ ਸਰਵਿਸਿਜ਼ ਵੱਲੋਂ। ਚੰਗੀ ਗੱਲ ਹੈ ਜੀ। ਹਾਂਜੀ, ਇਹ ਰਣਜੀਤ ਜੀ ਮਨਜੀਤ ਜੀ, ਜਿਹੜੀ ਗੱਲ ਆਪਾਂ ਕੱਲ ਵੀ ਕਰ ਰਹੇ ਸੀਗੇ ਸ਼ੇਅਰ ਕਿ ਇਹ ਜਿਹੜੀ ਡੋਜ਼ ਘਟਣ ਦੀ ਜਿਹੜੀ ਗੱਲ ਹੈਗੀ ਆ, ਉਹਦਾ ਕਾਰਨ ਲਾਰਜਲੀ ਇਹ ਹੈਗਾ ਕਿ ਜਿਹੜਾ ਫਾਈਜ਼ਰ ਦਾ ਬੈਲਜੀਅਮ ਤੋਂ ਪਲਾਂਟ ਹੈਗਾ ਜਿੱਥੋਂ ਇਹ ਡੋਜ਼ਸ ਆਣੀਆਂ ਸੀਗੀਆਂ, ਉਹਨਾਂ ਦੀ ਐਕਸਪੈਂਸ਼ਨ ਦੀ ਪਲਾਨ ਦੇ ਤਹਿਤ ਇਹ ਟੈਂਪਰੇਰੀ ਸੈਟਬੈਕ ਹੈਗਾ। ਪਰ ਇਹਦੇ ਜੇ ਅਸੀਂ ਲੌਂਗ ਟਰਮ ਬੈਨੀਫਿਟਸ ਦੇਖੀਏ ਤਾਂ ਜਿੰਨੀ ਕੈਪੈਸਿਟੀ ਇਹਨਾਂ ਦੀ ਹੁਣ ਸੀਗੀ ਪ੍ਰੋਡਕਸ਼ਨ ਦੀ, ਉਹਦੇ ਨਾਲੋਂ ਕਿਤੇ ਜ਼ਿਆਦਾ ਹੋ ਜਾਏਗੀ। ਸੋ ਇਹ ਨੰਬਰ ਯੈਸ ਫੈਬਰਰੀ ਦੇ ਵਿੱਚ ਅੰਡਰ ਪ੍ਰੈਸ਼ਰ ਰਹਿਣਗੇ, ਲੇਕਿਨ ਮਾਰਚ ਐਂਡ ਤੱਕ ਮੇਰਾ ਖਿਆਲ ਹੈ ਕਿ ਜੋ ਉਹਨਾਂ ਨੇ ਕਮਿਟਮੈਂਟ ਕੀਤੀ ਹੈ ਫਾਈਜ਼ਰ ਨੇ, ਉਹਦੇ ਤੋਂ ਸ਼ਾਇਦ ਉਹ ਆਪਣਾ ਐਕਸੀਡ ਕਰ ਜਾਣ। ਸੋ ਅਲਬਰਟਨਸ ਨੂੰ ਮੇਰਾ ਖਿਆਲ ਹੈ ਕਿ ਓਵਰਆਲ ਜਾਂ ਕੈਨੇਡੀਅਨਸ ਨੂੰ ਐਸ ਸੱਚ ਘਬਰਾਉਣ ਦੀ ਲੋੜ ਨਹੀਂ ਹੈਗੀ। ਥਿੰਗਸ ਆਰ ਇਨ ਦਾ ਪੋਜ਼ਿਟਿਵ ਫਰੇਮ ਆਫ ਸਿਚੁਏਸ਼ਨ, ਤੇ ਆਉਣ ਵਾਲੇ ਦਿਨਾਂ ਦੇ ਵਿੱਚ ਥੋੜੇ ਜਿਹੇ ਜਿਹੜੇ ਇਹ ਪਲੈਨਿੰਗ ਦੀ ਵਧੀਆ ਦੀ ਲੋੜ ਸੀਗੀ, ਮੈਂ ਕਹਿੰਦਾ ਕਿ ਬਹੁਤ ਅੱਛਾ ਇਹ ਫੈਸਲਾ ਹੈਗਾ, ਕਿਉਂਕਿ ਜਿਨ੍ਹਾਂ ਨੂੰ ਇੱਕ ਡੋਜ਼ ਆਲਰੇਡੀ ਲੱਗ ਚੁੱਕੀ ਹੈ ਉਹਨਾਂ ਦੀ ਜਿਹੜਾ ਰਿਪੀਟ ਡੋਜ਼ ਲੱਗਣੀ ਜਿਹੜੀ ਸੀਗੀ ਉਹ ਜ਼ਰੂਰੀ ਸੀਗੀ। ਸੋ ਜਿਹੜੇ ਨਵੇਂ ਜਿਨ੍ਹਾਂ ਨੂੰ ਇਮਿਊਨਾਈਜ਼ ਕਰਨਾ ਆ ਉਹ ਦੇ ਕੈਨ ਵੇਟ ਮੇ ਬੀ ਕਿ ਹੋਰ ਮੰਥ ਦੀ ਗੱਲ ਹੋਏਗੀ, ਲੇਕਿਨ ਇਹ ਬਹੁਤ ਅੱਛੀ ਪਲੈਨਿੰਗ ਆ। ਹੈਟਸ ਆਫ ਟੂ ਦਾ ਪਲੈਨਰਸ, ਅਗਰ ਉਹਨਾਂ ਨੇ ਇਹ ਚੀਜ਼ ਟਾਈਮ ਸਿਰ ਪਲਾਨ ਕਰਕੇ ਦੇਖ ਕੇ ਨੰਬਰਸ ਜਿਹੜੇ ਨੇ ਉਹ ਆਪਣੇ ਰਿਜ਼ਰਵ ਰੱਖੇ ਨੇ ਜਿਹੜੀ ਵੈਕਸੀਨ ਅਵੇਲੇਬਿਲਿਟੀ ਹੈ। ਸੋ ਇਹਦਾ ਆਉਣ ਵਾਲੇ ਟਾਈਮ ਦੇ ਵਿੱਚ ਆਪਾਂ ਨੂੰ ਓਵਰਆਲ ਫਾਇਦਾ ਹੀ ਹੋਣ ਵਾਲਾ ਜੀ। ਬਿਲਕੁਲ ਜੀ। ਪ੍ਰੀਮੀਅਰ ਜੈਸਨ ਕੇਨੀ ਜੀ ਨੇ ਅੱਜ ਇਹ ਵੀ ਕਿਹਾ ਕਿ ਅਲਬਰਟਾ ਜਿਹੜਾ ਹੈ ਜੀ ਕੈਨੇਡਾ ਦਾ ਪਹਿਲਾ ਸੂਬਾ ਬਣ ਗਿਆ ਹੈ ਜਿਸ ਨੇ ਆਪਣੇ ਜਿੰਨੇ ਵੀ ਹਾਈਲੀ ਸਿਗਨੀਫੀਕੈਂਟ ਐਂਡ ਹਾਈਲੀ ਵਲਨਰੇਬਲ ਪੀਪਲ ਸੀਗੇ ਉਹਨਾਂ ਨੂੰ ਪਹਿਲੇ ਦੌਰ ਦੀ ਜਿਹੜੀ ਵੈਕਸੀਨੇਸ਼ਨ ਆ ਜੀ ਉਹਦੇ ਵਿੱਚ ਸਫਲ ਹੋ ਚੁੱਕੇ ਹਾਂ ਅਸੀਂ। ਬਹੁਤ ਗੁੱਡ ਹੈ ਜੀ, ਬਹੁਤ ਗੁੱਡ ਹੈ, ਬਹੁਤ ਪੋਜ਼ਿਟਿਵ ਰਿਪੋਰਟ ਹੈ ਜੀ। ਤੇ ਇਹਦੇ ਨਾਲ ਇੱਕ ਹੋਰ ਖਬਰ ਹੈ ਜੀ, ਵੈਕਸੀਨੇਸ਼ਨ ਨਾਲ ਨਹੀਂ ਹੈ, ਇਹ ਟੈਸਟਿੰਗ ਨਾਲ ਰਿਲੇਟਡ ਹੈ ਜੀ। ਤੁਹਾਨੂੰ ਯਾਦ ਹੋਵੇਗਾ ਜੀ ਨਵੰਬਰ ਦੇ ਮਹੀਨੇ ਦੇ ਵਿੱਚ 2020 ਦੇ ਵਿੱਚ ਕੈਲਗਰੀ ਦੇ 에ਅਰਪੋਰਟ ਦੇ ਉੱਪਰ ਰੈਪਿਡ ਟੈਸਟਿੰਗ ਸ਼ੁਰੂ ਕਰ ਦਿੱਤੀ ਗਈ ਸੀ ਜੀ। ਹੁਣ ਉਹੀ ਫੈਸਿਲਿਟੀ ਜੀ ਫੈਬਰਰੀ 1 2021 ਤੋਂ ਐਡਮਿੰਟਨ ਇੰਟਰਨੈਸ਼ਨਲ 에ਅਰਪੋਰਟ ਤੋਂ ਵੀ ਸ਼ੁਰੂ ਕੀਤੀ ਜਾ ਰਹੀ ਹੈ। ਅੱਛਾ ਜੀ। ਇਹਦਾ ਫਾਇਦਾ ਇਹ ਹੋਵੇਗਾ ਜੀ ਜਿਹੜੇ ਸਾਡੇ ਇੰਟਰਨੈਸ਼ਨਲ ਟਰੈਵਲਰਸ ਆ ਰਹੇ ਨੇ ਉਹਨਾਂ ਨੂੰ 14 ਦਿਨ ਦਾ ਜਿਹੜਾ ਕੁਆਰੰਟਾਈਨ ਕਰਨਾ ਪੈਂਦਾ ਸੀ ਉਹ ਤੋਂ ਰਾਹਤ ਮਿਲ ਸਕਦੀ ਹੈ ਜੀ ਉਹਨਾਂ ਨੂੰ। ਬਿਲਕੁਲ ਬਿਲਕੁਲ, ਕਿਉਂਕਿ ਉੱਥੇ ਰੈਪਿਡ ਟੈਸਟਿੰਗ ਹੋਵੇਗੀ। ਤੁਸੀਂ ਆਪਸ਼ਨ ਲੈ ਸਕਦੇ ਜੇ ਅਗਰ ਤੁਹਾਡੀ ਰਿਪੋਰਟ 48 ਘੰਟੇ ਦੇ ਵਿੱਚ ਆ ਜਾਣੀ ਆ, ਨੈਗੇਟਿਵ ਆ ਜਾਂਦੀ ਹੈ ਜੀ, ਉਸ ਸੂਰਤ ਦੇ ਵਿੱਚ ਤੁਹਾਨੂੰ ਫਿਰ ਆਈਸੋਲੇਸ਼ਨ ਕਰਨ ਦੀ ਲੋੜ ਨਹੀਂ ਹੋਵੇਗੀ। ਪਰ ਸ਼ਰਤ ਜ਼ਰੂਰ ਹੈ ਜੀ ਅਲਬਰਟਾ ਸਰਕਾਰ ਦੀ ਕਿ ਤੁਸੀਂ 14 ਦਿਨ ਅਲਬਰਟਾ ਦੇ ਵਿੱਚ ਹੀ ਕੱਟਣੇ ਆ ਜੀ। ਜੀ ਠੀਕ ਹੈ ਜੀ। ਰਣਜੀਤ ਭਾਜੀ ਇੱਕ ਖਬਰ ਹੈ ਜੀ ਇੱਥੋਂ ਗੁਰਦੁਆਰਾ ਸਾਹਿਬ ਤੋਂ। ਜੀ ਰਾਮਗੜੀਆ ਗੁਰਦੁਆਰਾ ਸੁਸਾਇਟੀ ਆਫ ਐਡਮਿੰਟਨ ਹੈ ਜੀ ਇੱਥੇ। ਜੀ ਮਿਲਵੁੱਡ ਗੁਰਦੁਆਰਾ ਵੀ ਕਹਿ ਦਿੰਦੇ ਅਸੀਂ ਉੱਥੇ ਇਹਨਾਂ ਨੂੰ। ਤੇ ਇਹਨਾਂ ਦੇ ਜੀ ਇਲੈਕਸ਼ਨ ਹੋਏ ਨੇ ਮੈਨੇਜਮੈਂਟ ਕਮੇਟੀ ਦੇ, ਹਰ 2 ਸਾਲ ਬਾਅਦ ਹੁੰਦੇ ਨੇ। ਬਿਲਕੁਲ। ਔਰ ਨਵੀਂ ਕਮੇਟੀ ਜਿਹੜੀ ਹੈ ਜੀ ਉਸਦੀ ਚੋਣ ਕਰ ਲਈ ਗਈ ਹੈ। ਅੱਛਾ ਜੀ। ਹਾਂਜੀ, ਇਸ ਵਾਰੀ 2 ਸਲੇਟਾਂ ਸੀਗੀਆਂ ਜੀ। ਕਹਿਣ ਦਾ ਮਤਲਬ ਕਿ 2 ਟੀਮ ਸੀਗੀਆਂ ਸਾਰੀ ਹੀ ਪੋਜੀਸ਼ਨਸ ਦੇ ਲਈ ਜੀ। ਪਰ ਨਿਰਧਾਰਿਤ ਡੇਟ ਤੋਂ ਪਹਿਲਾਂ ਜੀ ਇੱਕ ਸਲੇਟ ਨੇ ਆਪਣੀ ਜਿਹੜੀ ਨਾਮਜ਼ਦਗੀ ਸੀ ਵਾਪਸ ਲੈ ਲਈ, ਜਿਸ ਕਰਕੇ ਇਹ ਜਿਹੜੀ ਚੋਣ ਸੀ ਸਰਬਸੰਮਤੀ ਦੇ ਨਾਲ ਹੀ ਕੰਪਲੀਟ ਹੋ ਗਈ ਜੀ। ਇਹ ਵੀ ਚੰਗੀ ਖਬਰ ਹੈ ਜੀ, ਬਿਲਕੁਲ ਚੰਗੀ ਖਬਰ ਹੈ ਜੀ। ਔਰ ਸਾਰੇ ਵਧਾਈ ਦੇ ਪਾਤਰ ਨੇ ਜੀ। ਇਹ ਇੰਨੀ ਸੂਝ ਸਾਡੀ ਕਮਿਊਨਿਟੀ ਦਿਖਾਵੇ ਹਰ ਜਗ੍ਹਾ ਦੇ ਉੱਤੇ, ਅਸੀਂ ਇਹੀ ਅਰਦਾਸ ਕਰਦੇ ਹਾਂ ਜੀ। ਪਹਿਲੀ ਗੱਲ ਤਾਂ ਇਹ ਹੈ ਜੀ ਕਿ ਇਲੈਕਸ਼ਨ ਨਹੀਂ ਹੋਈ, ਸਰਬਸੰਮਤੀ ਨਾਲ ਹੀ ਕਮੇਟੀ ਦੀ ਚੋਣ ਹੋ ਗਈ ਹੈ। ਬਹੁਤ ਵਧੀਆ ਗੱਲ ਹੈ। ਗੁਰਦੁਆਰੇ ਦੀ ਜਿੱਥੇ ਪ੍ਰਬੰਧਕ ਕਮੇਟੀ ਉੱਥੇ ਜਿੰਨੀ ਸੰਗਤ ਨੇ ਸਹਿਯੋਗ ਦਿੱਤਾ ਹੋਏਗਾ ਉਹ ਵਧਾਈ ਦੇ ਪਾਤਰ ਨੇ। ਦੂਸਰਾ ਕੋਵਿਡ ਟਾਈਮ ਤੇ, ਕਰੋਨਾ ਟਾਈਮ ਤੇ ਜਿੰਨੀਆਂ ਇਲੈਕਸ਼ਨ ਨਾ ਕਰਾਈਆਂ ਜਾਣ ਜੀ ਉਹ ਵੀ ਗੱਲ ਵਧੀਆ ਹੈ ਜੀ, ਕਿਉਂਕਿ ਜੇਕਰ ਵੋਟਰ ਵੋਟ ਪਾਉਣ ਆਉਂਦੇ ਨੇ ਕਿਸੇ ਵੀ ਹਾਲਤ ਦੇ ਵਿੱਚ ਤਾਂ ਉਹ ਰਿਸਕ ਵੀ ਜਿਹੜਾ ਵੱਧਦਾ ਹੈ ਜੀ। ਮੈਂ ਥੋੜਾ ਜਿਹਾ ਰਣਜੀਤ ਜੀ ਇਸ ਗੱਲ 'ਚ ਵੀ ਬਲੀਵ ਕਰਦਾ ਹਾਂ ਕਿ ਜਿੱਥੇ ਤੁਸੀਂ ਜਾਂਦੇ ਹੋ ਗੁਰੂ ਘਰ, ਤੁਸੀਂ ਸੇਵਾ ਭਾਵਨਾ ਜਾਂਦੇ ਹੋ, ਤੇ ਉੱਥੇ ਬੇਸਿਕਲੀ ਇੱਕ ਕਨਫਲਿਕਟ ਜਿੰਨੇ ਵੱਧ ਤੋਂ ਵੱਧ ਹੋ ਸਕਣ ਰਿਡਿਊਸ ਹੋਣੇ ਚਾਹੀਦੇ। ਔਰ ਪਿਆਰ ਮੁਹੱਬਤ ਨਾਲ ਚੀਜ਼ਾਂ ਜਿਹੜੀਆਂ ਨੇ ਉਹ ਨਿਪਰੇ ਚੜਨ, ਤੇ ਜਿੰਨੀ ਦਿਲ ਦੇ ਨਾਲ ਸਾਰੇ ਦਿਲ ਦੀ ਗਹਿਰਾਈ ਤੋਂ ਇਕੱਠੇ ਹੋ ਕੇ ਸਾਰੇ ਉੱਥੇ ਸੇਵਾ ਵੀ ਕਰਨ ਤੇ ਨਾਲੇ
ਗੁਰੂ ਘਰ ਦੇ ਦਰਸ਼ਨ ਵਾਸਤੇ ਵੀ ਜਾਣ ਤੇ ਜ਼ਿਆਦਾ ਉਹਦੇ 'ਚ ਮੇਰਾ ਖਿਆਲ ਹੈ ਕਿ ਖੁਸ਼ੀਆਂ ਨੇ, ਖੁਸ਼ੀ ਜ਼ਿਆਦਾ ਤੇ ਮਿਲਦੀ ਹੈ। ਜ਼ਿਆਦਾ ਮਤਲਬ ਨਿੱਘ ਤੁਹਾਨੂੰ ਮਹਿਸੂਸ ਹੋਏਗਾ, ਤੁਹਾਨੂੰ ਜ਼ਿਆਦਾ ਆਨੰਦ ਉੱਥੇ ਮਹਿਸੂਸ ਹੋਏਗਾ, ਬਜਾਏ ਇਹ ਕਿ ਮੈਨੇਜਮੈਂਟ ਕਮੇਟੀਆਂ ਬਣ ਜਾਣ, ਫਿਰ ਉਹ ਜਿਹੜੀ ਪਹਿਲੀ ਆ ਦੂਜੀ ਨੂੰ ਕ੍ਰਿਟਿਸਾਈਜ਼ ਕਰੀ ਜਾਏ, ਜਿਹੜੀ ਦੂਜੀ ਆ ਉਹ ਪਹਿਲੀ ਨੂੰ ਕ੍ਰਿਟਿਸਾਈਜ਼ ਕਰੀ ਜਾਏ। ਤੇ ਉੱਥੇ ਉਹਦੇ ਨਾਲੋਂ ਇਸ ਤਰੀਕੇ ਦਾ ਅਗਰ ਹਰ ਜਗ੍ਹਾ ਤੇ ਸਾਨੂੰ ਦੇਖਣ ਨੂੰ ਮਿਲੇ, ਮੈਂ ਕਹਿੰਦਾ ਜੀ ਕਿ ਬਹੁਤ ਵਧੀਆ ਗੱਲ ਹੈ ਔਰ ਖੁਸ਼ੀ ਨੇ। ਬਿਲਕੁਲ ਜੀ, ਪੁਰਾਣੀ ਜਿਹੜੀ ਪ੍ਰਬੰਧਕ ਕਮੇਟੀ ਸੀ ਔਰ ਨਵੀਂ ਪ੍ਰਬੰਧਕ ਕਮੇਟੀ ਦੋਨਾਂ ਵਿੱਚ ਬਹੁਤ ਪਿਆਰ ਹੈ ਜੀ। ਕੱਲ ਗੁਰਦੁਆਰਾ ਸਾਹਿਬ ਦੇ ਵਿੱਚ ਦੇਖਿਆ ਗਿਆ ਕਿਵੇਂ ਇੱਕ ਦੂਜੇ ਨਾਲ ਉਹ ਪਿਆਰ ਮੁਹੱਬਤ ਨਾਲ ਗੱਲਬਾਤ ਕਰ ਰਹੇ ਸੀ। ਬਹੁਤ ਵਧੀਆ ਜੀ। ਔਰ ਮੈਂ ਇੱਥੇ ਜੀ ਅਹੁਦੇਦਾਰਾਂ ਦੇ ਨਾਮ ਵੀ ਦੱਸ ਦੇਵਾਂ ਤੁਹਾਨੂੰ ਜਲਦੀ ਜੀ। ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਨਵੀਂ ਜਿਹੜੀ ਟੀਮ ਹੈ ਜੀ, ਇਹਦੇ ਵਿੱਚ ਪ੍ਰੈਜ਼ੀਡੈਂਟ ਦਾ ਜਿਹੜਾ ਅਹੁਦਾ ਹੈ ਇਹ ਕਰਨੈਲ ਸਿੰਘ ਬਮਰਾ ਜੀ ਨੂੰ ਮਿਲਿਆ ਹੈ ਜੀ। ਵਾਈਸ ਪ੍ਰੈਜ਼ੀਡੈਂਟ ਜਿਹੜੇ ਨੇ ਜੀ ਉਹ ਹਰਪ੍ਰੀਤ ਸਿੰਘ ਜੁਟਲੇ ਬਣੇ ਨੇ। ਸੀਨੀਅਰ ਵਾਈਸ ਪ੍ਰੈਜ਼ੀਡੈਂਟ ਤਵਿੰਦਰ ਸਿੰਘ ਵਿਰਦੀ ਜੀ। ਜਨਰਲ ਸੈਕਟਰੀ ਜਸਬੀਰ ਸਿੰਘ ਭੁਈ, ਜੁਆਇੰਟ ਸੈਕਟਰੀ ਪਵਿੱਤਰ ਸਿੰਘ ਮੰਕੂ ਜੀ, ਸਟੇਟ ਸੈਕਟਰੀ ਤਜਿੰਦਰ ਸਿੰਘ ਮਠਾੜੂ ਅਤੇ ਖਜ਼ਾਨਚੀ ਦਾ ਅਹੁਦਾ ਜਿਹੜਾ ਹੈ ਜੀ ਉਹ ਇਕਬਾਲ ਸਿੰਘ ਭੋਗਲ ਨੂੰ ਮਿਲਿਆ ਹੈ। ਜਦਕਿ ਇਹਨਾਂ ਇਲੈਕਸ਼ਨਸ ਨੂੰ ਕਰਵਾਉਣ ਦੇ ਵਿੱਚ ਰਿਟਰਨਿੰਗ ਆਫੀਸਰ ਦੀ ਜਿਹੜੀ ਭੂਮਿਕਾ ਹੈ ਉਹ ਸਰਦਾਰ ਰੁਪਿੰਦਰ ਸਿੰਘ ਮਠਾੜੂ, ਜਿਹੜੇ ਕਿ ਇੱਥੇ ਫੈਂਸੀ ਡੋਰ ਐਂਡ ਵਿੰਡੋਜ਼ ਦੇ ਓਨਰ ਨੇ ਜੀ, ਉਹਨਾਂ ਵੱਲੋਂ ਨਿਭਾਈ ਗਈ ਸੀ। ਤੇ ਇਸ ਤਰੀਕੇ ਨਾਲ ਜੀ ਕਰਨੈਲ ਸਿੰਘ ਭਾਜੀ ਪਹਿਲਾਂ ਕਾਫੀ ਸਮਾਂ ਪਹਿਲਾਂ ਸੈਕਟਰੀ ਦੀ ਜੌਬ ਤੇ ਵੀ ਇਹ ਸੇਵਾ ਨਿਭਾ ਚੁੱਕੇ ਨੇ ਤੇ ਵਧੀਆ। ਬਿਲਕੁਲ ਜੀ, ਬਿਲਕੁਲ। ਲਗਾਤਾਰ ਉਹ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਸਿੱਧੇ ਜਾਂ ਸਿੱਧੇ ਤੌਰ ਤੇ ਜਿਹੜੀ ਭੂਮਿਕਾ ਵਾ ਉਹ ਨਿਭਾ ਰਹੇ ਨੇ ਜੀ। ਬਿਲਕੁਲ ਜੀ, ਸਾਰੀ ਟੀਮ ਨੂੰ ਅਸੀਂ ਬਹੁਤ-ਬਹੁਤ ਵਧਾਈ ਦਿੰਦੇ ਹਾਂ ਤੇ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਵਧੀਆ ਕੰਮਕਾਰ ਗੁਰਦੁਆਰਾ ਸਾਹਿਬ ਦੇ ਲਈ ਲੈ ਕੇ ਜਿਹੜਾ ਸਾਰੀ ਕਮਿਊਨਿਟੀ ਲਈ, ਸਾਰੀ ਸੰਗਤ ਲਈ ਲੈ ਕੇ ਹਾਜ਼ਰ ਹੋਣਗੇ ਜੀ। ਬਹੁਤ-ਬਹੁਤ ਮੁਬਾਰਕਾਂ। ਤੇ ਮਨਜੀਤ ਭਾਜੀ, ਕੋਈ ਹੋਰ ਵੀ ਅਪਡੇਟ ਹੈ ਜਾਂ ਕਰੋਨਾ ਬਾਰੇ ਕੋਈ ਅਪਡੇਟਸ ਤੁਸੀਂ ਦੇਣਾ ਚਾਹੋ ਜੀ? ਹੋਰ ਤੇ ਕਰੋਨਾ ਨਾਲ ਰਿਲੇਟਡ ਅਪਡੇਟ ਕੋਈ ਖਾਸ ਨਹੀਂ ਹੈ ਜੀ। ਬਸ ਇਹੀ ਆ, ਸਾਰਿਆਂ ਦਰਸ਼ਕਾਂ ਨੂੰ, ਦੋਸਤਾਂ ਮਿੱਤਰਾਂ ਨੂੰ ਗੁਜ਼ਾਰਿਸ਼ ਆ ਵੀ ਜਿਹੜੀ ਸਾਡੀਆਂ ਮੈਡੀਕਲ ਆਫੀਸਰਸ ਵੱਲੋਂ ਜਾਂ ਗਵਰਨਮੈਂਟ ਵੱਲੋਂ ਸਾਨੂੰ ਹਦਾਇਤਾਂ ਦਿੱਤੀਆਂ ਜਾਂਦੀਆਂ ਨੇ, ਉਹਨਾਂ ਦਾ ਅਸੀਂ ਲਗਾਤਾਰ ਉਹਨਾਂ ਦੀ ਪਾਲਣਾ ਕਰੀਏ, ਆਪਣੀਆਂ ਤੇ ਆਪਣਿਆਂ ਦੀ ਅਸੀਂ ਖੈਰ ਮੰਗੀਏ ਜੀ। ਤੇ ਮੈਨੂੰ ਮਨਜੀਤ ਸਿੰਘ ਨੂੰ ਇੱਥੋਂ ਹੀ ਇਜਾਜ਼ਤ ਦਿਓ ਜੀ। ਬਹੁਤ ਬਹੁਤ ਧੰਨਵਾਦ। ਸ਼ੁਕਰੀਆ ਮਨਜੀਤ ਜੀ, ਤੁਹਾਡਾ ਸ਼ੁਕਰੀਆ ਜੀ ਮਨਜੀਤ ਜੀ, ਸਮਾਂ ਦੇਣ ਲਈ ਬਹੁਤ-ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਇਹ ਸੀਗੇ ਸਾਡੇ ਮਨਜੀਤ ਸਿੰਘ, ਸਾਡੀ ਪੰਜਾਬੀ ਨੈਸ਼ਨਲ ਟੀਮ ਦੇ ਅਹਿਮ ਮੈਂਬਰ ਨੇ ਐਡਮਿੰਟਨ ਸ਼ਹਿਰ ਤੋਂ। ਬਹੁਤ ਵਧੀਆ ਜਾਣਕਾਰੀ ਸਾਡੇ ਨਾਲ ਸਾਂਝੀ ਕਰਕੇ ਗਏ ਨੇ। ਜੇਕਰ ਕੋਈ ਸਾਡੇ ਦਰਸ਼ਕ ਜਿਹੜੇ ਪੰਜਾਬੀ ਨੈਸ਼ਨਲ ਟੀਵੀ ਇਸ ਸਮੇਂ ਦੇਖ ਰਹੇ ਹੋਣ ਜਾਂ ਸਾਡੇ ਸਰੋਤੇ ਜਿਹੜੇ ਰੇਡੀਓ ਸੁਰ ਸੰਗਮ ਸੁਣ ਰਹੇ ਹੋਣ, ਜੇਕਰ ਕੋਈ ਪ੍ਰੋਗਰਾਮ ਦੇ ਵਿੱਚ ਗੱਲਬਾਤ ਦਾ ਹਿੱਸਾ ਲੈਣਾ ਚਾਹੋਣ ਤਾਂ ਸਾਡਾ ਨੰਬਰ ਹੈ 403 204 0011 403 204 0011 ਸਾਡਾ ਨੰਬਰ ਹੈ। ਇਸ ਨੰਬਰ ਤੇ ਕਾਲ ਕਰਕੇ ਤੁਸੀਂ ਗੱਲਬਾਤ ਦੇ ਵਿੱਚ ਹਿੱਸਾ ਲੈ ਸਕਦੇ ਹੋ। 403 204 0011। ਸਾਡੇ ਜਿਹੜੇ ਦਰਸ਼ਕ ਸਾਨੂੰ ਸੋਸ਼ਲ ਮੀਡੀਆ ਤੇ ਦੇਖ ਰਹੇ ਸੀ, ਉਹਨਾਂ ਵਿੱਚ ਦਵਿੰਦਰ ਮੰਡ ਜੀ ਪ੍ਰੋਗਰਾਮ ਨੂੰ ਪਸੰਦ ਕਰ ਰਹੇ ਨੇ। ਦਵਿੰਦਰ ਜੀ, ਬਹੁਤ-ਬਹੁਤ ਧੰਨਵਾਦ। ਇਸ ਤੋਂ ਇਲਾਵਾ ਪਾਲ ਚਾਹਲ ਭਾਜੀ ਕੈਲਗਰੀ ਤੋਂ ਨੇ, ਰਾਇਲ ਇੰਡੀਆ ਰੈਸਟੋਰੈਂਟ ਤੋਂ, ਉਹ ਵਧਾਈਆਂ ਦੇ ਰਹੇ ਨੇ ਪ੍ਰੋਗਰਾਮ ਵਾਸਤੇ ਤੇ ਪ੍ਰੋਗਰਾਮ ਦੀ ਸਿਫਤ ਕਰ ਰਹੇ ਨੇ। ਭਾਜੀ, ਆਪ ਦਾ ਹੌਸਲਾ ਅਫਜ਼ਾਈ ਦੇਣਾ ਜਿਹੜਾ ਜੀ, ਬਹੁਤ ਸ਼ੁਕਰੀਆ ਉਸ ਦੇ ਲਈ ਅਤੇ ਧੰਨਵਾਦ। ਬਾਕੀ ਸਾਡੇ ਜਿਹੜੇ ਦਰਸ਼ਕ ਨੇ ਉਹ ਵੀ ਕਮੈਂਟਸ ਦੇ ਰੂਪ ਵਿੱਚ ਪ੍ਰੋਗਰਾਮ ਪ੍ਰਤੀ ਆਪਣੇ ਵਿਚਾਰ ਜਾਂ ਕੋਈ ਕੁਐਸਚਨ ਹੋਵੇ ਤੇ ਉਹ ਪੇਸ਼ ਕਰ ਸਕਦੇ ਨੇ। ਅਸੀਂ ਕੋਸ਼ਿਸ਼ ਕਰ ਸਕਦੇ ਹਾਂ ਕਿ ਆਪ ਦੇ ਸਵਾਲ ਸੋਸ਼ਲ ਮੀਡੀਆ ਰਾਹੀਂ ਲੈਣ ਦੀ ਕੋਸ਼ਿਸ਼ ਕਰੀਏ, ਜਾਂ ਤੁਸੀਂ ਫੋਨ ਕਰਕੇ ਵੀ ਆਪਣੇ ਵਿਚਾਰ ਇਸ ਪ੍ਰੋਗਰਾਮ ਦੇ ਵਿੱਚ ਦੇ ਸਕਦੇ ਹੋ। 403 204 0011 403 204 0011। ਜਿਹੜਾ ਪਿਛਲੇ ਹਫਤੇ ਅਸੀਂ ਸਵਾਲ ਕੀਤਾ ਸੀ, ਅੱਜ ਉਸ ਸਵਾਲ ਨੂੰ ਅਸੀਂ ਕੰਟੀਨਿਊ ਕਰਾਂਗੇ ਤੇ ਕੱਲ ਨੂੰ ਉਸ ਦਾ ਜਵਾਬ ਦੇ ਕੇ ਉਸ ਦਾ ਜਿਹੜਾ ਵਿਨਰ ਹੈ ਉਹ ਵੀ ਅਨਾਉਂਸ ਕਰਾਂਗੇ ਜੀ। ਸੋ ਪਿਛਲੇ ਸ਼ੁੱਕਰਵਾਰ ਅਸੀਂ ਸਵਾਲ ਕੀਤਾ ਸੀ ਕਿ ਕੈਨੇਡਾ ਦੀ ਰਾਸ਼ਟਰੀ ਖੇਡ ਕਿਹੜੀ ਹੈ, ਕੈਨੇਡਾ ਦੀ ਨੈਸ਼ਨਲ ਗੇਮ ਕਿਹੜੀ ਹੈ। ਇਸ ਅੱਜ ਸਵਾਲ ਨੂੰ ਫਿਰ ਅਸੀਂ ਦੁਹਰਾਉਂਦੇ ਹਾਂ ਕਿ ਕੈਨੇਡਾ ਦੀ ਨੈਸ਼ਨਲ ਗੇਮ ਕਿਹੜੀ ਹੈ ਜੀ, ਕੈਨੇਡਾ ਦੀ ਰਾਸ਼ਟਰੀ ਖੇਡ ਕਿਹੜੀ ਹੈ। ਇਸ ਸਵਾਲ ਦਾ ਜਵਾਬ ਅਸੀਂ ਪੋਸਟ ਕਰਾਂਗੇ YouTube, ਜਿਹੜਾ ਸਾਡਾ ਪੰਜਾਬੀ ਨੈਸ਼ਨਲ ਦਾ ਚੈਨਲ ਹੈ, ਉੱਥੇ ਅਸੀਂ ਇਸ ਕੁਐਸਚਨ ਨੂੰ ਪੋਸਟ ਕਰਾਂਗੇ। ਉਹਦੇ ਕਮੈਂਟਸ ਦੇ ਰੂਪ ਵਿੱਚ ਤੁਸੀਂ ਇਸ ਦਾ ਜਵਾਬ ਦੇਣਾ ਹੈ ਤੇ ਅਸੀਂ ਕੱਲ ਨੂੰ ਜਿਹੜਾ ਹੈ ਵਿਨਰ ਅਨਾਉਂਸ ਕਰਾਂਗੇ ਅਤੇ ਕੱਲ ਨੂੰ ਉਸ ਨੂੰ ਦੱਸਾਂਗੇ ਕਿ ਕੌਣ ਜਿਹੜੇ ਲੱਕੀ ਡਰਾ ਰਾਹੀਂ ਵਿਨਰ ਨਿਕਲੇ ਨੇ, ਜਿਨ੍ਹਾਂ ਨੂੰ $25 ਦਾ ਅਸੀਂ Amazon ਦਾ ਗਿਫਟ ਕਰ ਦੇਵਾਂਗੇ। ਸੋ ਸਵਾਲ ਜਿਹੜਾ ਹੈ, ਕੁਐਸਚਨ ਜਿਹੜਾ ਹੈ, ਮੈਂ ਫਿਰ ਰਿਪੀਟ ਕਰਦਾ ਹਾਂ ਕਿ ਕੈਨੇਡਾ ਦੀ ਰਾਸ਼ਟਰੀ ਖੇਡ ਕਿਹੜੀ ਹੈ, ਕੈਨੇਡਾ ਦੀ ਨੈਸ਼ਨਲ ਗੇਮ ਕਿਹੜੀ ਹੈ, ਤੇ ਇਸ ਦਾ ਜਵਾਬ ਸਿਰਫ ਤੇ ਸਿਰਫ ਤੁਸੀਂ ਜਿਹੜਾ ਪੰਜਾਬੀ ਨੈਸ਼ਨਲ ਦਾ YouTube ਚੈਨਲ ਹੈ ਉੱਥੇ ਅਸੀਂ ਪੋਸਟ ਕਰਾਂਗੇ, ਉਹਦੇ ਕਮੈਂਟਸ ਦੇ ਰੂਪ ਵਿੱਚ ਤੁਸੀਂ ਜਵਾਬ ਦੇਣਾ ਹੈ। ਜਿੰਨੇ ਵੀ ਸਹੀ ਜਵਾਬ ਆਉਣਗੇ ਸਾਰਿਆਂ ਦਾ ਨਾਮ ਇੱਕ ਲੱਕੀ ਡਰਾ 'ਚ ਪਾਇਆ ਜਾਵੇਗਾ ਤੇ ਇੱਕ ਵਿਨਰ ਪਿਕ ਕਰਕੇ ਉਸ ਨੂੰ ਜਿਹੜਾ $25 ਦਾ Amazon ਦਾ ਗਿਫਟ ਕਾਰਡ ਅਸੀਂ ਜਿਹੜਾ ਹੈ ਜੀ ਉਹ ਦੇਵਾਂਗੇ ਜੀ। ਪ੍ਰੋਗਰਾਮ ਦੇ ਵਿੱਚ ਅਸੀਂ ਗੱਲਬਾਤ ਕਰ ਰਹੇ ਹਾਂ। ਅਖੀਰ ਦੇ ਵਿੱਚ ਕੁਝ ਮਿੰਟ ਰਹਿੰਦੇ ਨੇ ਸਾਡੇ ਪਾਸ ਢਿੱਲੋਂ ਸਾਹਿਬ, ਤੇ ਬੜੇ ਇੱਕ ਫੇਮਸ ਹੋਸਟ ਨੇ ਜੀ ਇੰਡੀਆ ਦੇ। ਫੇਮਸ ਕਾਹਦੇ ਕਰਕੇ ਨੇ ਜੀ, ਉਹ ਤਾਂ ਵੱਖਰਾ ਇੱਕ ਵਿਸ਼ਾ ਹੈ। ਉਹਨਾਂ ਦੀ ਚੈਟ ਇੱਕ ਜਿਹੜੀ ਹੈ ਜੀ ਲੀਕ ਹੋਈ ਹੈ ਤੇ ਕਾਫੀ ਉਹ ਵੱਡਾ ਵਿਸ਼ਾ ਬਣਿਆ ਹੋਇਆ ਜੀ। ਬਿਲਕੁਲ ਜੀ, ਤੁਸੀਂ ਗੱਲ ਅਰਨਬ ਗੋਸਵਾਮੀ ਦੀ ਕਰ ਰਹੇ ਹੋ ਜੀ। ਬਹੁਤ ਹੀ ਇਸ ਵੇਲੇ ਕੰਟਰੋਵਰਸ਼ੀਅਲ ਹੋਸਟ ਨੇ। ਜਰਨਲਿਜ਼ਮ ਦੇ ਫੀਲਡ ਦੇ ਵਿੱਚ
ਜਿਹੜਾ ਵੀ ਰਿਸਪੈਕਟੇਬਲ ਨਾਂ ਆ ਉਹ ਇਹਨਾਂ ਤੋਂ ਕੋਸੋਂ ਦੂਰ ਭੱਜਦਾ ਆ ਇਹਨਾਂ ਦਾ ਨਾਂ ਸੁਣ ਕੇ। ਅੱਛਾ ਜੀ। ਸੋ ਇਹ ਉਹਨਾਂ ਦੀ ਪਤਾ ਨਹੀਂ ਸਿਫਤ ਆ ਕਿ ਉਹਨਾਂ ਦੀ ਪ੍ਰੋਬਲਮ ਆ। ਇਹ ਤਾਂ ਹੁਣ ਦਰਸ਼ਕ ਜਿਹੜੇ ਬਹੁਤ ਨੇ ਜਿਹੜੇ ਉਹਨਾਂ ਨੂੰ ਲਾਈਕ ਵੀ ਕਰਦੇ ਨੇ ਔਰ ਬਹੁਤ ਸਾਰੀ ਗਿਣਤੀ ਬਹੁਤ ਸਾਰੀ ਤਾਦਾਦ ਦੇ ਵਿੱਚ ਦੁਨੀਆ ਉਹਨਾਂ ਨੂੰ ਨਾਪਸੰਦ ਵੀ ਕਰਦੀ ਹੈ। ਪਸੰਦ ਨਾ ਪਸੰਦ ਹਰ ਇੰਡੀਵਿਜੂਅਲ ਦੀ ਆਪਣੀ ਚੋਇਸ ਹੈ ਜੀ। ਪਰ ਫੈਕਟ ਆਫ ਦਾ ਮੈਟਰ ਇਜ਼ ਕਿ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਉਹਨਾਂ ਦਾ ਇੱਕ ਬਹੁਤ ਅਰਸੇ ਤੋਂ ਜਿਹੜਾ ਆ ਉਹ ਮਹਾਰਾਸ਼ਟਰ ਸਰਕਾਰ ਵੱਲੋਂ ਇੱਕ ਸਕੈਮ ਫੜਿਆ ਗਿਆ ਸੀਗਾ ਜਿਹਨੂੰ ਕਹਿੰਦੇ ਨੇ TRP ਸਕੈਮ। ਉਹ TRP ਦਾ ਮਤਲਬ ਹੈ ਜੀ ਟੈਲੀਵਿਜ਼ਨ ਰੇਟਿੰਗ ਪੁਆਇੰਟਸ ਜੀ। ਇਹ ਉਹ ਚੀਜ਼ ਹੈਗੀ ਆ ਜਿਹਦੇ ਨਾਲ ਇਹ ਆਧਾਰਿਤ ਹੁੰਦਾ ਆ ਕਿ ਕਿਹੜਾ ਚੈਨਲ ਜਿਹੜਾ ਆ ਉਹ ਇੱਕ ਮੁਲਕ ਦੇ ਵਿੱਚ ਜਾਂ ਇੱਕ ਟੈਰੀਟਰੀ ਦੇ ਵਿੱਚ ਜ਼ਿਆਦਾ ਦੇਖਿਆ ਜਾਂਦਾ। ਜੇ ਸਪੋਜ਼ ਆਪਾਂ ਗੱਲ ਕਰੀਏ ਇੰਡੀਆ ਦੀ ਤੇ ਮੰਨ ਲਓ ਪੰਜਾਬ ਨੂੰ ਲੈ ਕੇ ਕਿ ਪੰਜਾਬ ਦੇ ਵਿੱਚ NDTV ਜ਼ਿਆਦਾ ਦੇਖਿਆ ਜਾਂਦਾ ਆ ਕਿ ਜ਼ੀ ਨਿਊਜ਼ ਜ਼ਿਆਦਾ ਦੇਖਿਆ ਜਾਂਦਾ ਆ ਜਾਂ ਕੋਈ ਹੋਰ ਚੈਨਲ ਜਿਹੜਾ ਜ਼ਿਆਦਾ ਦੇਖਿਆ ਜਾਂਦਾ ਹੈ। ਉਹਦੇ ਨਾਲ ਰਿਲੇਟਡ ਇਹ ਜਿਹੜੇ ਫਿਗਰਸ ਜਿਹੜੇ ਨੇ ਉਹ ਇੰਪੋਰਟੈਂਟ ਇਸ ਕਰਕੇ ਹੁੰਦੇ ਨੇ ਕਿਉਂਕਿ ਜਿੰਨੀ ਵੀ ਗਵਰਨਮੈਂਟ ਤੋਂ ਖਾਸ ਕਰਕੇ ਜਾਂ ਪ੍ਰਾਈਵੇਟ ਜਿਹੜੇ ਅਦਾਰੇ ਕਾਰਪੋਰੇਟ ਅਦਾਰੇ ਉਹਨਾਂ ਤੋਂ ਵੀ ਅਲਟੀਮੇਟਲੀ ਇਹ ਇਸ ਤੋਂ ਆਪਣੀ ਜਿਹੜੀ ਆ ਪ੍ਰਾਈਸ ਸੈੱਟ ਕਰਦੇ ਨੇ ਜਾਂ ਐਡਵਰਟਾਈਜ਼ਮੈਂਟ ਦੀ ਜਿਹੜੀ ਡੀਲ ਹੈ ਉਹ ਡਨ ਕਰਦੇ ਨੇ ਕਿ ਦੇਖੋ ਜੀ ਸਾਡੀ TRP ਰੇਟਿੰਗ ਆ ਤੇ ਅਸੀਂ ਨੰਬਰ 1 ਤੇ ਆ ਜਾਂ ਨੰਬਰ 2 ਤੇ ਆ ਜਾਂ ਨੰਬਰ 4 ਤੇ ਉਹਦੇ ਬੇਸ ਦੇ ਉੱਤੇ ਇਹ ਕਰਦੇ ਨੇ। ਸੋ ਇਹਨਾਂ ਵਾਸਤੇ ਇਹ ਜਿਹੜਾ ਸਭ ਤੋਂ ਸੈਂਸਿਟਿਵ ਇਸ਼ੂ ਹੁੰਦਾ। ਸੋ ਉਹਨਾਂ ਨੂੰ ਲੈ ਕੇ ਇਹ ਮੁੱਦਾ ਜਿਹੜਾ ਸੀਗਾ ਚੱਲ ਰਿਹਾ ਸੀਗਾ ਤੇ ਹੁਣ ਉਹਨਾਂ ਦਾ ਜਿਹੜਾ ਇੱਕ WhatsApp ਦੀ ਜਿਹੜੀ ਚੈਟ ਆ ਉਹ ਆਲਮੋਸਟ 500 ਪੇਜਾਂ ਦੀ ਹੈਗੀ ਆ ਜਿਹੜੀ ਲੀਕ ਹੋਈ ਆ। ਜਿਹੜਾ ਇਹ ਅਜੇ ਕਿਹਾ ਤਾਂ ਇਹ ਜਾਂਦਾ ਹੈ ਕਿ WhatsApp ਦਾ ਜਿਹੜਾ ਮੈਸੇਜ ਹੈਗਾ ਆ ਉਹ ਐਂਡ ਟੂ ਐਂਡ ਇਨਕ੍ਰਿਪਟਡ ਹੁੰਦਾ। ਸੋ ਐਂਡ ਟੂ ਐਂਡ ਇਨਕ੍ਰਿਪਟ ਦਾ ਮਤਲਬ ਇਹ ਹੈਗਾ ਕਿ ਵਿੱਚੋਂ ਕੋਈ ਵੀ ਉਹਨੂੰ ਕਿਸੇ ਵੀ ਤਰੀਕੇ ਨਾਲ ਡੀਕੋਡ ਨਹੀਂ ਕਰ ਸਕਦਾ ਤੇ ਉਹਨੂੰ ਰੀਡ ਨਹੀਂ ਕਰ ਸਕਦਾ। ਪਰ ਜਿੱਥੇ ਇਹ ਹੈਗਾ ਐਂਡ ਟੂ ਐਂਡ ਕ੍ਰਿਪਟ ਦੀ ਗੱਲ ਹੈਗੀ ਹੈ। ਲੇਕਿਨ ਜੇ ਤੁਹਾਡਾ ਸੈੱਲ ਫੋਨ ਅਗਰ ਤੁਸੀਂ ਮੰਨ ਲਓ ਉਹਨੂੰ ਕਿਸੇ ਤਰੀਕੇ ਨਾਲ ਬੈਕਅਪ ਕਰਦੇ ਹੋ ਡਾਊਨਲੋਡ ਕਰਦੇ ਹੋ iCloud ਤੇ ਜਾਂ ਆਪਣੀ Google ਡਰਾਈਵ ਤੇ ਅਗਰ ਉੱਥੋਂ ਇਨਫੋਰਮੇਸ਼ਨ ਜਿਹੜੀ ਹੈਗੀ ਹੈ ਅਗਰ ਤੁਸੀਂ ਲੈਂਦੇ ਹੋ ਤਾਂ ਉਹ ਡੈਫੀਨੇਟ ਹੈ ਫਿਰ ਆਥੈਂਟਿਕ ਹੈਗੀ ਹੈ। ਸੋ ਅਜੇ ਆਉਣ ਵਾਲੇ ਟਾਈਮ ਦੇ ਵਿੱਚ ਰਣਜੀਤ ਜੀ ਇੱਥੇ ਕਾਫੀ ਡਿਟੇਲ ਜਿਹੜੀ ਹੈ ਬਹੁਤ ਹੀ ਗਲੇਰਿੰਗ ਇਸ਼ੂ ਜਿਹੜੇ ਨੇ ਉਹ ਇਹਨਾਂ 'ਚ ਫੈਕਟਸ ਜਿਹੜੇ ਨਿਕਲ ਕੇ ਆਏ ਨੇ। ਜੇ ਸੱਚਾਈ ਆ ਤਾਂ ਬਹੁਤ ਹੀ ਵੱਡਾ ਧਮਾਕਾ ਆ ਇੱਕ ਤਰੀਕੇ ਦਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਅਨਫੋਲਡ ਹੋਏਗਾ ਤੇ ਆਪਾਂ ਬੜੇ ਕੁਐਸਚਨ ਉੱਠ ਸਕਦੇ ਨੇ ਤੇ ਆਉਣ ਵਾਲੇ ਦਿਨਾਂ ਜ਼ਿਆਦਾ ਜਾਣਕਾਰੀ ਬਿਲਕੁਲ ਆਪਾਂ ਬਿਲਕੁਲ ਡਿਟੇਲ 'ਚ ਗੱਲ ਕਰਾਂਗੇ ਜੀ। ਸੋ ਪ੍ਰੋਗਰਾਮ ਦਾ ਸਮਾਂ ਸਮਾਪਤੀ ਵੱਲ ਜਾ ਰਿਹਾ ਹੈ। ਪੰਜਾਬੀ ਨੈਸ਼ਨਲ TV ਦੇ ਉੱਤੇ ਤੁਸੀਂ ਪ੍ਰਾਈਮ ਟਾਈਮ ਜਿਹੜਾ ਸ਼ੋਅ ਦੇਖ ਰਹੇ ਸੀ। ਅਸੀਂ ਪ੍ਰੋਗਰਾਮ ਦੇ ਵਿੱਚ ਹੁਣ ਆਪ ਤੋਂ ਆਗਿਆ ਲਵਾਂਗੇ। ਕਮਰਸ਼ੀਅਲ ਬ੍ਰੇਕ ਤੋਂ ਬਾਅਦ ਪੰਜਾਬੀ ਦੀਆਂ ਖਬਰਾਂ ਜਿਹੜੀਆਂ ਨੇ ਇਸ ਪ੍ਰੋਗਰਾਮ ਦੇ ਵਿੱਚ ਦਿਖਾਈਆਂ ਜਾਣਗੀਆਂ ਤੇ ਅਸੀਂ ਜਿਹੜਾ ਜੀ ਹਾਜ਼ਰ ਹੋਵਾਂਗੇ ਆਪ ਲਈ ਰੇਡੀਓ ਦਾ ਪ੍ਰੋਗਰਾਮ ਲੈ ਕੇ, ਰੇਡੀਓ ਸੁਰਸੰਗਮ ਜਿਹੜਾ ਕਿ 94.7 FM ਦੇ ਉੱਤੇ ਸੁਣਿਆ ਜਾਵੇਗਾ ਅਤੇ ਨਾਲ ਰੇਡੀਓ ਸੁਰਸੰਗਮ ਜਿਹੜਾ SCM ਸੈਟ ਹੈ ਉੱਥੇ ਸੁਣਿਆ ਜਾਵੇਗਾ। ਤੇ ਅੱਜ ਦਾ ਪ੍ਰੋਗਰਾਮ ਖਤਮ ਕਰਨ ਦੀ ਮੈਂ ਰਣਜੀਤ ਸਿੱਧੂ ਤੇ ਮੇਰੇ ਨਾਲ ਜੱਗੀ ਢਿੱਲੋਂ ਜੀ ਅਸੀਂ ਇੱਥੇ ਹੀ ਆਗਿਆ ਲੈਂਦੇ ਹਾਂ। ਸਾਰੇ ਹੀ ਸਾਡੇ ਦਰਸ਼ਕਾਂ ਨੂੰ ਸਾਡੇ ਵੱਲੋਂ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਪੰਜਾਬ ਇੰਸ਼ੋਰੈਂਸ ਜੇਕਰ ਤੁਸੀਂ ਆਪਣੀ ਲਾਈਫ ਇੰਸ਼ੋਰੈਂਸ, ਮਾਰਗੇਜ ਇੰਸ਼ੋਰੈਂਸ, ਡਿਸੇਬਿਲਿਟੀ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਕਰਵਾਉਣੀ ਹੋਵੇ ਤਾਂ ਬਿਹਤਰੀਨ ਸਲਾਹ ਲਈ ਯਾਦ ਕਰੋ ਜਸਜੀਤ ਸਿੰਘ ਬਾਵਾ ਨੂੰ। ਬੱਚਿਆਂ ਲਈ ਖਾਸ ਐਜੂਕੇਸ਼ਨ ਪਲਾਨ ਜਾਂ RRSP ਤੋਂ ਇਲਾਵਾ ਜੇ ਤੁਹਾਡੇ ਕੋਲ ਕੋਈ ਵਿਜ਼ਿਟ ਕਰਨ ਆ ਰਿਹਾ ਹੋਵੇ ਜਾਂ ਤੁਸੀਂ ਕਿਤੇ ਟਰੈਵਲ ਕਰਨਾ ਹੋਵੇ ਤਾਂ ਟਰੈਵਲ ਇੰਸ਼ੋਰੈਂਸ ਲਈ ਲੰਬੇ ਸਮੇਂ ਤੋਂ ਸੇਵਾਵਾਂ ਦੇ ਰਹੇ ਪੰਜਾਬ ਇੰਸ਼ੋਰੈਂਸ ਦੇ ਭਰੋਸੇਮੰਦ ਬ੍ਰੋਕਰ ਜਸਜੀਤ ਸਿੰਘ ਬਾਵਾ ਨੂੰ ਯਾਦ ਕਰੋ। ਫੋਨ ਨੰਬਰ 780 266 6161 7802666161। ਜੇਕਰ ਆਪਣੇ ਕੋਲ ਪਰਸਨਲ ਇੰਸ਼ੋਰੈਂਸ ਹੈ ਤਾਂ ਸਾਨੂੰ ਤਸੱਲੀ ਰਹਿੰਦੀ ਹੈ ਕਿ ਜ਼ਿੰਦਗੀ ਵਿੱਚ ਆਉਣ ਵਾਲੀਆਂ ਅਚਨਚੇਤ ਘਟਨਾਵਾਂ ਤੋਂ ਅਸੀਂ ਹਮੇਸ਼ਾ ਸੁਰੱਖਿਅਤ ਹਾਂ। ਇੰਸ਼ੋਰੈਂਸ ਦੀਆਂ ਸੇਵਾਵਾਂ ਨਿਭਾਉਣ ਲਈ ਪੰਜਾਬ ਇੰਸ਼ੋਰੈਂਸ ਦੀ ਸਮੁੱਚੀ ਟੀਮ ਆਪ ਸਭ ਦੀ ਸੇਵਾ ਵਿੱਚ ਹਮੇਸ਼ਾ ਹਾਜ਼ਰ ਹੈ। ਪੰਜਾਬ ਇੰਸ਼ੋਰੈਂਸ। ਕੈਨੇਡਾ ਦੀ ਧਰਤੀ ਤੇ ਪੈਰ ਪਾਉਣਾ ਚਾਹੁੰਦੇ ਹੋ ਜਾਂ ਪੱਕੇ ਵਸਨੀਕ ਬਣਨ ਦੇ ਸੁਪਨੇ ਦੇਖ ਰਹੇ ਹੋ ਤਾਂ ਇਹ ਸੁਪਨੇ ਸਾਕਾਰ ਕਰਨ ਲਈ ਤੁਸੀਂ ਐਡਮਿੰਟਨ ਸ਼ਹਿਰ ਦੀ ਜਾਣੀ ਪਛਾਣੀ ਇਮੀਗ੍ਰੇਸ਼ਨ ਕੰਸਲਟੈਂਸੀ ਕੈਰੀਅਰ ਪਲੱਸ ਇਮੀਗ੍ਰੇਸ਼ਨ ਦੇ ICCRC ਤੋਂ ਮਾਨਤਾ ਪ੍ਰਾਪਤ ਮਾਹਿਰਾਂ RCIC ਸਰਦਾਰ ਕਮਲਜੀਤ ਸਿੰਘ ਅਤੇ ਪਰਮਜੀਤ ਕੌਰ ਨੂੰ 780 462 4000 ਅਤੇ 780 709 8600 ਤੇ ਸੰਪਰਕ ਕਰੋ। 912935 ਐਵੀਨਿਊ ਨਾਰਥ ਵੈਸਟ ਐਡਮਿੰਟਨ ਤੇ ਸਥਿਤ ਕੈਰੀਅਰ ਪਲੱਸ ਇਮੀਗ੍ਰੇਸ਼ਨ ਦੀ ਟੀਮ ਨੂੰ ਇਮੀਗ੍ਰੇਸ਼ਨਸ ਅਪੀਲ, ਹਿਊਮੈਨਿਟੇਰੀਅਨ ਐਂਡ ਕੰਪੈਸ਼ਨੇਟ ਐਪਲੀਕੇਸ਼ਨਸ ਲਾਉਣ ਲਈ ਵਿਸ਼ੇਸ਼ ਮੁਹਾਰਤ ਹੈ।
ਮੈਂ ਤੇ ਕੈਰੀਅਰ ਪਲੱਸ ਦੀ ਸਾਰੀ ਟੀਮ ਰਿਫਿਊਜ਼ਡ ਐਪਲੀਕੇਸ਼ਨ ਤੇ ਕੰਮ ਕਰਨ ਲਈ ਮਾਹਰ ਹਨ। ਅਸੀਂ ਲੀਗਲ ਵੇ ਦੇ ਨਾਲ ਰਿਫਿਊਜ਼ਡ ਐਪਲੀਕੇਸ਼ਨਾਂ ਨੂੰ ਅਪਰੂਵ ਕਰਾਉਂਦੇ ਹਾਂ। ਜੇ ਤੁਹਾਡੀ ਕਿਸੇ ਵੀ ਤਰ੍ਹਾਂ ਦੀ ਕੋਈ ਕੈਨੇਡੀਅਨ ਇਮੀਗ੍ਰੇਸ਼ਨ ਦੀ ਐਪਲੀਕੇਸ਼ਨ ਰਿਫਿਊਜ਼ ਹੈ ਤਾਂ ਇੱਕ ਵਾਰੀ ਜ਼ਰੂਰ ਆ ਕੇ ਮਿਲੋ। ਕੈਰੀਅਰ ਪਲੱਸ ਇਮੀਗ੍ਰੇਸ਼ਨ ऑनर ऑपरेटर्स ਲਈ ਜ਼ਰੂਰੀ ਸੂਚਨਾ ਲਾਈਟ ਸਪੀਡ ਲੌਜਿਸਟਿਕ ਵਾਲੇ ऑनर ऑपरेटर्स ਹਾਇਰ ਕਰ ਰਹੇ ਨੇ। ਲਾਈਟ ਸਪੀਡ ਲੌਜਿਸਟਿਕ ਅਲਬਰਟਾ BC ਲੇਨ ਤੇ $1.80 ਪਰ ਮਾਈਲ ਪੇ ਕਰ ਰਹੇ ਨੇ। 20 ਸਾਲ ਤੋਂ ਵੱਧ ਟਰੱਕਿੰਗ ਇੰਡਸਟਰੀ 'ਚ ਇੱਕ ਸਥਾਪਿਤ ਨਾਮ ਲਾਈਟ ਸਪੀਡ ਲੌਜਿਸਟਿਕ। ਜੇਕਰ ਤੁਸੀਂ ਅਲਬਰਟਾ BC ਲੇਨ ਤੇ ਕੰਮ ਕਰਨਾ ਚਾਹੁੰਦੇ ਹੋ ਤਾਂ ਅੱਜ ਹੀ ਲਾਈਟ ਸਪੀਡ ਲੌਜਿਸਟਿਕ ਦੀ ਹਾਇਰਿੰਗ ਟੀਮ ਨੂੰ ਸੰਪਰਕ ਕਰੋ। ਮਰਸੀਡੀਜ਼ ਬੈਂਜ਼ ਕੰਟਰੀ ਹਿਲਸ ਤੁਹਾਡੇ ਸੁਪਨਿਆਂ ਦੀ ਕਾਰ ਲਈ ਇੱਕ ਟਿਕਾਣਾ। ਕੈਲਗਰੀ 에ਅਰਪੋਰਟ ਦੇ ਨੇੜੇ ਮਰਸੀਡੀਜ਼ ਦੀ ਕੈਨੇਡਾ 'ਚ ਸਭ ਤੋਂ ਵੱਡੀ ਡੀਲਰਸ਼ਿਪ। 70 ਦੇ ਕਰੀਬ ਕਾਰਾਂ ਡਿਸਪਲੇ ਤੇ ਹੁੰਦੀਆਂ ਨੇ। ਕਾਰਾਂ ਸੰਬੰਧੀ ਸਾਰੀ ਜਾਣਕਾਰੀ ਗੌਰਵ ਸ਼ਰਮਾ ਜੀ ਤੋਂ ਪੰਜਾਬੀ, ਹਿੰਦੀ, ਉਰਦੂ ਜਾਂ ਇੰਗਲਿਸ਼ ਵਿੱਚ ਗੱਲਬਾਤ ਕਰਕੇ ਲਈ ਜਾ ਸਕਦੀ ਹੈ। ਸਾਰੇ ਪਰਿਵਾਰ ਦੀ ਪਸੰਦ ਦੀ ਕਾਰ ਮਰਸੀਡੀਜ਼ ਬੈਂਜ਼ ਕੰਟਰੀ ਹਿਲਸ। ਪੰਜਾਬ ਡਰਾਈਵਿੰਗ ਅਕੈਡਮੀ ਕਾਰ, ਟਰੱਕ ਜਾਂ ਬੱਸ ਦਾ ਡਰਾਈਵਿੰਗ ਲਾਇਸੈਂਸ ਲੈਣ ਲਈ ਯਾਦ ਰੱਖੋ ਪੰਜਾਬ ਡਰਾਈਵਿੰਗ ਅਕੈਡਮੀ। ਇਹ ਕਲਾਸ 1, 2 ਅਤੇ 3 ਦੀ ਪ੍ਰੋਫੈਸ਼ਨਲ ਟ੍ਰੇਨਿੰਗ ਦਿੰਦੇ ਹਨ। ਪੰਜਾਬ ਡਰਾਈਵਿੰਗ ਅਕੈਡਮੀ ਤੋਂ ਤੁਸੀਂ 에ਅਰ ਬ੍ਰੇਕ ਅਤੇ DDC ਦੀਆਂ ਕਲਾਸਾਂ ਵੀ ਲਾ ਸਕਦੇ ਹੋ। DDC ਕਲਾਸ ਲਾਉਣ ਨਾਲ ਤੁਹਾਨੂੰ ਸਸਤੀ ਇੰਸ਼ੋਰੈਂਸ ਮਿਲ ਸਕਦੀ ਹੈ। ਡਰਾਈਵਿੰਗ ਸਿੱਖਣ ਲਈ ਪੰਜਾਬ ਡਰਾਈਵਿੰਗ ਅਕੈਡਮੀ ਦਾ ਨਾਮ ਅਤੇ ਫੋਨ ਨੰਬਰ ਨੋਟ ਕਰ ਲਓ 403 903 8200 यूनिट 209 4556 वेस्ट विंड्स ड्राइव नॉर्थ ईस्ट कैलगरी। पंजाब ड्राइविंग अकेडमी। ਸਾਂਝਾ ਪੰਜਾਬ ਗਰੋਸਰੀ ਸਟੋਰ ਹੁਣ 3 ਲੋਕੇਸ਼ਨਸ ਨਾਲ ਕੈਲਗਰੀ ਵਾਸੀਆਂ ਦੀ ਸੇਵਾ ਵਿੱਚ। ਸਾਂਝਾ ਪੰਜਾਬ ਤੋਂ ਹਰ ਪ੍ਰਕਾਰ ਦੀ ਇੰਡੀਅਨ ਅਤੇ ਪਾਕਿਸਤਾਨੀ ਗਰੋਸਰੀ ਮਿਲਦੀ ਹੈ। ਇਹਨਾਂ ਦੀਆਂ 3 ਲੋਕੇਸ਼ਨਸ ਤੋਂ ਸਾਫ਼ ਸੁਥਰੀਆਂ ਦਾਲਾਂ, ਮਸਾਲੇ, ਤਾਜ਼ੀਆਂ ਸਬਜ਼ੀਆਂ ਅਤੇ ਹਰ ਪ੍ਰਕਾਰ ਦੇ ਭਾਂਡੇ ਖਰੀਦ ਸਕਦੇ ਹੋ। ਸਾਂਝਾ ਪੰਜਾਬ ਵਾਲੇ ਕਰੋਨਾ ਦੇ ਟਾਈਮ ਵਿੱਚ ਆਪਣੇ ਸਟਾਫ ਅਤੇ ਕਸਟਮਰਜ਼ ਨੂੰ ਸੁਰੱਖਿਅਤ ਰੱਖਣ ਲਈ ਸਾਰੀਆਂ ਸਾਵਧਾਨੀਆਂ ਵਰਤਦੇ ਹਨ। ਆਪਣੀਆਂ ਗਰੋਸਰੀ ਲੋੜਾਂ ਲਈ ਅੱਜ ਹੀ ਆਪਣੇ ਨਜ਼ਦੀਕੀ ਸਾਂਝਾ ਪੰਜਾਬ ਗਰੋਸਰੀ ਸਟੋਰ ਦੀ ਲੋਕੇਸ਼ਨ ਤੇ ਪਹੁੰਚੋ। ਸਾਂਝਾ ਪੰਜਾਬ ਗਰੋਸਰੀ ਸਟੋਰ। ਜੇਕਰ ਤੁਸੀਂ ਇੱਕ ਬਿਜ਼ਨਸ ਓਨਰ ਹੋ ਜਾਂ ਕੋਈ ਪ੍ਰੋਫੈਸ਼ਨਲ ਹੋ, ਤੁਹਾਡਾ ਤੇ ਮੇਰਾ ਮਿਲਣਾ ਬਹੁਤ ਜ਼ਰੂਰੀ ਹੈ, ਕਿਉਂਕਿ ਅਸੀਂ ਬੈਠ ਕੇ ਡਿਸਕਸ ਕਰਾਂਗੇ ਕਿ ਕਿਸ ਤਰ੍ਹਾਂ ਤੁਹਾਡੇ ਬਿਜ਼ਨਸ ਨੂੰ ਪ੍ਰੋਟੈਕਟ ਕੀਤਾ ਜਾ ਸਕਦਾ ਅਤੇ ਤੁਹਾਡੀ ਫਿਊਚਰ ਵਾਲੀ ਇਨਕਮ ਨੂੰ ਕਿਸ ਤਰ੍ਹਾਂ ਅਸੀਂ ਪ੍ਰੋਟੈਕਟ ਕਰ ਸਕਦੇ ਹਾਂ। ਸਟੇਟ ਪਲੈਨਿੰਗ ਦੇ ਵਿੱਚ ਅਸੀਂ ਡਿਸਕਸ ਕਰਾਂਗੇ ਕਿ ਜਿਹੜੇ ਤੁਹਾਡੇ ਮਿਹਨਤ ਨਾਲ ਬਣਾਏ ਹੋਏ ਐਸੈਟਸ ਨੇ ਉਹ ਤੁਹਾਡੇ ਤੋਂ ਬਾਅਦ ਤੁਹਾਡੇ ਬੱਚਿਆਂ ਨੂੰ ਕਿਸ ਤਰ੍ਹਾਂ ਡਿਸਟ੍ਰੀਬਿਊਟ ਕੀਤੇ ਜਾਣ ਤਾਂ ਕਿ ਤੁਹਾਡੇ ਬੱਚਿਆਂ ਦਾ ਆਪਸ ਵਿੱਚ ਪਿਆਰ ਵੀ ਬਣਿਆ ਰਹੇ। 403 437 4445 ਇਹ ਮੇਰਾ ਫ਼ੋਨ ਨੰਬਰ ਹੈ ਜੀ। 403 437 4445।